ਅਸੀਂ ਕਾਵਾਂ ਰੌਲੀ ਨਹੀਂ ਪਾਉਂਦੇ, ਨਾ ਹੀ ਹੁੰਦੇ ਹਾਂ TRP ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ TV ਪੰਜਾਬੀ ਦੁਨੀਆ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਦਾ ਦੂਜਾ ਭਾਗ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ। ਜਿਵੇਂ ਅਸੀਂ ਪਹਿਲਾਂ ਅਨਾਉਂਸ ਕੀਤਾ ਸੀ, ਅੱਜ ਸਾਡੇ ਨਾਲ ਵਿਸ਼ੇਸ਼ ਤੌਰ ਤੇ ਰੂਬੀ ਸਹੋਤਾ ਜੀ ਪਹੁੰਚੇ ਨੇ। ਸਾਡੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਬਰੈਂਪਟਨ ਨਾਰਥ ਤੋਂ, ਤੇ ਤੀਸਰੀ ਵਾਰ ਇਹ ਫੇਰ ਰੀਇਲੈਕਟ ਹੋਣ ਲਈ ਇਲੈਕਸ਼ਨ ਵਿੱਚ ਨੇ। ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਨੀਆਂ ਨੇ। ਸੋ ਅੱਜ ਮੇਰੇ ਨਾਲ ਸਟੂਡੀਓ 'ਚ ਪ੍ਰੋਫੈਸਰ ਜਗੀਰ ਸਿੰਘ ਕਾਲੂ ਵੀ ਮੌਜੂਦ ਨੇ। ਅਸੀਂ ਤਿੰਨੇ ਜਾਣੇ ਮਿਲ ਕੇ ਤੁਹਾਡੇ ਨਾਲ ਕੁਝ ਇੱਕ ਸੰਵਾਦ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਰੂਬੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਵੈਲਕਮ, ਤੁਸੀਂ ਆਏ ਸਟੂਡੀਓ ਸਾਡੇ ਕੋਲ। ਧੰਨਵਾਦ ਸਾਰਾ ਤੁਹਾਡਾ ਜਿਹਨੇ ਮੈਨੂੰ ਇੱਕ ਮੌਕਾ ਦਿੱਤਾ ਹੈਗਾ ਤੁਹਾਡੇ ਪ੍ਰੋਗਰਾਮ ਤੇ ਆਉਣ ਦਾ, ਤੇ ਤੁਹਾਡੇ ਵਿਊਅਰਸ ਨੂੰ ਵੀ ਮੇਰੇ ਪਿੰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹਨਾਂ ਬਾਰੇ ਥੋੜਾ ਜਿਹਾ, ਕਿਉਂਕਿ ਸਾਡੇ ਬਹੁਤੇ ਲੋਕ ਤਾਂ ਬਰੈਂਪਟਨ ਦੇ, ਖਾਸ ਕਰਕੇ GTA ਦੇ, ਕੈਨੇਡਾ ਦੇ ਕਾਫੀ ਲੋਕ ਜਾਣਦੇ ਆ, ਪਰੰਤੂ ਫਿਰ ਵੀ ਥੋੜਾ ਜਿਹਾ ਇਹਨਾਂ ਬਾਰੇ ਦੱਸਣਾ ਵਾਜਬ ਹੋਏਗਾ ਕਿ ਰੂਬੀ ਇੱਥੋਂ ਦੇ ਬੋਰਨ ਨੇ, ਬ੍ਰਾਟ ਅਪ ਨੇ, ਔਰ ਇਹਨਾਂ ਦੇ ਪਿਤਾ ਜੀ ਇੱਥੇ ਕਮਿਊਨਿਟੀ ਦੇ ਵਿੱਚ ਜਾਣੇ ਪਛਾਣੇ ਨੇ, ਸਰਦਾਰ ਹਰਬੰਸ ਸਿੰਘ ਜੰਡਾਲੀ। ਉਹ ਗੁਰਦੁਆਰਾ ਪੋਲਿਟਿਕਸ ਦੇ ਵਿੱਚ ਤੇ ਜਨਰਲ ਪੋਲਿਟਿਕਸ ਦੇ ਵਿੱਚ ਵੀ ਨੇਮ ਨੇ। ਸ਼ਾਇਦ ਉਹਨਾਂ ਤੋਂ ਹੀ ਪ੍ਰੇਰਨਾ ਲੈ ਕੇ ਰੂਬੀ ਜੀ ਵੀ ਆਏ ਹੋਣ। ਤੇ ਇਹਨਾਂ ਦਾ ਜਿਹੜਾ ਐਕੈਡਮਿਕ ਕੈਰੀਅਰ ਹੈਗਾ ਉਹ ਬਹੁਤ ਵਧੀਆ ਆ। ਇਹਨਾਂ ਨੇ ਸਕੂਲਿੰਗ ਕਰਨ ਤੋਂ ਬਾਅਦ ਪੋਲੀਟੀਕਲ ਸਾਇੰਸ ਔਰ ਪੀਸ ਸਟੱਡੀਜ਼ ਦੇ ਵਿੱਚ ਜਿਹੜੀ ਗ੍ਰੈਜੂਏਸ਼ਨ ਹੈ ਉਹ ਮਾਸਟਰ ਯੂਨੀਵਰਸਿਟੀ ਤੋਂ ਕੀਤੀ ਹੈਗੀ ਆ। ਔਰ ਵੈਸਟਰਨ ਮਿਸ਼ੀਗਨ ਯੂਨੀਵਰਸਿਟੀ ਦਾ ਜਿਹੜਾ ਕੂਲੀ ਲਾ ਸਕੂਲ ਹੈਗਾ, ਉੱਥੋਂ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ 2007 ਦੇ ਵਿੱਚ। ਫਿਰ 2007 ਤੋਂ 2012 ਤੱਕ ਇਹਨਾਂ ਨੇ ਲਾ ਜਿਹੜਾ ਹੈਗਾ ਉਹ ਪ੍ਰੈਕਟਿਸ ਕੀਤਾ ਹੈਗਾ ਕਲੀਵਲੈਂਡ, ਓਹਾਈਓ ਦੇ ਵਿੱਚ। ਔਰ ਇਹ ਫੈਮਿਲੀ ਓਰੀਐਂਟਡ ਨੇ। ਇਹਨਾਂ ਦੇ ਪਤੀ ਜਿਹੜੇ ਨੇ ਉਹ ਡਾਕਟਰ ਨੇ, ਤੇ ਇਹਨਾਂ ਦਾ ਬੇਟਾ ਇੱਕ 8 ਸਾਲ ਦਾ, ਜਿਹਦਾ ਨਾਮ ਬਹੁਤ ਖੂਬਸੂਰਤ ਇਹਨਾਂ ਨੇ ਰੱਖਿਆ, ਨਿਹਾਲ। ਔਰ 2015 ਦੇ ਵਿੱਚ ਮਾਰਚ ਦੇ ਵਿੱਚ ਜਿਹੜੀ ਨੋਮੀਨੇਸ਼ਨ ਲੜੀ ਗਈ ਲਿਬਰਲ ਪਾਰਟੀ ਦੇ ਵਿੱਚ, ਉਹਦੇ ਵਿੱਚ ਰੂਬੀ ਨੇ ਜਿੱਤ ਪ੍ਰਾਪਤ ਕੀਤੀ। ਔਰ 2015 ਦੇ ਵਿੱਚ ਫਸਟ ਟਾਈਮ ਜਿਹੜਾ ਬਰੈਂਪਟਨ ਨਾਰਥ ਕੰਸਟੀਚੁਐਂਸੀ ਹੈਗੀ ਆ, ਉੱਥੋਂ ਇਹ ਚੁਣੇ ਗਏ। ਔਰ ਉਸ ਟਾਈਮ ਇਹਨਾਂ ਨੇ 2015 ਦੇ ਵਿੱਚ ਪਰਮ ਗਿੱਲ, ਜਿਹੜੇ ਕਿ ਕੰਸਰਵੇਟਿਵ ਦੇ ਸਿਟਿੰਗ MP ਸੀਗੇ, ਉਹਨਾਂ ਨੂੰ ਹਰਾਇਆ। ਉਹਦੇ ਨਾਲ ਨਾਲ ਇੱਕ ਮਾਰਟਨ ਸਿੰਘ NDP ਦੇ ਕੈਂਡੀਡੇਟ ਸੀਗੇ, ਜਿਹੜੇ ਸਿੰਘ ਸੱਜੇ ਹੈਗੇ ਆ, ਉਹਨਾਂ ਨੂੰ ਵੀ ਹਰਾਇਆ। ਔਰ ਹੋਰ ਵੀ ਜਿਹੜੇ ਕੈਂਡੀਡੇਟ ਸੀਗੇ ਉਹ ਵੀ ਉਹਨਾਂ ਨੂੰ ਸ਼ਿਕਸਤ ਦਿੱਤੀ। ਔਰ 2019 ਦੇ ਵਿੱਚ ਇਹਨਾਂ ਨੇ 25,697 ਵੋਟਾਂ ਹਾਸਲ ਕਰਕੇ, ਜਿਹੜੀਆਂ ਕਿ 51.4% ਸੀਗੀਆਂ, ਤੇ ਆਪਣੀ ਜਿਹੜੀ 2015 ਵਾਲੀ ਟੈਲੀ ਸੀਗੀ ਉਹਨੂੰ 3.03 ਨਾਲ ਇਨਕਰੀਜ਼ ਕੀਤਾ, ਆਪਣੀ ਜਿਹੜੀ ਲੀਡ ਹੈਗੀ ਆ। ਔਰ ਇਹਨਾਂ ਨੇ ਇਹ ਜਿਹੜੀ ਲੀਡ ਹੈਗੀ ਆ ਉਹ ਵਧਾਉਣ ਦੇ ਵਿੱਚ ਨੈਚੁਰਲੀ ਇਹ ਕੁਦਰਤੀ ਆ ਕਿ ਜਦੋਂ ਕੋਈ ਪਾਰਲੀਮੈਂਟ ਦਾ ਮੈਂਬਰ ਆਪਣੀ ਪਿਛਲੀ ਵੋਟ ਵਧਾਉਂਦਾ ਹੈਗਾ, ਪਰਸੈਂਟੇਜ ਵਧਾਉਂਦਾ, ਤਾਂ ਉਹਦੇ ਕੀਤੇ ਹੋਏ ਕੰਮ ਜਿਹੜੇ ਹੈਗੇ ਆ ਉਹ ਨੈਚੁਰਲੀ ਬੋਲਦੇ ਹੈਗੇ ਆ। ਸੋ ਅਸੀਂ ਇਹਨਾਂ ਨੂੰ, ਜਿਵੇਂ ਗਿਲ ਸਾਹਿਬ ਨੇ ਕਿਹਾ, ਬਹੁਤ ਇਹਨਾਂ ਦਾ ਸਵਾਗਤ ਕਰਦੇ ਹਾਂ। ਔਰ ਸਭ ਤੋਂ ਪਹਿਲਾਂ ਸਵਾਗਤ ਕਰਨ ਦੇ ਨਾਲ ਨਾਲ ਧੰਨਵਾਦ ਵੀ ਕਰਦੇ ਹਾਂ ਕਿ ਇਹਨਾਂ ਨੇ ਆਪਣਾ ਜਿਹੜਾ ਬਿਜ਼ੀ ਸਕੈਡਿਊਲ ਹੈਗਾ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਹੁਣ 4 ਦਿਨ ਤਾਂ ਵੋਟਾਂ 'ਚ ਰਹਿ ਗਏ ਆ, ਤੇ ਇਹਨਾਂ ਨੇ ਸਾਡੇ ਲਈ ਵਕਤ ਕੱਢਿਆ ਹੈਗਾ। ਗਿਲ ਸਾਹਿਬ, ਤੁਹਾਨੂੰ ਸਭ ਆਪਾਂ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਸਾਨੂੰ ਐਸੇ ਜਿਹੜੇ ਬ੍ਰਿਲੀਅੰਟ ਹੈਗੇ ਨੇ MP ਚਾਹੀਦੇ ਨੇ। ਸਾਰੇ ਹੀ ਜੰਗ ਨੇ ਸਾਡੇ MP ਇੱਥੇ, ਸਾਡੇ ਕਮਿਊਨਿਟੀ ਵੀ ਇੱਥੇ, ਜਿਹੜੇ ਵੈਸਟ ਵੱਲੋਂ ਸਾਡਾ ਹਲਕਾ ਜਿੱਥੇ ਪੈਂਦਾ ਜੀ। ਤੇ ਬਹੁਤ ਅੱਛਾ ਲੱਗਦਾ ਹੈ ਕਿ ਖਾਸ ਕਰਕੇ ਜਿਹੜੀ ਟੂਡੋ ਸਾਹਿਬ ਨੇ ਪਿਛਲੀ ਵਾਰ ਕੀਤਾ ਕਿ ਵੂਮਨ ਐਮਪਾਵਰਮੈਂਟ ਵਾਲੀ ਜਿਹੜੀ ਗੱਲ ਹੋਈ ਸੀਗੀ, ਉਹਦਾ ਕਰਕੇ ਵੀ ਸਾਨੂੰ ਬਿਹਤਰ ਲੱਗ ਰਿਹਾ ਹੈ। ਕਿਉਂਕਿ ਸਾਡਾ ਜਿਹੜਾ ਸਮਾਜ ਹੈ, ਅਸੀਂ ਜਿੱਥੋਂ ਆਏ ਆ, ਸਾਡੀ ਜਿਹੜੀ ਪਿਛਲੀ ਮਾਨਸਿਕਤਾ ਥੋੜਾ ਜਿਹਾ ਆਪਾਂ ਨੂੰ ਐਂ ਲੱਗਦਾ ਹੁੰਦਾ ਕਿ ਜਿੱਦਾਂ ਫਿਊਡਲ ਸੋਸਾਇਟੀ 'ਚ ਸੀਗਾ ਕਿ ਜਿਹੜਾ ਔਰਤਾਂ ਨੇ ਉਹ ਇੰਨਾ ਅੱਗੇ ਵੱਧ ਕੇ ਨਹੀਂ ਕੰਮ ਕਰਦੀਆਂ। ਅਜੇ ਉੱਥੇ ਅਜੇ ਵੀ ਆਪਾਂ ਰੱਖਦੇ ਹਾਂ ਘਰਾਂ 'ਚ, ਇਸ ਤਰ੍ਹਾਂ ਹੁੰਦਾ ਥੋੜਾ ਜਿਹਾ ਕਿ ਅਸੀਂ ਜਿਹੜੇ ਮਰਦ ਆ ਉਹ ਜ਼ਿਆਦਾ ਅਸੀਂ ਸ਼ਾਰਪ ਹੈ, ਜ਼ਿਆਦਾ ਇੰਟੈਲੀਜੈਂਟ ਆਪਣੇ ਆਪ ਨੂੰ ਸਮਝਦੇ ਆ, ਹੋਈਏ ਭਾਵੇਂ ਨਾ। ਪਰ ਜਿਹੜਾ ਇਹ ਪਾਰਟ ਹੈ ਕਿ ਸਾਡੇ ਬਰੈਂਪਟਨ ਤੋਂ ਤੁਸੀਂ ਸੋਨੀਆ ਔਰ 3 ਕੈਂਡੀਡੇਟ, 5 ਚੋਂ 3, ਤੇ ਉਹ ਵੀ ਫੀਮੇਲ ਔਰ ਉਹ ਯੰਗ,
ਤੇ ਬਹੁਤ ਚੰਗਾ ਲੱਗਦਾ ਹੈ ਔਰ ਤੁਸੀਂ ਬਹੁਤ ਵਧੀਆ ਗੱਲ ਕਰਦੇ ਹੋ, ਬਹੁਤ ਲੋਕਾਂ ਨਾਲ ਮਿਲ ਜੁਲ ਕੇ ਕੰਮ ਕਰਦੇ ਹੋ। ਪਹਿਲਾਂ ਤਾਂ ਸ਼ੁਭਕਾਮਨਾਵਾਂ ਦਿੰਦੇ ਆ ਕਿ ਤੁਸੀਂ ਇਸ ਵਾਰੀ ਵੀ ਵਿਨ ਕਰਕੇ ਅੱਗੇ ਨੂੰ ਵਧੀਆ ਤਰੀਕੇ ਨਾਲ ਤੇ ਲੋਕਾਂ ਲਈ ਹੋਰ ਚੰਗੇ ਕੰਮ ਜਿਹੜੇ ਆ ਉਹ ਕਰਦੇ ਜਾਓ। ਤੇ ਹੁਣ ਪਾਰਟੀਆਂ ਬਾਰੇ ਕੋਈ ਗੱਲਾਂ ਬਾਤਾਂ ਇਸ ਤਰ੍ਹਾਂ ਕਰਾਂਗੇ ਸਾਂਝੀਆਂ। ਤੁਸੀਂ ਸਿਆਸਤ ਦੇ ਵਿੱਚ ਜਦੋਂ ਆਏ ਹੋ ਹਾਂਜੀ। ਤੇ ਤੁਹਾਡੀ ਕੀ ਫੀਲਿੰਗ ਸੀਗੀ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ ਕਿਵੇਂ ਸਰਵ ਕਰਨਾ ਚਾਹੁੰਦੇ ਹੋ? ਦੇਖੋ, ਜਿਸ ਤਰ੍ਹਾਂ ਹੀ ਤੁਸੀਂ ਕਹਿ ਰਹੇ ਸੀਗੇ ਵੀ ਹੁਣ ਆਪਾਂ ਦੇਖ ਰਹੇ ਹੈਗੇ ਹਾਂ, ਤੇ ਇੱਕ ਮੈਂ ਪਾਕਿਸਤਾਨੀ ਪ੍ਰੋਗਰਾਮ ਤੇ ਵੀ ਕੱਲ ਪਤਾ ਨਹੀਂ ਪਰਸੋਂ ਗਈ ਸੀਗੀ, ਐਂਡ ਉੱਥੇ ਵੀ ਇਹੀ ਜ਼ਿਕਰ ਹੋ ਰਿਹਾ ਸੀ ਵੀ ਉਹਨਾਂ ਦੀ ਕਮਿਊਨਿਟੀ ਚੋਂ ਵੀ ਪਾਕਿਸਤਾਨੀ ਪੰਜਾਬੀ ਕਮਿਊਨਿਟੀ ਆਪਣੀ ਜਿਹੜੀ ਪਾਕਿਸਤਾਨ ਮਿਲਣੀ ਹੈਗੀ ਆ, ਸਾਡੇ ਮੈਂਬਰ ਆਫ ਪਾਰਲੀਮੈਂਟ ਜ਼ਿਆਦਾ ਫੀਮੇਲਸ ਹੈਗੀਆਂ ਨੇ, ਐਂਡ ਆਪਾਂ ਦੇਖ ਸਕਦੇ ਹਾਂ ਵੀ ਪਾਕਿਸਤਾਨ ਤੇ ਇੰਡੀਆ ਦੀ ਦੋਨਾਂ ਦੀ ਪੈਟਰੀਆਰਟਿਕ ਸੋਸਾਇਟੀ ਹੈਗੀ ਆ ਵੈਸੇ, ਪਰ ਇੱਥੇ ਵੀ ਕਾਫੀ ਲੀਡ ਕਰ ਰਹੀਆਂ ਹੈਗੀਆਂ ਨੇ ਆਪਣੀ ਔਰਤਾਂ। ਸੋ ਇਹ ਵੀ ਮੇਰੀ ਇੱਕ ਖੁਆਇਸ਼ ਸੀਗੀ ਉਸ ਟਾਈਮ ਤੇ, ਕਿਉਂਕਿ ਆਪਣੇ ਮੈਂਬਰ ਆਫ ਪਾਰਲੀਮੈਂਟ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚੋਂ ਔਰਤਾਂ ਬਹੁਤ ਘੱਟ ਸੀਗੀਆਂ, ਯੰਗ ਰੈਪਰੈਜ਼ੈਂਟੇਟਿਵ ਵੀ ਘੱਟ ਸੀਗੇ ਉਸ ਟਾਈਮ ਤੇ, ਐਂਡ ਜੋ ਆਪਣੀ ਬੋਲੀ ਦੇ ਵਿੱਚ ਵੀ ਗੱਲ ਕਰ ਸਕਦੇ ਹੈਗੇ ਆ, ਸਾਊਥ ਏਸ਼ੀਅਨ ਲੈਂਗੁਏਜਸ ਦੇ ਵਿੱਚ ਬੋਲ ਸਕਦੇ ਹੈਗੇ ਆ, ਲੋਕਾਂ ਨਾਲ ਕਮਿਊਨੀਕੇਟ ਕਰ ਸਕਦੇ, ਪਰ ਫਿਰ ਵੀ ਇਫੈਕਟਿਵਲੀ ਇੰਗਲਿਸ਼ ਦੇ ਵਿੱਚ ਵੀ ਆਟਵਾ ਜਾਣਾ ਉਹ ਵੀ ਬਹੁਤ ਜ਼ਰੂਰੀ ਹੈਗਾ ਵੀ ਤੁਸੀਂ ਕਮਿਊਨੀਕੇਟ ਕਰ ਪਾਵੋ, ਐਂਡ ਆਈ ਥਿੰਕ ਉਹਦੀ ਲੋੜ ਸੀਗੀ, ਐਂਡ ਸੋ ਦੈਟ ਰੀਲੀ ਇਨਕਰੇਜਡ ਮੀ ਟੂ ਸਟੈਪ ਫਾਰਵਰਡ, ਕਿਉਂਕਿ ਮੈਂ ਚਾਹੁੰਦੀ ਸੀਗੀ ਵੀ youth ਲਈ ਵੀ ਕੋਈ motivation ਹੋਵੇਗਾ। we want to make sure ਵੀ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਆਪਾਂ ਕਈ ਵਾਰ ਦੇਖਦੇ ਹੈਗੇ ਆ ਵੀ ਮੋਸਟਲੀ ਸੀਨੀਅਰਸ ਹੀ ਪੋਲਿਟਿਕਸ ਦੇ ਵਿੱਚ ਹੁੰਦੇ ਹੈਗੇ ਨੇ, ਐਂਡ ਕਾਫੀ ਯੂਥ ਨਾਲ ਵੀ ਜਦੋਂ ਮੈਂ ਉੱਥੇ ਜਾ ਕੇ ਗੱਲਬਾਤ ਕੀਤੀ ਉਹ ਕਹਿੰਦੇ ਸਾਡੇ ਲਈ ਤਾਂ ਇੱਥੇ ਮੌਕਾ ਨਹੀਂ ਹੈਗਾ, ਇਸ ਤਰ੍ਹਾਂ ਦੀ ਓਪਰਚੁਨਿਟੀ ਨਹੀਂ ਹੈਗੀ, ਅਨਲੈਸ ਤੁਹਾਡੀ ਫੈਮਿਲੀ ਪੋਲੀਟਿਕਲੀ ਇਨਵੋਲਵਡ ਹੈਗੀ ਆ, ਆਲਰੇਡੀ ਪੋਲਿਟਿਕਸ ਦੇ ਵਿੱਚ ਹੈਗੀ ਆ, ਜਾਂ ਉਹਨਾਂ ਨੇ ਕੋਈ ਕੁਰਸੀ ਹਾਸਲ ਕੀਤੀ ਹੋਈ ਆ। ਇੱਥੇ ਇਸ ਤਰ੍ਹਾਂ ਨਹੀਂ ਹੈਗਾ, ਇੱਥੇ ਕਾਫੀ ਓਪਰਚੁਨਿਟੀਜ਼ ਨੇ, ਪਰ ਜਿੰਨਾ ਚਿਰ ਬੱਚੇ ਆਪਦੇ ਆਪ ਨੂੰ ਦੇਖਦੇ ਨਹੀਂ ਹੈਗੇ ਉਹਨਾਂ ਪੋਜੀਸ਼ਨਾਂ ਦੇ ਵਿੱਚ, ਉਹਨਾਂ ਚਿਰ ਉਹ ਸੋਚ ਨਹੀਂ ਪਾਉਂਦੇ ਹੈਗੇ ਵੀ ਅਸੀਂ ਇਹ ਚੀਜ਼ ਕਰ ਪਾਉਂਦੇ ਹੈਗੇ। ਸੋ I think that was my motivation really to get in so that ਜਿਹੜੀ ਸਪੇਸ ਹੈਗੀ ਆ ਉਹਨੂੰ ਮੈਂ ਆਕਿਊਪਾਈ ਕਰ ਸਕਾਂ, ਜੋ ਜਿੰਨੇ ਵੀ ਅਸੀਂ ਜ਼ਿਆਦਾ ਜਾਵਾਂਗੇ ਉਨਾ ਹੀ ਆਪਣਾ ਜਿਹੜਾ ਡਾਈਵਰਸ ਓਪੀਨੀਅਨਸ ਹੈਗੇ ਨੇ ਉਹ ਕੈਬਨਿਟ ਦੇ ਵਿੱਚ ਜਾਂ ਕਾਕਸ ਦੇ ਵਿੱਚ ਉਹ ਰੇਜ਼ ਕੀਤੇ ਜਾਣਗੇ। ਸੋ ਦੈਟਸ ਇੰਪੋਰਟੈਂਟ। ਇਹਦੇ ਨਾਲ ਹੀ ਜੁੜਦਾ ਸਵਾਲ ਰੂਬੀ ਇਹ ਹੈਗਾ ਕਿ ਮੈਨੂੰ ਯਾਦ ਹੈ ਕਿ 2015 ਦੇ ਵਿੱਚ ਗਿੱਲ ਸਾਹਿਬ ਵੀ ਮੇਰੇ ਨਾਲ ਸੀਗੇ, ਹੋਰ ਵੀ ਪੱਤਰਕਾਰ ਸੀਗੇ, ਜਿਵੇਂ ਰਿਜ਼ਲਟ ਆਉਣੇ ਸੀਗੇ ਤਾਂ ਅਸੀਂ ਦੇਖ ਕੇ ਵੀ ਇਹ ਕਿਵੇਂ ਕਿਵੇਂ ਹੋ ਰਿਹਾ ਹੈਗਾ ਇਲੈਕਸ਼ਨ ਦਾ ਐਨਾਲਿਸਿਸ ਕਰੀਦਾ, ਤਾਂ ਉਦੋਂ ਵੈਸੇ ਜਿਹੜੀ ਬਹੁਤੀ ਪਹਿਲਾਂ ਵੇਵ ਸੀਗੀ ਨਾ ਉਹ ਐਨਡੀਪੀ ਦੀ ਸੀਗੀ 2015 ਦੇ ਵਿੱਚ, ਔਰ ਉਹ ਜਦੋਂ ਟਰੂਡੋ ਸਾਹਿਬ ਇੱਥੇ ਆਏ ਆ ਬਰੈਂਪਟਨ ਦੇ ਵਿੱਚ ਜੀਟੀਏ 'ਚ ਜਦੋਂ ਉਹਨਾਂ ਨੇ ਚੱਕਰ ਮਾਰਿਆ ਤਾਂ ਫਿਰ ਉਸ ਤੋਂ ਬਾਅਦ ਲਾਲੋ ਲਾਲ ਹੋ ਗਿਆ ਸਾਰਾ ਕੈਨੇਡਾ, ਤੇ ਉਹਦੇ ਵਿੱਚ ਜਦੋਂ ਤੁਹਾਡਾ ਡਿਕਲੇਅਰ ਹੋਇਆ ਤੇ ਅਸੀਂ ਉੱਥੇ ਬੜੇ ਮਾਣ ਨਾਲ ਕਿਹਾ ਸੀਗਾ ਕਿ ਇਹ ਬੜੇ ਫਖਰ ਵਾਲੀ ਗੱਲ ਹੈ ਕਿ ਸਾਡੀਆਂ 3 ਪੰਜਾਬਣ ਧੀਆਂ ਜਿਹੜੀਆਂ ਹੈਗੀਆਂ ਉਹ ਪਾਰਲੀਮੈਂਟ ਦੀ ਗਈਆਂ ਹੈਗੀਆਂ। ਤੁਸੀਂ ਵੀ ਕਿਉਂਕਿ ਜਿਹੜੀ ਤੁਹਾਡੀ ਕੰਸਟੀਚੁਐਂਸੀ ਆ ਉਹ ਵੀ ਪਹਿਲਾਂ ਇੱਕ ਮੇਲ ਮੈਂਬਰ ਜਿਹੜੇ ਰਿਪਰੈਜ਼ੈਂਟ ਕਰਦੇ ਸੀਗੇ, ਸੋ ਬਾਕੀਆਂ ਬਾਰੇ ਤਾਂ ਅਸੀਂ ਨਹੀਂ ਕਰਦੇ, ਪਰ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿ ਤੁਸੀਂ ਇੱਕ ਫੀਮੇਲ ਦੇ ਤੌਰ ਦੇ ਉੱਤੇ ਜਨਰਲ ਕੰਪੈਰੀਜ਼ਨ ਤੁਸੀਂ ਜਦੋਂ ਕਰਦੇ ਹੋ ਤਾਂ ਮੇਲਸ ਨਾਲੋਂ ਤੁਸੀਂ ਕਿਵੇਂ ਬੈਟਰ ਪਰਫਾਰਮ ਕਰਦੇ ਹੋ? ਹਾਂਜੀ, ਦੇਖੋ ਪਰਫਾਰਮੈਂਸ ਤਾਂ ਸਾਰਿਆਂ ਦੀ ਚਲੋ ਹਰ ਇੱਕ ਬੰਦਾ ਕੇਪੇਬਲ ਹੈਗਾ, ਮੈਂ ਨਹੀਂ ਕਹਿੰਦੀ ਮੈਨ ਵੀ ਕੇਪੇਬਲ ਨੇ, ਔਰਤਾਂ ਵੀ ਕੇਪੇਬਲ ਹੈਗੀਆਂ ਨੇ, ਪਰ ਕਈ ਵਾਰ ਤੁਹਾਡਾ ਜਿਹੜਾ ਨਜ਼ਰੀਆ ਹੁੰਦਾ ਚੀਜ਼ਾਂ ਨੂੰ ਇਸ਼ੂਜ਼ ਨੂੰ ਦੇਖਣ ਦਾ, ਤੁਹਾਡੀ ਜਿਹੜੀ ਕੰਪੈਸ਼ਨ ਹੁੰਦੀ ਹੈਗੀ ਆ ਜਾਂ ਤੁਸੀਂ ਰਿਲੇਟ ਕਰ ਸਕਦੇ ਹੈਗੇ ਹੋ। ਹੁਣ ਬਹੁਤ ਜਿਹੜੀਆਂ ਆਪਣੀਆਂ ਬੀਬੀਆਂ ਹੈਗੀਆਂ ਨੇ ਉਹ ਕਾਫੀ ਕੰਫਰਟੇਬਲ ਫੀਲ ਕਰਦੀਆਂ ਹੈਗੀਆਂ ਨੇ ਮੇਰੇ ਕੋਲ ਕੱਲੀਆਂ ਆਉਣ ਦੇ ਵਿੱਚ, ਗੱਲਬਾਤ ਆਪਦੀ ਸੁਣਾਉਂਦੀਆਂ ਹੈਗੀਆਂ ਨੇ ਕਿ ਉਹਨਾਂ ਦੀ ਪਰੇਸ਼ਾਨੀ ਹੈਗੀ ਆ, ਪਰ ਆਈ ਥਿੰਕ ਜਿਹੜਾ ਮੇਲ ਮੈਂਬਰ ਆਫ ਪਾਰਲੀਮੈਂਟ ਹੈਗਾ ਉਹ ਕਈ ਵਾਰ ਉਹਦੇ ਕੋਲ ਨਹੀਂ ਜਾਂਦੇ ਹੈਗੇ, ਸੋ ਹੋਰਾਂ ਰਾਈਡਿੰਗਸ ਦੇ ਵਿੱਚੋਂ ਵੀ ਕਈ ਵਾਰ ਆਉਂਦੇ ਹੈਗੇ ਨੇ, ਐਂਡ ਆਈ ਥਿੰਕ ਇਟਸ ਇੰਪੋਰਟੈਂਟ ਵੀ ਉਹਨਾਂ ਦੀ ਗੱਲ ਵੀ ਸੁਣੀ ਜਾਵੇ, ਉਹਨਾਂ ਨੂੰ ਫੀਲ ਹੋਵੇ ਵੀ ਹਾਂ ਮੈਨੂੰ ਮੇਰੇ ਨਾਲ ਉਹ ਮੈਂ ਸਮਝ ਸਕਦੇ ਹੈਗੇ ਆ ਮੇਰੀ ਮੁਸ਼ਕਿਲ ਕੀ ਹੈਗੀ ਆ, ਐਂਡ ਸੋ ਦੈਟਸ ਵਾਈ ਵੀ ਡੂ ਨੀਡ equal representation of both genders because it is very important। ਜੋ ਮੈਂ ਇਹ ਨਹੀਂ ਕਹਿੰਦੀ ਵੀ ਹਰ ਇੱਕ ਔਰਤ ਇਕੁਅਲੀ ਸੋਚਦੀ ਹੈਗੀ ਆ ਜਾਂ ਸਾਰਿਆਂ ਦੀ ਸੋਚ ਇੱਕੋ ਹੈਗੀ ਆ, ਆਦਮੀਆਂ ਦੀ ਵੀ ਇੱਕੋ ਹੀ ਨਹੀਂ ਹੁੰਦੀ ਹੈਗੀ ਸਾਰਿਆਂ ਦੀ ਸੋਚ, ਹੈ ਨਾ, ਪਰ ਜਿੰਨੇ ਵੀ ਜ਼ਿਆਦਾ ਹੋਵਾਂਗੇ ਉਨੀ ਡਾਈਵਰਸਿਟੀ ਸੋਚ ਦੀ ਹੋਊਗੀ, ਸੋ ਦੈਟਸ ਇੰਪੋਰਟੈਂਟ। ਅੱਛਾ, ਮੈਂ ਰੂਬੀ ਤੁਹਾਡੇ ਕੋਲ ਜਾਣਨਾ ਚਾਹੂੰਗਾ, ਤੁਸੀਂ ਹੁਣ ਤੀਜੀ ਵਾਰ ਜਾ ਰਹੇ ਹੋ, 2 ਟਰਮ, ਇੱਕ ਪੂਰੀ ਤੇ ਇੱਕ ਅੱਧੀ ਰਹਿ ਗਈ,
ਕਿਹੋ ਜਿਹਾ ਐਕਸਪੀਰੀਅੰਸ ਰਿਹਾ ਕਾਕਸ 'ਚ? ਕਿਸ ਤਰ੍ਹਾਂ ਦਾ ਤੁਸੀਂ ਜਾ ਕੇ, ਜਿਸ ਤਰ੍ਹਾਂ ਨਵੇਂ ਆਈਡੀਆਜ਼ ਲੈ ਕੇ ਗਏ, ਯੰਗ ਲੋਕ ਤੁਸੀਂ ਜਾਂਦੇ ਹੋ, ਤੁਹਾਡੀ ਉੱਥੇ ਕਿਸ ਤਰ੍ਹਾਂ ਸੁਣਵਾਈ ਹੁੰਦੀ ਆ, ਟੀਮ ਕਿਸ ਤਰ੍ਹਾਂ ਉੱਥੇ ਵਰਕ ਕਰਦੀ ਆ, ਇੰਡੀਵਿਜੂਅਲੀ ਤੁਸੀਂ ਕਿਸ ਤਰ੍ਹਾਂ ਦੀ ਪਰਫਾਰਮੈਂਸ ਹੁੰਦੀ? ਤੁਸੀਂ ਆਪਣਾ ਐਕਸਪੀਰੀਅੰਸ ਸਾਡਾ ਥੋੜਾ ਸ਼ੇਅਰ ਕਰੋ ਕਿ ਕਿਸ ਤਰ੍ਹਾਂ ਦੀਆਂ ਤੁਸੀਂ ਡਿਫਿਕਲਟੀ ਫੇਸ ਕੀਤੀਆਂ ਔਰ ਕਿਸ ਤਰ੍ਹਾਂ ਦੇ ਜਿਹੜੇ ਮੁੱਦੇ ਸੀ ਪਬਲਿਕ ਦੇ, ਜਿਹੜੇ ਤੁਹਾਨੂੰ ਲੱਗਦਾ ਸੀ ਕਿ ਮੇਰੀ ਜਿਹੜੀ ਕੰਸਟੀਚੁਐਂਸੀ ਉਹਦੇ ਜਾਂ ਮੇਰੀ ਕਮਿਊਨਿਟੀ ਦੇ ਮੁੱਦੇ ਨੇ, ਉਹ ਹਾਈਲਾਈਟ ਕਰਨ ਦਾ ਤੁਹਾਨੂੰ ਮੌਕਾ ਮਿਲਦਾ? ਕਿਉਂਕਿ ਕੈਬਨਿਟ 'ਚ ਤੇ ਤੁਸੀਂ ਮੇਰੇ ਖਿਆਲ ਨਹੀਂ ਗਏ, ਕਾਕਸ 'ਚ ਜ਼ਰੂਰ ਗੱਲਾਂ ਬਾਤਾਂ ਹੁੰਦੀਆਂ ਹੋਣਗੀਆਂ, ਤੇ ਤੁਹਾਨੂੰ ਕਿਸ ਤਰ੍ਹਾਂ ਦੀ ਉੱਥੇ ਰਿਪਰੈਜ਼ੈਂਟੇਸ਼ਨ ਕਰਨ ਦਾ ਮੌਕਾ ਮਿਲਦਾ ਤੇ ਕੀ ਤੁਹਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਕਿਸ ਤਰ੍ਹਾਂ ਉਹਨੂੰ ਲੈਂਦੀ ਹੈ ਸਾਰੀਆਂ ਚੀਜ਼ਾਂ? 2015 ਦੇ ਵਿੱਚ ਜਦੋਂ ਪਾਰਲੀਮੈਂਟ ਦਾ ਪਹਿਲਾ ਦਿਨ ਸੀਗਾ ਸੈਸ਼ਨ ਦਾ, ਉਸ ਦਿਨ ਮੈਂ ਰਿਪਲਾਈ ਦਿੱਤੀ ਸੀਗੀ ਜਿਹੜੀ ਥਰੋਨ ਸਪੀਚ ਦੀ ਹੈਗੀ ਆ। ਸੋ ਆਈ ਵਾਸ ਦ ਫਰਸਟ ਰਿਪਲਾਇਰ ਟੂ ਦ ਥਰੋਨ ਸਪੀਚ। ਸੋ ਪਹੁੰਚਣ ਸਾਰ ਹੀ ਮੇਰੀ ਕੋਸ਼ਿਸ਼ ਇਹੀ ਸੀਗੀ ਵੀ ਮੈਂ ਇੱਕ ਐਕਟਿਵ ਮੈਂਬਰ ਆਫ ਪਾਰਲੀਮੈਂਟ ਬਣ ਕੇ ਰਹਾਂ। ਮੈਂ ontario ਕਾਕਸ ਦੀ ਚੇਅਰ ਵੀ ਰਹੀ ਹੈਗੀ ਆ। ਸੋ ਜੋ ontario ਕਾਕਸ ਦੇ ਸਾਡੇ ਸਭ ਤੋਂ ਵੱਡੀ ਕਾਕਸ ਹੈਗੀ ਆ, ਸਭ ਤੋਂ ਸਟਰੋਂਗ ਕਾਕਸ ਹੈਗੀ ਆ, ਜਿਹੜੀ ਰੀਜਨਲ ਕਾਕਸਿਸ ਦੇ ਵਿੱਚੋਂ ਸਾਡਾ ਰੋਲ ਹੁੰਦਾ ਹੈਗਾ ਵੀ ਫਿਰ ਜਦੋਂ ਅਸੀਂ ਨੈਸ਼ਨਲ ਕਾਕਸ ਜਿੱਥੇ ਪ੍ਰਾਈਮ ਮਿਨਿਸਟਰ ਹੁੰਦੇ ਹੈਗੇ ਆ ਵੀ ontario ਦੀਆਂ ਕੀ ਲੋੜਾਂ ਹੈਗੀਆਂ ਨੇ ਉਹਨਾਂ ਨੂੰ ਐਡਰੈਸ ਕਰਨਾ, ਪ੍ਰਾਈਮ ਮਿਨਿਸਟਰ ਨੂੰ ਐਕਸਪਲੇਨ ਕਰਨਾ, ਕੈਬਨਿਟ ਨੂੰ ਵੀ ਸਾਡੀ ontario ਦੀ ਜਿਹੜੀ ਕਾਕਸ ਆ ਉਹ ਕੀ ਚਾਹੁੰਦੀ ਹੈਗੀ ਆ। So that was a very good opportunity for me, and I would say that ਮੇਰੇ ਕਾਕਸ colleagues ਨੇ elect ਕਰਕੇ ਮੈਨੂੰ ਉਹ ਰੋਲ ਦਿੱਤਾ ਹੈਗਾ, ਉਹ ਇੱਕ appointed role ਨਹੀਂ ਹੈਗਾ। So I'm very proud that ਕੁਝ ਰੋਲਸ ਹੈਗੇ ਨੇ ਜਿਹੜੇ ਅਪੁਆਇੰਟਡ ਹੁੰਦੇ ਨੇ, ਪਰ ਜਿਹੜੇ ਇਸ ਤਰ੍ਹਾਂ ਦੇ ਕਾਕਸ ਲੀਡਰਸ਼ਿਪ ਦੇ ਰੋਲ ਹੁੰਦੇ ਆ ਉਹ ਕਾਕਸ ਹੀ ਤੁਹਾਨੂੰ ਸਿਲੈਕਟ ਕਰਦਾ ਹੈਗਾ ਆ। ਸੋ ਕਾਕਸ ਦੇ ਵਿੱਚ ਮੇਰੀਆਂ ਬਹੁਤ ਹੀ ਚੰਗੀਆਂ ਰਿਲੇਸ਼ਨਸ਼ਿਪਸ ਰਹੀਆਂ ਹੈਗੀਆਂ ਨੇ, ਐਂਡ ਆਈ ਥਿੰਕ ਦੈਟਸ ਵੈਰੀ ਇੰਪੋਰਟੈਂਟ। ਆਪੋਜੀਸ਼ਨ ਪਾਰਟੀ ਦੇ ਮੈਂਬਰਸ ਨਾਲ ਵੀ ਮੇਰੀ ਕਾਫੀ ਬਣਦੀ ਹੈਗੀ ਆ, ਐਂਡ ਉਹ ਵੀ ਬਹੁਤ ਜ਼ਰੂਰੀ ਹੁੰਦਾ ਹੈਗਾ ਜਦੋਂ ਤੁਸੀਂ ਕਮੇਟੀਜ਼ ਦੇ ਵਿੱਚ ਕੰਮ ਕਰਨਾ ਹੈਗਾ, ਕੋਈ ਵੀ ਕੰਪਰੋਮਾਈਜ਼ ਕਰਨਾ ਹੈਗਾ, ਸਮਝੌਤਾ ਕਰਨਾ ਹੈਗਾ। ਉਸ ਤਰ੍ਹਾਂ ਦਾ ਇਨਸਾਨ ਚਾਹੀਦਾ ਜਿਹੜਾ ਅਕ੍ਰੋਸ ਦਾ ਆਇਲ ਵੀ ਰੀਚ ਕਰਕੇ ਕੋਈ ਨਾ ਕੋਈ ਸੋਲੂਸ਼ਨ ਲੱਭ ਸਕਦਾ ਹੈਗਾ। ਐਂਡ ਇਹੀ ਮੇਰੀ ਕੋਸ਼ਿਸ਼ ਹੈਗੀ ਹੈ ਵੀ ਡਿਫਰੈਂਟ ਲੈਵਲਸ ਦੇ ਨਾਲ ਵੀ ਆਪਣੀ ਰਾਈਡਿੰਗ ਦੇ ਵਿੱਚ ਵੀ, ਭਾਵੇਂ ਇੱਕ NDP MPP ਹੈਗਾ ਮੇਰੀ ਰਾਈਡਿੰਗ ਦੇ ਵਿੱਚ, ਉਹਦੇ ਨਾਲ ਵੀ ਮੇਰੇ ਰਿਲੇਸ਼ਨਸ਼ਿਪ ਵਧੀਆ ਹੈਗੀ ਆ। ਅਸੀਂ ਇਸ਼ੂਜ਼ ਤੇ ਗੱਲਬਾਤ ਕਰਦੇ ਹੈਗੇ ਇੱਕ ਦੂਜੇ ਨਾਲ। ਮਿਊਨਿਸਪਲ ਲੈਵਲ ਤੇ ਵੀ ਆਪਣੇ ਮੇਅਰ, ਆਪਣੇ ਕਾਉਂਸਲਰਸ, ਵੀ ਹੈਵ ਅ ਵੈਰੀ ਗੁੱਡ ਰਿਲੇਸ਼ਨਸ਼ਿਪ। ਐਂਡ ਇਹੀ ਮੇਰੀ ਕੋਸ਼ਿਸ਼ ਹੈਗੀ ਵੀ ਹਰ ਇੱਕ ਲੈਵਲ ਦੀ ਪ੍ਰੋਬਲਮ ਜਦੋਂ ਮੇਰੇ ਕੋਲ ਆਉਂਦੀ ਆ ਮੈਂ ਝਟ ਕਿਸੇ ਨੂੰ ਫੋਨ ਪਿਕ ਕਰਕੇ ਉਹਨਾਂ ਨੂੰ ਸਮਝਾ ਸਕਾਂ ਵੀ ਇਹ ਪ੍ਰੋਬਲਮ ਹੈਗੀ ਹੈ ਤੇ ਉਹਦਾ ਕੋਈ ਰਿਜ਼ਲਟ ਨਿਕਲ ਸਕੇ। ਕਿਉਂਕਿ ਜਿਹੜਾ ਮੈਂਬਰ ਪਾਰਲੀਮੈਂਟ ਨੇ ਵੈਸੇ ਬੇਸਿਕਲੀ ਤੇ ਅਸੀਂ ਉਹਨੂੰ ਲਾ ਮੇਕਰ ਕਹਿੰਦੇ ਆ ਵੀ ਉਹਨਾਂ ਦਾ ਕੰਮ ਮੇਨ ਤੇ ਕੰਮ ਇਹ ਆ ਕਿ ਉੱਥੇ ਤੁਸੀਂ ਲਾਭ ਕਰਾਦੇ ਅਗਲੀ ਵੇਖਣਾ ਹੈ। ਪਰ ਕਿਉਂਕਿ ਸਾਡੀ ਕਮਿਊਨਿਟੀ ਦੀਆਂ, ਕਿਉਂਕਿ ਅਸੀਂ ਬਹੁਤ ਮਤਲਬ ਇੱਕ ਸੰਦੇ ਭਾਵੇਂ ਇਮੀਗ੍ਰੈਂਟ ਜਿੰਨੇ ਨੇ ਨਾ ਜੀ, ਭਾਵੇਂ ਇਸ ਕੰਟਰੀ ਜਾ ਕੇ ਰਚ ਵਿੱਚ ਗਏ ਆ, ਸਾਰਾ ਕੁਝ ਸਾਡਾ ਆਪਣਾ ਕੰਟਰੀ ਹੈ, ਹੁਣ ਇੱਥੋਂ ਦੇ ਸਿਟੀਜ਼ਨ ਆ, ਪਰ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਸਾਨੂੰ ਸਾਡੀ ਜਿਹੜੇ ਬੈਕ ਹੋਮ ਆ ਉਹਦੀਆਂ ਸਮੱਸਿਆਵਾਂ ਨਾਲ ਹੁੰਦੀਆਂ ਨੇ, ਸਾਡੀ ਫੈਮਿਲੀਜ਼ ਉੱਥੇ ਨੇ। ਆਪਾਂ ਹੁਣ ਤਾਂ ਹਾਲਾਤ ਇਹ ਆ ਕਿ ਖਾਸ ਕਰਕੇ ਆਪਣੀ ਕਮਿਊਨਿਟੀ ਜਿਹੜੀ ਆ ਸਿੱਖ ਕਮਿਊਨਿਟੀ, ਇੱਕ ਮੈਂਬਰ ਸਾਡਾ ਆਸਟ੍ਰੇਲੀਆ ਬੈਠਾ, ਦੂਜਾ ਨਿਊਜ਼ੀਲੈਂਡ ਹੈ, ਤੀਜਾ ਕੈਨੇਡਾ ਹੈ, ਚੌਥਾ ਇੰਡੀਆ ਬੈਠਾ। ਸਾਡੀਆਂ ਪ੍ਰੋਬਲਮ ਦੂਜਿਆਂ ਨੂੰ ਡਿਫਰੈਂਟ ਨੇ ਤੇ ਕਈ ਵਾਰ ਇਦਾਂ ਲੱਗਦਾ ਹੈ ਕਿ ਲੋਕ ਜਦੋਂ ਐਥਨਿਕ ਰੇਡੀਓਜ਼ ਤੇ ਟੀਵੀ ਤੇ ਅਸੀਂ ਗੱਲਾਂ ਕਰਦੇ ਆ ਤੇ ਸੁਣਦੇ ਆ, ਲੋਕਾਂ ਦੀਆਂ ਕਾਲ ਲੈਂਦੇ ਆ ਤੇ ਉਹ ਕਹਿੰਦੇ ਸਾਡੇ ਮੈਂਬਰ ਪਾਰਲੀਮੈਂਟ ਦਾ ਕੰਮ ਹੀ ਕੋਈ ਨਹੀਂ, ਜਿਹੜੇ ਭੋਗ ਤੇ ਚੱਲ ਗਏ, ਵਿਆਹਾਂ ਤੇ ਚੱਲ ਗਏ, ਲੋਕਾਂ ਨੂੰ ਖੁਸ਼ ਕਰ ਲਿਆ, ਜਿਹੜੇ ਕੰਮ ਲਈ ਇਹਨਾਂ ਨੂੰ ਅਸੀਂ ਚੁਣ ਕੇ ਭੇਜਿਆ ਉਹ ਤੇ ਕਰਦੇ ਹੀ ਕੁਝ ਨਹੀਂ। ਤੁਸੀਂ ਥੋੜਾ ਜਿਹਾ ਆਪਣਾ ਐਕਸਪੀਰੀਅੰਸ ਮੈਂ ਤਾਂ ਕਹਿ ਰਿਹਾ ਕਿ ਤੁਹਾਨੂੰ ਇਹ ਡਬਲ ਕੰਮ ਕਰਨਾ ਪੈਂਦਾ। ਮੈਂ ਸਮਝਦਾ ਕਿ ਇਹ ਤੁਹਾਡੀ ਸਗੋਂ ਸ਼ਾਬਾਸ਼ੀ ਤੇ ਨਹੀਂ ਬਣਦੀ ਹੈ ਕਿ ਤੁਸੀਂ ਆਪਣੇ ਉਸ ਕੰਮ ਤੋਂ ਜਿਹਦੇ ਲਈ ਤੁਹਾਨੂੰ ਭੇਜਿਆ ਉਸ ਤੋਂ ਇਲਾਵਾ ਲੋਕਾਂ ਦੇ ਦੁੱਖ ਦਰਦਾਂ ਸ਼ਾਮਲ ਹੁੰਦੇ ਹੋ। ਮੈਨੂੰ ਲੋੜ ਪੈਂਦੀ ਆ ਕਿ ਮੇਰੀ ਮਦਰ ਉੱਥੇ ਬੈਠੇ ਆ, ਉਹਨਾਂ ਨੇ ਆਉਣਾ ਤੇ ਮੈਂ ਦੌੜ ਕੇ ਜਾਣਾ, ਰੂਬੀ ਨੂੰ ਚਿੱਠੀ ਲਿਖ ਦਿਓ ਇੱਕ, ਤੁਸੀਂ ਉਸੇ ਵੇਲੇ ਹੈਲਪ ਕਰਦੇ ਹੋ, ਸਾਰੇ ਕਰਦੇ ਆ, ਬਾਕੀ ਵੀ ਕਰਦੇ ਆ, ਤੁਸੀਂ ਖਾਸ ਕਰਕੇ। ਮੈਂ ਆਪਣੇ ਪਰਸਨਲ ਐਕਸਪੀਰੀਅੰਸ ਸ਼ੇਅਰ ਕਰ ਸਕਦਾ। ਮੇਰੀ ਬੇਟੀ ਨੇ ਸਪੇਨ ਤੋਂ ਆਉਣਾ ਸੀ, ਜਦੋਂ ਮੈਨੂੰ ਯਾਦ ਹੈ ਸਿਮਰ ਗਈ ਸੀ ਤੁਹਾਡੇ ਕੋਲ, ਪਰਸਨਲ ਗੱਲ ਕਰਨੀ ਚਾਹੀਦੀ ਸੀ ਕੋਈ ਨਹੀਂ ਆਪਾਂ ਪਰਿਵਾਰਕ ਮਾਹੌਲ 'ਚ ਬੈਠੇ ਆ, ਐਸੀ ਕੋਈ ਗੱਲ ਨਹੀਂ। ਤਾਂ ਤੁਸੀਂ ਕਿਹਾ ਉਹ ਤੁਹਾਡੇ ਕਮਲ ਹੈ, ਤੁਸੀਂ ਉੱਥੇ ਕਿਉਂ ਨਹੀਂ ਗਏ? ਤੇ ਉਹਨੂੰ ਲੱਗਿਆ ਹੋਊਗਾ ਨਹੀਂ ਮੈਂ ਰੂਬੀ ਕੋਲ ਜਾ ਕੇ ਕਰਾਉਣਾ, ਤੁਸੀਂ ਬੜਾ ਉਹਨੂੰ ਸੀਰੀਅਸਲੀ ਲਿਆ ਔਰ ਰਾਈਟ ਟਾਈਮ ਤੇ ਤੁਸੀਂ ਬੈਕ ਕਾਲ ਕਰਕੇ ਦੱਸਿਆ ਕਿ ਇਹ ਤੁਹਾਡੀ ਪ੍ਰੋਬਲਮ ਹੈ, ਪੇਪਰ ਨਹੀਂ ਹੈ ਜਾਣਾ। ਇਹ ਹੈਲਪ ਦੀ ਬਹੁਤ ਲੋੜ ਹੁੰਦੀ ਸਾਡੀ ਲੋਕਾਂ ਨੂੰ। ਅਸੀਂ ਲੱਖ ਕੀ ਜਾਈਏ ਕਿ ਮੈਂਬਰ ਪਾਰਲੀਮੈਂਟ ਦਾ ਕੰਮ ਲੈਜਿਸਲੇਟਿਵ ਲੈ ਕੇ ਆਉਣਾ ਹੈ, ਪਰ ਜਿਹੜੇ ਇਹ ਕੰਮ ਨੇ ਕਮਿਊਨਿਟੀ ਦੇ, ਜਿਹੜੀ ਸਾਡੀ ਆਵਾਜ਼ ਪਹੁੰਚਾਉਣੀ, ਨਿੱਕੇ ਨਿੱਕੇ ਕੰਮ ਜਿਹੜੇ ਸਾਨੂੰ ਕਈ ਵਾਰ ਲੱਗਦਾ ਹੁੰਦਾ ਕਿ ਅਸੀਂ ਨਹੀਂ ਖੁਦ ਕਰ ਪਾਉਂਦੇ ਤੇ ਆਪਾਂ ਆਪਣੇ ਰਿਪਰੈਜ਼ੈਂਟੇਟਿਵ ਕੋਲ ਜਾਂਦੇ ਆ, ਤੇ ਤੁਹਾਨੂੰ ਇਹ ਕੰਮ ਕਰਕੇ ਮਤਲਬ ਤੁਹਾਨੂੰ ਐਕਸਟਰਾ ਬਰਡਨ ਤਾਂ ਨਹੀਂ ਲੱਗਦਾ ਵੀ ਲੋਕੀ ਐਵੇਂ ਸਾਨੂੰ ਕੰਮ ਤੰਗ ਕਰਦੇ ਆ ਕਿ ਇਹ ਕੰਮ ਸਾਡਾ ਰੂਟੀਨ 'ਚ ਸਾਡਾ ਰੋਲ ਨਹੀਂ ਹੈ ਸੋਸਾਇਟੀ ਪਰ ਕਰਨਾ ਪੈਂਦਾ ਉਹ?
नहीं, बहुत ही इंटरेस्टिंग क्वेश्चन हैगा। आई थिंक मैंने सैटिस्फैक्शन भी मिलती हैगी इस काम करके, क्योंकि जो ऑटवा ਦਾ ਕੰਮ ਹੈਗਾ ਲੈਜਿਸਲੇਟਿਵ ਕੰਮ ਆ ਜਾਂ ਕਮੇਟੀਜ਼ ਦੇ ਵਿੱਚ ਜੋ ਸਾਡਾ ਕੰਮ ਆ, ਇਟਸ ਵੈਰੀ ਬਿਜ਼ੀ, ਵੈਰੀ ਡਿਮਾਂਡਿੰਗ, ਬਹੁਤ ਲੰਬੇ ਦਿਨ ਹੁੰਦੇ ਹੈਗੇ ਆ। ਉੱਥੇ ਵੀ ਭਾਵੇਂ 7:30 8 ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਚੱਲਦਾ ਹੈਗਾ ਆ। ਪਰ ਜਿਹੜਾ ਕਮਿਊਨਿਟੀ ਦਾ ਕੰਮ ਕਰਨਾ ਹੈਗਾ, ਜਿਹੜਾ ਇੰਡੀਵਿਜੂਅਲੀ ਤੁਸੀਂ ਕਿਸੇ ਨੂੰ ਮਿਲਣਾ, ਜੇ ਉਹਨਾਂ ਦੀ ਪ੍ਰੋਬਲਮ ਸੋਲਵ ਹੁੰਦੀ ਹੈਗੀ ਆ, ਉਹ ਜੋ ਮਨ ਨੂੰ ਸੈਟੀਸਫੈਕਸ਼ਨ ਮਿਲਦੀ ਹੈਗੀ ਆ, ਉਹ ਕਿਤੇ ਵੱਧ ਹੈਗੀ ਆ ਦੂਸਰੇ ਕੰਮਾਂ ਨਾਲੋਂ। ਸੋ ਆਈ ਵੁੱਡ ਸੇ ਸਾਡੀਆਂ ਕੰਸਟੀਚੁਐਂਸੀਜ਼ ਜਿਹੜੀਆਂ ਹੈਗੀਆਂ ਨੇ ਇਸ ਏਰੀਆ ਦੇ ਵਿੱਚ ਜ਼ਿਆਦਾ ਡਿਮਾਂਡਿੰਗ ਹੈਗੀਆਂ ਨੇ ਕੰਪੈਰੀਟਿਵਲੀ। ਜਿਹੜੇ ਅਸੀਂ ਦੂਸਰੇ ਐਮਪੀਜ਼ ਨਾਲ ਗੱਲ ਕਰਦੇ ਹੈਗੇ ਆ, ਸਾਡੇ ਆਫਿਸ ਜ਼ਿਆਦਾ ਬਿਜ਼ੀ ਰਹਿੰਦੇ ਹੈਗੇ ਆ। ਤੁਸੀਂ ਪ੍ਰੀ ਕੋਵਿਡ ਤੋਂ ਦੇਖ ਸਕਦੇ ਆ ਜਿਹੜਾ ਆਫਿਸ ਦਾ ਮਾਹੌਲ ਹੁੰਦਾ ਹੈ, ਇੱਕ ਡਾਕਟਰਸ ਆਫਿਸ ਵਾਂਗੂ ਹੁੰਦਾ ਹੈਗਾ, ਵੇਟਿੰਗ ਰੂਮ 'ਚ ਕੋਈ ਨਾ ਕੋਈ ਹਮੇਸ਼ਾ ਹੁੰਦਾ ਹੈਗਾ ਆ। ਸੋ ਉਹਦੇ ਕਰਕੇ ਸਾਨੂੰ ਕਈ ਵਾਰ ਜ਼ਿਆਦਾ ਹੈਲਪ ਦੀ ਵੀ ਲੋੜ ਪੈਂਦੀ ਹੈਗੀ ਆਫਿਸ। ਸੋ ਇਟ ਇਜ਼ ਅ ਡਿਮਾਂਡਿੰਗ ਰਾਈਡਿੰਗ, ਪਰ ਇਹ ਸੈਟਿਸਫੈਕਸ਼ਨ ਵੀ ਹੈ ਕਿਉਂਕਿ ਬਿਊਰੋਕ੍ਰੈਟਿਕ ਜੋ ਸਿਸਟਮ ਹੈਗਾ, ਕਈ ਵਾਰ ਉਹਦੇ 'ਚ ਕੋਈ ਨਾ ਕੋਈ ਗਲਤੀ ਆ ਜਾਂਦੀ ਆ। ਜੇ ਉਸ ਗਲਤੀ ਨੂੰ ਅਸੀਂ ਸੁਧਾਰ ਸਕਦੇ ਹੈਗੇ ਆ ਤਾਂ ਚੰਗੀ ਗੱਲ ਹੈਗੀ ਆ। ਪਰ ਮੋਸਟ ਕੰਮ ਆਈ ਥਿੰਕ ਕੈਨੇਡਾ ਦੇ ਵਿੱਚ ਤੁਸੀਂ ਖੁਦ ਵੀ ਕਰ ਸਕਦੇ ਹੋ। ਕਈ ਵਾਰ ਲੋਕ ਸੋਚਦੇ ਹੈਗੇ ਆ ਵੀ ਅਸੀਂ ਸ਼ਾਇਦ ਲਾਈਨ 'ਚ ਲੱਗ ਕੇ ਆਪਣਾ ਪਾਸਪੋਰਟ ਨਹੀਂ ਬਣਾ ਸਕਦੇ ਜਾਂ ਨਹੀਂ ਕਰ ਸਕਦੇ। ਮੈਨੂੰ ਖੁਦ ਲਾਈਨ 'ਚ ਲੱਗ ਕੇ ਆਪਣਾ ਪਾਸਪੋਰਟ ਬਣਾਉਣਾ ਪੈਂਦਾ ਹੈਗਾ ਆ, ਦ ਸੇਮ ਵੇ ਐਜ਼ ਐਵਰੀਵਨ ਇਹੀ ਖੂਬਸੂਰਤੀ ਹੈ। ਸੋ ਮੋਸਟ ਕੰਮ ਤੁਹਾਡੇ ਤੁਸੀਂ ਖੁਦ ਆਪ ਕਰ ਸਕਦੇ ਹੈਗੇ ਹੋ, ਪਰ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਈ ਵਾਰ ਗਲਤ ਹੋ ਜਾਂਦੀਆਂ ਹੈਗੀਆਂ ਨੇ, ਤੇ ਫਿਰ ਉਦੋਂ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਦੀ ਸਰਵਿਸ ਦੀ ਲੋੜ ਪੈਂਦੀ ਹੈਗੀ ਆ, ਨਹੀਂ ਤਾਂ ਸਿਸਟਮੈਟਿਕਲੀ ਚੱਲਦਾ ਹੀ ਰਹਿੰਦਾ ਸਭ ਕੁਝ। ਇੱਕ ਰੂਬੀ 2015 ਦੇ ਵਿੱਚ ਇਲੈਕਸ਼ਨ ਵਿੱਚ ਆਈ, ਜਿਹੜੀ ਕਿ ਬਿਲਕੁਲ ਨਵੀਂ ਸੀ, ਉਹਨਾਂ ਲਈ ਇਲੈਕਸ਼ਨ ਵੀ ਇੱਕ ਨਵਾਂ ਤਜਰਬਾ ਸੀਗਾ। ਫਿਰ ਇੱਕ ਰੂਬੀ ਜਿਹੜੀ ਆ ਉਹ 4 ਸਾਲ ਦੇ ਐਕਸਪੀਰੀਅੰਸ ਨਾਲ 2019 ਦੇ ਵਿੱਚ ਆਪਣੀ ਵੋਟਰਾਂ ਕੋਲ ਗਈ। ਹੁਣ ਇੱਕ ਰੂਬੀ ਆ ਜਿਹੜੀ ਉਸ ਤੋਂ ਇਹਨਾਂ ਸਟੇਜਾਂ ਤੋਂ ਲੰਘ ਕੇ, ਜਿਹੜੀ ਪਹਿਲਾਂ ਇੱਕ ਬਿਲਕੁਲ ਨਿਊਲੀ ਐਂਟਰੈਂਟ ਜਿਹੜੀ ਪੋਲਿਟਿਕਸ ਦੇ ਵਿੱਚ, ਫਿਰ ਉਸ ਤੋਂ ਬਾਅਦ 4 ਸਾਲ ਵਾਲੇ ਤਜਰਬੇ ਵਾਲੇ ਰੂਬੀ, ਹੁਣ 6 ਸਾਲ ਵਾਲੇ ਤਜਰਬੇ ਵਾਲੀ ਜਿਹੜੀ ਰੂਬੀ ਆ, ਉਹਦੇ ਕੋਲ ਦਰਸ਼ਕ ਜਾਣਨਾ ਚਾਹੁਣਗੇ ਕਿ ਇਹਨਾਂ ਤਿੰਨਾਂ ਟਾਈਮ ਦੇ ਉੱਤੇ ਜਿਹੜੇ ਤੁਹਾਡੇ ਵੋਟਰ ਨੇ, ਜਿਹੜੇ ਤੁਹਾਡੇ ਕੰਸਟੀਚੁਐਂਸੀ ਦੇ ਲੋਕ ਨੇ, ਉਹ ਤੁਹਾਨੂੰ ਕਿਸ ਕਿਸਮ ਦੇ ਸਵਾਲ ਕਰਦੇ ਰਹੇ ਨੇ? ਹਾਂਜੀ, ਹਜੇ ਵੀ ਜਦੋਂ ਮੈਂ ਡੋਰ ਨੌਕਿੰਗ ਕਰਦੀ ਹਾਂ ਕਾਫੀ ਪ੍ਰੋਵਿੰਸ਼ੀਅਲ ਸਵਾਲ ਉੱਠਦੇ ਹੈਗੇ ਨੇ ਡੋਰਸ ਤੇ। ਆਈ ਵੁੱਡ ਸੇ ਫੈਡਰਲ ਇਸ਼ੂਜ਼ ਦੇ ਨਾਲੋਂ ਜਿਹੜੇ ਲੋਕਾਂ ਦੇ ਰੋਜ਼ ਦੇ ਮਸਲੇ ਹੁੰਦੇ ਹੈਗੇ ਆ, ਡੇਲੀ ਇਸ਼ੂਜ਼ ਹੁੰਦੇ ਆ, ਉਹ ਮਿਊਨਿਸਪੈਲਿਟੀ ਜਾਂ ਪ੍ਰੋਵਿੰਸ ਦੇ ਨਾਲ ਜੁੜੇ ਹੋਏ ਹੈਗੇ ਨੇ। ਅਦਰ ਦੈਨ ਇਮੀਗ੍ਰੇਸ਼ਨ, ਕਿਉਂਕਿ ਆਪਣੀ ਹੈਵੀਲੀ ਇਮੀਗ੍ਰੈਂਟ ਪਾਪੂਲੇਸ਼ਨ ਹੈਗੀ ਇਸ ਏਰੀਆ ਦੇ ਵਿੱਚ। ਸੋ ਇੱਕ ਫੈਡਰਲ ਇਸ਼ੂ ਹੈਗਾ ਜਿਹਦੇ ਨਾਲ ਹਰ ਇੱਕ ਘਰ ਆਲਮੋਸਟ ਕੋਈ ਨਾ ਕੋਈ ਇਸ਼ੂ ਹੁੰਦਾ ਹੈ ਕਈ ਵਾਰ। But I would say that response ਚੰਗਾ ਹੈਗਾ ਡੋਰਸ ਤੇ। ਇਸ਼ੂ ਤਾਂ ਆਟੋ ਇੰਸ਼ੋਰੈਂਸ, ਹੈਲਥ ਕੇਅਰ ਤਾਂ ਆਪਾਂ ਨੂੰ ਪਤਾ ਹੀ ਹੈਗਾ, ਉਹ ਉੱਠਦੇ ਹੈਗੇ ਨੇ। ਪਰ ਉਸ ਦੇ ਨਾਲ ਬ੍ਰੈਂਪਟਨ ਦੀ ਡਿਵੈਲਪਮੈਂਟ, ਇੱਥੇ ਇਨਫਰਾਸਟ੍ਰਕਚਰ ਦੇ ਵਿੱਚ ਕੀ ਫੰਡਿੰਗ ਹੋ ਰਹੀ ਆ, ਆਈ ਥਿੰਕ ਥੀਸ ਆਰ ਦੀ ਇੰਪੋਰਟੈਂਟ ਇਸ਼ੂਜ਼ ਵੀ ਆਪਾਂ ਆਪਣੀ ਸਿਟੀ ਨੂੰ ਹੋਰ ਕਿੱਦਾਂ ਪ੍ਰੋਗਰੈਸ ਕਰ ਸਕਦੇ ਹੈਗੇ ਆ। ਸੋ ਜਿਸ ਤਰ੍ਹਾਂ ਆਪਾਂ ਪਹਿਲਾਂ ਇੰਡੀਵਿਜੂਅਲ ਇਸ਼ੂਜ਼ ਬਾਰੇ ਗੱਲ ਕੀਤੀ ਹੈਗੀ ਆ ਵੀ ਉਹ ਵੀ ਲੈ ਕੇ ਸਾਡੇ ਦਫ਼ਤਰ ਆਉਂਦੇ ਆ, ਸਟੇਕ ਹੋਲਡਰ ਗਰੁੱਪਸ ਵੀ ਆਉਂਦੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹੈਗੇ ਆ ਜਿਨ੍ਹਾਂ ਦਾ ਕੋਈ ਇੰਟਰਸਟ ਗਰੁੱਪ ਹੁੰਦਾ ਹੈਗਾ। ਸੋ ਭਾਵੇਂ ਸੀਨੀਅਰਸ ਨੂੰ ਲਾ ਲਓ, ਆਪਦੀ ਪਾਲਿਸੀਜ਼ ਕੋਈ ਚੇਂਜ ਕਰਾਉਣ ਲਈ ਸੀਨੀਅਰਸ ਗਰੁੱਪ ਆਉਂਦੇ ਹੈਗੇ ਆ, ਆਪਦੀ ਕੋਈ ਨਾ ਕੋਈ ਗੱਲ ਜਾਂ ਇਸ਼ੂ ਲੈ ਕੇ ਸਾਨੂੰ ਸਮਝਾਉਂਦੇ ਹੈਗੇ ਆ ਵੀ ਕੀ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ। ਐਨਵਾਇਰਨਮੈਂਟਲਿਸਟ ਗਰੁੱਪਸ ਵਾਲੇ ਆਉਂਦੇ ਹੈਗੇ ਆ, ਸਿਟੀ ਦੇ ਜਿਹੜੀ ਡਿਵੈਲਪਮੈਂਟ ਜਾਂ ਟ੍ਰਾਂਜ਼ਿਟ ਦੇ ਵਿੱਚ ਜਾਂ ਐਕਟਿਵ ਟਰਾਂਸਪੋਰਟੇਸ਼ਨ ਮਤਲਬ ਬਾਈਕ ਲੇਨਸ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਚਾਹੁੰਦੇ ਆ, ਉਸ ਤਰ੍ਹਾਂ ਦੇ ਵੀ ਬਹੁਤ ਐਡਵੋਕੇਟਸ ਹੁੰਦੇ ਹੈਗੇ ਜਿਹਦੀ ਅਸੀਂ ਗੱਲ ਸੁਣਨੇ ਆ ਤੇ ਉਹਦੇ ਨਾਲ ਫਿਰ ਪਾਲਿਸੀ ਡਿਵੈਲਪਮੈਂਟ ਹੁੰਦੀ ਹੈਗੀ ਆ। ਪਾਲਿਸੀ ਮਤਲਬ ਕਿਸ ਤਰ੍ਹਾਂ ਦੀ ਫੰਡਿੰਗ ਅਸੀਂ ਅਵੇਲੇਬਲ ਕਰ ਸਕਦੇ ਹਾਂ, ਫੰਡਿੰਗ ਪੈਕੇजेस। ਐਂਡ ਸਿਟੀ ਆਫ ਬ੍ਰੈਂਪਟਨ ਨਾਲ ਸਾਡੀ ਕੱਲ ਹੀ ਮੀਟਿੰਗ ਹੋਈ ਸੀਗੀ। ਸੋ ਉਹਨਾਂ ਨੇ ਸਾਨੂੰ ਦੱਸਿਆ ਹੈਗਾ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਕਿਹੜੇ ਪ੍ਰੋਜੈਕਟਸ ਲਿਆਉਣਾ ਚਾਹੁੰਦੇ ਹੈਗੇ ਨੇ ਸਿਟੀ ਲਈ, ਤੇ ਅਸੀਂ ਆਪਦਾ ਵਾਅਦਾ ਕੀਤਾ ਹੈਗਾ ਵੀ ਅਸੀਂ ਫੁੱਲੀ ਕਮਿਟਡ ਹੈਗੇ ਆ ਉਹ ਪ੍ਰੋਜੈਕਟਸ ਤੇ ਕੰਮ ਕਰਨ ਲਈ ਐਂਡ ਉਹਨਾਂ ਨੂੰ ਫੰਡ ਕਰਨ ਲਈ। ਐਂਡ ਸੋ ਵੀ ਹੈਵ ਬੀਨ ਸਟਰੋਂਗ ਸਪੋਰਟਰਸ। ਜੇ ਸਿਟੀ ਨੂੰ ਪੁੱਛੋ, ਉਹਨਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਪ੍ਰੋਜੈਕਟਸ ਨਹੀਂ ਜਿਹੜਾ ਉਹਨਾਂ ਨੇ ਸਾਡੇ ਤੱਕ ਲਿਆਂਦਾ ਜਿਹੜਾ ਫੰਡ ਨਹੀਂ ਅਸੀਂ ਕੀਤਾ ਹੈਗਾ ਹਜੇ ਤੱਕ। ਪਰ ਸਿਟੀ ਦਾ ਸਟੈਪ ਬਾय ਸਟੈਪ ਚੱਲਣਾ ਪੈਂਦਾ ਉਹਨਾਂ ਨੂੰ, ਰਾਈਟ। ਸੋ ਪ੍ਰੋਜੈਕਟ ਜਿਹੜਾ ਹਜੇ 10 ਸਾਲ ਤੱਕ ਉਹਨਾਂ ਦੀ ਪਲੈਨਿੰਗ ਹਜੇ ਹੋ ਰਹੀ ਆ, ਉਹਨੂੰ ਅਸੀਂ ਹਜੇ ਨਹੀਂ ਫੰਡ ਕਰ ਸਕਦੇ। ਜਦੋਂ ਪਲੈਨਿੰਗ ਹੋ ਚੁੱਕੀ ਹੁੰਦੀ ਆ, ਉਹਨਾਂ ਨੇ ਐਨਵਾਇਰਨਮੈਂਟਲ ਅਸੈਸਮੈਂਟ ਕਰ ਲਈ ਹੈ, ਉਸ ਟਾਈਮ ਤੇ ਜਦੋਂ ਪ੍ਰੋਜੈਕਟ ਰੈਡੀ ਹੁੰਦਾ ਆ ਫਿਰ ਅਸੀਂ ਫੰਡ ਕਰ ਸਕਦੇ ਹੈਗੇ, ਕਿਉਂਕਿ ਸਾਨੂੰ ਕਾਸਟ ਪਤਾ ਹੋਣੇ ਚਾਹੀਦੇ ਆ ਪ੍ਰੋਜੈਕਟ ਦੇ ਕੀ ਹੈਗੇ। ਸੋ ਉਸ ਤਰ੍ਹਾਂ ਦੇ ਪ੍ਰੋਜੈਕਟ ਅਸੀਂ ਸਾਰੇ ਫੰਡ ਕੀਤੇ ਨੇ। ਕਈ ਵਾਰ ਲੋਕ ਕਹਿ ਦਿੰਦੇ ਆ ਵੀ ਕੀ ਕੀਤਾ ਹੈਗਾ,
we cannot from the federal level ਅਸੀਂ ਵੈਸੇ ਹੀ ਨਹੀਂ ਸਟੇਡੀਅਮ ਜਾ ਕੇ ਕਿਤੇ ਪ੍ਰਾਪਰਟੀ ਤੇ ਖੜਾ ਸਕਦੇ ਜਾਂ ਕੁਝ ਵੀ ਆਪਣੀ ਮਰਜ਼ੀ ਨਾਲ ਕਰ ਸਕਦੇ ਸਿਟੀ ਦੀ ਪਲੈਨਿੰਗ ਦੇ ਵਿੱਚ ਆਉਣਾ ਚਾਹੀਦਾ ਹੈਗਾ ਐਂਡ ਸਿਟੀ should be putting a proposal in and ਉਹਨਾਂ ਦੇ ਜਿੰਨੇ ਵੀ ਪ੍ਰਪੋਜ਼ਲ ਨੇ ਅਸੀਂ ਉਹ ਗ੍ਰਾਂਟ ਕੀਤੇ ਆ ਸੋ ਇਹ ਇਸ਼ੂਜ਼ ਹੈਗੇ ਨੇ ਆਈ ਥਿੰਕ ਜਿਹੜੇ ਆਉਂਦੇ ਨੇ ਤੇ ਬੱਚਿਆਂ ਦੇ ਇਸ਼ੂਜ਼ ਵੀ ਆਉਂਦੇ ਹੈਗੇ ਕਾਫੀ ਵੀ ਸਾਡੇ ਬੱਚਿਆਂ ਲਈ ਓਪਰਚੁਨਿਟੀਜ਼ ਹਰੇਕ ਹੀ ਬੰਦਾ ਇਸ ਮੁਲਕ ਦੇ ਵਿੱਚ ਤਾਂ ਹੀ ਆਉਂਦਾ ਹੈਗਾ ਕਈ ਵਾਰ ਆਪਣੀ ਚੰਗੀਆਂ ਜੌਬਸ ਵੀ ਛੱਡ ਕੇ ਆਉਂਦੇ ਹੈਗੇ ਵੀ ਸਾਡੀ ਬੱਚਿਆਂ ਦੀ ਜਿਹੜੀ ਫਿਊਚਰ ਹੈਗੀ ਆ ਉਹ ਵਧੀਆ ਹੋਊਗੀ ਆਉਣ ਵਾਲੇ ਟਾਈਮ ਲਈ ਐਂਡ ਸੋ ਸਾਡੇ ਪਲੇਟਫਾਰਮ ਦੇ ਵਿੱਚ ਜੋ ਯੂਨੀਵਰਸਿਟੀ ਐਂਡ ਕਾਲਜ ਦੇ ਜਿਹੜੇ ਲੋਨਸ ਲਈਦੇ ਹੈਗੇ ਆ ਉਹਦੇ ਵਿੱਚ ਅਸੀਂ ਇੰਟਰਸਟ ਹੁਣ ਤਾਂ ਮਾਫ ਕੀਤਾ ਹੀ ਹੋਇਆ ਹੈ ਪੈਂਡੇਮਿਕ ਦੇ ਵਿੱਚ ਪਰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਪਰਮਨੈਂਟਲੀ ਇੰਟਰਸਟ ਰਿਮੂਵ ਕਰ ਦੇਵਾਂਗੇ ਵੀ ਫੈਡਰਲ ਸਰਕਾਰ ਇੰਟਰਸਟ ਬਿਲਕੁਲ ਨਹੀਂ ਫੈਡਰਲ ਲੋਨਸ ਤੇ ਲਊਗੀ ਸਟੂਡੈਂਟਸ ਤੋਂ ਐਂਡ ਜਿੰਨਾ ਚਿਰ ਉਹ $50,000 ਦੀ ਜੌਬ ਨਹੀਂ ਉਹਨਾਂ ਨੂੰ ਮਿਲ ਜਾਂਦੀ ਹੈਗੀ ਉਹਨਾਂ ਚਿਰ ਉਹਨਾਂ ਨੂੰ ਕੋਈ ਵੀ ਪੇਮੈਂਟ ਕਰਨ ਦੀ ਲੋੜ ਨਹੀਂ ਸੋ ਦਿਸ ਇਜ਼ ਗੁੱਡ ਐਂਡ ਇਲੈਕਸ਼ਨ ਇਸ ਟਾਈਮ ਵੀ ਅਸੀਂ ਤਾਂ ਕਰਾ ਰਹੇ ਹੈਗੇ ਆ ਕਿਉਂਕਿ ਜੋ ਪਾਰਟੀ ਦੇ ਵਿਜ਼ਨ ਹੈਗੀਆਂ ਨੇ ਉਹ ਡਿਫਰੈਂਟ ਨੇ emergency support ਨੂੰ ਲੈ ਕੇ ਠੀਕ ਹੈ everyone could agree ਵੀ ਲੋਕਾਂ ਨੂੰ emergency supports ਚਾਹੀਦੇ ਆ ਵੱਧ ਕੇ ਅਸੀਂ ਲੋਕਾਂ ਦੀ ਬਾਂਹ ਫੜੀ ਹੈਗੀ ਆ ਉਹਨਾਂ ਨੂੰ support ਦਿੱਤੀ ਆ businesses ਨੂੰ support ਦਿੱਤੀ ਆ ਤਾਂ ਹੀ ਤਾਂ ਇੱਥੇ ਹੁਣ ਘਰ bankruptcies ਨਹੀਂ ਹੋ ਰਹੀਆਂ ਹੈਗੀਆਂ businesses ਇੰਨੇ ਜ਼ਿਆਦਾ ਨਹੀਂ shut down ਹੋਏ ਜਿੰਨੇ ਹੋ ਸਕਦੇ ਸੀਗੇ ਪਰ ਹੁਣ ਉਹ ਵਕਤ ਆ ਗਿਆ ਵੀ ਆਪਾਂ ਮੁੜ ਰਹੇ ਹੈਗੇ ਆ ਵੈਕਸੀਨਸ ਬਹੁਤ ਪਹੁੰਚ ਗਈਆਂ ਹੈਗੀਆਂ ਨੇ ਵੀ ਆਰ ਹੋਪਿੰਗ that ਆਉਣ ਵਾਲੇ ਟਾਈਮ ਦੇ ਵਿੱਚ ਸਾਰੀਆਂ ਜਿਹੜੀਆਂ ਇਨਵੈਸਟਮੈਂਟਸ ਅਸੀਂ ਕਰਨੀਆਂ ਨੇ ਜੌਬ ਕ੍ਰੀਏਟ ਕਰਨ ਲਈ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਸ ਟਾਈਮ ਇੱਕ ਗੱਲ ਰੂਬੀ ਆਪਣਾ ਮਹਿਸੂਸ ਕਰਦੇ ਹਾਂ ਅਸੀਂ ਕਿ ਕੇਵਲ ਤੁਸੀਂ ਜਾਂ ਤੁਹਾਡੀ ਪਾਰਟੀ ਨਹੀਂ ਸਾਰੀਆਂ ਪਾਰਟੀਆਂ ਜਿਹੜੀਆਂ ਚੋਣਾਂ ਲੜਦੀਆਂ ਉਹ ਬੱਚੇ ਵਲੰਟੀਅਰ ਜਿਹੜੇ ਆ ਉਹ ਉਹਨਾਂ ਕੋਲੋਂ ਉਹਨਾਂ ਦੀ ਸੇਵਾ ਲੈਂਦੇ ਹੈਗੇ ਆ ਔਰ ਬੱਚੇ ਜਦੋਂ ਡੋਰ ਨੌਕਿੰਗ ਕਰਦੇ ਆ ਤਾਂ ਜਿੱਦਾਂ ਹੁਣ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੁਸੀਂ ਇੰਨੇ ਮੈਚੁਰ ਹੈਗੇ ਆ ਕਿ ਥਰਡ ਟਾਈਮ ਤੁਸੀਂ ਮਤਲਬ ਪਾਰਲੀਮੈਂਟ ਦੀ ਚੋਣ ਲੜ ਰਹੇ ਆ ਤੁਹਾਡੇ ਲਈ ਸਵਾਲਾਂ ਦੇ ਜਵਾਬ ਦੇਣੇ ਬਹੁਤ ਸੌਖੇ ਆ ਇੱਕ ਸਿਆਣੇ ਬੰਦੇ ਲਈ ਸਵਾਲ ਜਵਾਬ ਦੇਣੇ ਬੜੇ ਔਖੇ ਆ ਉਹ ਛੋਟੇ ਬੱਚੇ ਜਿਹੜੇ ਡੋਰ ਨੌਕਿੰਗ ਕਰਦੇ ਆ ਉਹਨਾਂ ਨੂੰ ਤੇ ਕੋਈ ਪਾਰਟੀ ਦਾ ਜਾਂ ਕੈਂਡੀਡੇਟ ਦੀ ਪਾਲਿਸੀ ਦਾ ਕੋਈ ਬਹੁਤਾ ਗਿਆਨ ਨਹੀਂ ਹੁੰਦਾ ਹੈਗਾ ਔਰ ਸਮ ਟਾਈਮ ਇਹ ਅਸੀਂ ਨੋਟ ਕੀਤਾ ਹੈਗਾ ਕਿ ਲੋਕੀ ਉਹਨਾਂ ਨੂੰ ਬਹੁਤੀ ਚੰਗੀ ਤਰ੍ਹਾਂ ਮਤਲਬ ਟ੍ਰੀਟ ਨਹੀਂ ਕਰਦੇ ਤੇ ਉਹਨਾਂ 'ਚ ਛੋਟੇ ਬੱਚੇ ਹੁੰਦੇ ਹੈਗੇ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਛੋਟੇ ਬੱਚਿਆਂ ਨੂੰ ਕੋਈ ਇਹ ਸੇਵਾਵਾਂ ਲੈਣੀਆਂ ਚਾਹੀਦੀਆਂ I don't think so. I think ਛੋਟੇ ਬੱਚਿਆਂ ਨੂੰ ਕੈਂਪੇਨ ਦੇ ਵਿੱਚ ਲੱਗਣਾ ਚਾਹੀਦਾ ਉਹਦੇ ਵਿੱਚ ਉਹ ਬਹੁਤ ਲਰਨ ਕਰਦੇ ਹੈਗੇ ਆ ਸਿਰਫ ਉਹਦੇ ਵਿੱਚ ਮੈਂ ਆਪਦਾ ਫਾਇਦਾ ਨਹੀਂ ਦੇਖਦੀ ਹੈਗੀ ਉਹਨਾਂ ਦਾ ਫਾਇਦਾ ਬਹੁਤ ਹੁੰਦਾ ਉਸ ਪ੍ਰੋਸੈਸ ਦੇ ਵਿੱਚ ਮੈਚੁਰ ਹੁੰਦੇ ਹੈਗੇ ਨੇ ਉਹਨਾਂ ਦੀ ਕੌਨਫੀਡੈਂਸ ਵੱਧਦੀ ਹੈਗੀ ਹੈ ਬੱਚਿਆਂ ਦੀ ਐਂਡ ਖਾਸ ਕਰਕੇ ਅਸੀਂ ਉਹਨਾਂ ਨੂੰ ਟ੍ਰੇਨ ਵੀ ਕਰਦੇ ਹਾਂ ਆਫ ਕੋਰਸ ਉਹਨਾਂ ਨੂੰ ਸਾਰੇ ਚੀਜ਼ਾਂ ਦੇ ਜਵਾਬ ਨਹੀਂ ਹੋਣਗੇ ਕਈ ਬੱਚੇ ਥੋੜੇ ਜਿਹੇ ਜ਼ਿਆਦਾ ਮੈਚੁਰ ਹੈਗੇ ਨੇ ਯੂਨੀਵਰਸਿਟੀ ਵਾਲੇ ਹੈਗੇ ਨੇ ਜਾਂ ਮੇਰੇ ਨਾਲ ਕਈ ਕੈਂਪੇਨਸ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਜਵਾਬ ਆਉਂਦੇ ਹੈਗੇ ਆ ਉਹ ਟੀਮਸ ਨੂੰ ਨਾਲ ਲੈ ਕੇ ਜਾਂਦੇ ਆ ਪਰ ਅਸੀਂ ਹਮੇਸ਼ਾ ਉਹਨਾਂ ਨੂੰ ਵਲੰਟੀਅਰਸ ਨੂੰ ਦੱਸਿਆ ਹੋਇਆ ਹੁੰਦਾ ਆ ਵੀ ਉਹ ਨੋਟ ਬਣਾ ਲੈਂਦੇ ਹੈਗੇ ਆ ਜੇ ਕਿਸੇ ਘਰ ਦਾ ਕੋਈ ਸਵਾਲ ਹੁੰਦਾ ਆ ਜਿਹਦਾ ਜਵਾਬ ਉਹਨਾਂ ਨੂੰ ਨਹੀਂ ਆਉਂਦਾ ਤਾਂ ਉਹਦਾ ਮੈਸੇਜ ਮੈਨੂੰ ਮਿਲਦਾ ਹੈਗਾ ਤੇ ਫਿਰ ਮੈਂ ਉਸ ਘਰ ਦੇ ਕੋਲ ਉੱਥੇ ਉਹਨਾਂ ਦੀ ਡੋਰ ਤੇ ਜਾਂਦੀ ਹਾਂ ਜਾਂ ਉਹਨਾਂ ਨੂੰ ਕਾਲ ਬੈਕ ਕਰਦੀ ਹੈਗੀ ਆ ਤੇ ਉਹਨਾਂ ਦੇ ਕੁਐਸਚਨਸ ਆਨਸਰ ਕਰਦੀ ਹਾਂ ਸੋ ਉਹ ਤਾਂ ਇਨਫੋਰਮੇਸ਼ਨ ਕਲੈਕਟ ਕਰ ਰਹੇ ਨੇ ਵੀ ਕਿਹੜੇ ਘਰ ਦੇ ਕੀ ਕੰਸਰਨਸ ਨੇ ਐਂਡ ਫਿਰ ਉਹਨਾਂ ਦਾ ਜਵਾਬ ਮੈਂ ਦਿੰਦੀ ਹੈਗੀ ਆ ਜੇ ਉਹਨਾਂ ਕੋਲ ਕੁਐਸਚਨਸ ਹੈਗੇ ਨੇ ਬਟ ਆਈ ਥਿੰਕ ਇਟਸ ਅ ਗੁੱਡ ਥਿੰਗ ਵੀ ਇਸ ਡੈਮੋਕ੍ਰੇਸੀ ਦੇ ਵਿੱਚ ਯੂਥ ਪਾਰਟਿਸਿਪੇਟ ਕਰੇ ਅੱਛਾ ਜੀ ਰੂਬੀ ਮੈਂ ਹੁਣ ਇੱਕ ਸਵਾਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿਉਂਕਿ ਤੁਹਾਡੀ ਬੈਕਗ੍ਰਾਉਂਡ ਜਿਹੜੀ ਆ ਉਹ ਤੁਸੀਂ ਲਾਅ ਵਾਲੇ ਪਾਸੇ ਤੋਂ ਗਏ ਸੀਗੇ ਔਰ ਜਿਹੜੇ ਬਿੱਲ ਹੁੰਦੇ ਆ ਉਹ ਚ ਲੀਗਲ ਐਕਸਪਰਟ ਬਹੁਤ ਹੁੰਦੇ ਆ ਤੁਹਾਨੂੰ ਪਿਛਲੇ 6 ਸਾਲ ਚ ਕੋਈ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨ ਦਾ ਜਾਂ ਕੋਈ ਮੌਕਾ ਮਿਲਿਆ ਜੇ ਮਿਲਿਆ ਤਾਂ ਉਹ ਬਿੱਲ ਦੀ ਕਿਸ ਤਰ੍ਹਾਂ ਪੋਜੀਸ਼ਨ ਹੋਈ ਤੁਸੀਂ ਕਿਸ ਤਰ੍ਹਾਂ ਉਹ ਤੋਂ ਸੈਟੀਸਫਾਈ ਸੀ ਕਿ ਜਿਸ ਤਰ੍ਹਾਂ ਦੀ ਉਹਦੀਆਂ ਰੀਡਿੰਗ ਹੋਈਆਂ ਕੋਈ ਬਿੱਲ ਤੁਸੀਂ ਪੇਸ਼ ਕੀਤਾ ਉਹ ਪਾਸ ਹੋਇਆ ਜਾਂ ਨਹੀਂ ਕਿ ਬਿੱਲ ਇਸ ਤਰ੍ਹਾਂ ਦਾ ਅਨਫੋਰਚੂਨੇਟਲੀ ਮੇਰੀ ਓਪਰਚੁਨਿਟੀ ਹਜੇ ਮੈਨੂੰ ਨਹੀਂ ਮਿਲੀ ਹੈਗੀ ਪ੍ਰਾਈਵੇਟ ਮੈਂਬਰਸ ਬਿੱਲ ਦੀ ਸੋ ਇਹ ਵੀ ਮੈਂ ਤੁਹਾਨੂੰ ਸਮਝਾ ਦਿੰਦੀ ਹੈਗੀ ਆ ਇੱਥੇ ਇੱਕ ਲੋਟਰੀ ਸਿਸਟਮ ਹੁੰਦਾ ਹੈਗਾ ਜਦੋਂ ਨਵੀਂ ਪਾਰਲੀਮੈਂਟ ਫਾਰਮ ਹੁੰਦੀ ਹੈਗੀ ਆ ਜਿੰਨੇ ਵੀ 338 ਮੈਂਬਰਸ ਆਫ ਪਾਰਲੀਮੈਂਟ ਨੇ ਉਹਨਾਂ ਦਾ ਨਾਮ ਲੋਟਰੀ 'ਚ ਪਾਇਆ ਜਾਂਦਾ ਹੈਗਾ ਤੁਹਾਨੂੰ ਇੱਕ ਨੰਬਰ ਮਿਲਦਾ ਹੈਗਾ ਤੇ ਜੇ ਤੁਹਾਡਾ ਨੰਬਰ 150 ਤੋਂ ਉੱਤੇ ਹੋ ਜਾਂਦਾ ਆ ਦੈਨ 4 ਸਾਲ ਦੀ ਪਾਰਲੀਮੈਂਟ ਦੇ ਵਿੱਚ ਤੁਹਾਡਾ ਮੋਸਟ ਲਾਈਕਲੀ ਕੋਈ ਚਾਂਸ ਨਹੀਂ ਹੈਗਾ ਵੀ ਤੁਹਾਡਾ ਪ੍ਰਾਈਵੇਟ ਮੈਂਬਰਸ ਬਿੱਲ ਜਾਂ ਮੋਸ਼ਨ ਰਿਐਲਿਟੀ 'ਚ ਆਊਗਾ ਜੇ ਤੁਹਾਡਾ ਉਸ ਤੋਂ ਥੱਲੇ ਹੈਗਾ ਆ ਦੈਨ ਤੁਹਾਡਾ ਚਾਂਸ ਨਹੀਂ ਮੈਂ ਸਮਝਣਾ ਚਾਹ ਰਿਹਾ ਸੀਗਾ ਕਿ ਜਿਸ ਤਰ੍ਹਾਂ ਤੁਸੀਂ ਕੋਈ ਸਮਝ ਰਹੇ ਹੋ ਕਿ ਸਾਡੇ ਮਤਲਬ ਅੰਟਾਰੀਓ ਦੀ ਬੜੀ ਵੱਡੀ ਪ੍ਰੋਬਲਮ ਹੈ ਇਹਦੇ ਬਾਰੇ ਸਾਨੂੰ ਕੋਈ ਨਾ ਕੋਈ ਅਲੱਗ ਤਰ੍ਹਾਂ ਦਾ ਲਾ ਲੈ ਕੇ ਆਉਣਾ ਚਾਹੀਦਾ ਹੈ ਤੁਸੀਂ ਉਹ ਜਿਹੜੀ ਬਿੱਲ ਦੀ ਸ਼ੇਪ 'ਚ ਆਪਣੇ ਆਪ ਇੰਡੀਪੈਂਡੈਂਟ ਨਹੀਂ ਕਰ ਸਕੋਗੇ ਜਿੰਨਾ ਚਿਰ ਤੁਹਾਨੂੰ ਪ੍ਰਾਈਮ ਮਿਨਿਸਟਰ ਨੇ ਜਾਂ ਤੁਹਾਡੀ ਪਾਰਟੀ ਦੇ ਜਿਹੜੇ
ਉਹ ਨਹੀਂ ਕਰਨਾ ਪਾਰਟੀ ਦੀ ਡਿਸੀਜਨ ਨਹੀਂ ਹੈਗੀ। ਹਾਊਸ ਆਫ ਕਾਮਨਸ ਦੀ ਐਡਮਿਨਿਸਟ੍ਰੇਸ਼ਨ ਇੱਕ ਲੋਟਰੀ ਸਿਸਟਮ ਉਹਨਾਂ ਦਾ ਹੈਗਾ ਆ, ਜਿਹੜਾ ਤੁਹਾਨੂੰ ਨੰਬਰ ਆਉਂਦਾ, ਜੇ ਤੁਹਾਨੂੰ ਨੰਬਰ 1 2 3 ਅਪ ਟੂ 100 ਐਂਡ ਸਮਥਿੰਗ ਮਿਲ ਜਾਂਦਾ ਆ, ਤੁਹਾਡੀ ਵਾਰੀ ਆ ਜੂਗੀ। ਮਤਲਬ ਲੋਟਰੀ ਸਿਸਟਮ ਇਹ ਇੰਪੋਰਟੈਂਸ ਨਹੀਂ ਦੇਖਦੇ ਕਿ ਕਿਹੜਾ ਜਿਹੜਾ ਕੰਮ ਬਹੁਤ ਇੰਪੋਰਟੈਂਟ ਹੈ, ਜਿਸ ਤਰੀਕੇ ਨਾਲ ਕੋਵਿਡ ਦੀ ਗੱਲ ਹੈ, ਕੋਵਿਡ ਦਾ ਸਬੰਧ ਕੋਈ ਬਿੱਲ ਆਉਣਾ ਚਾਹੁੰਦਾ ਆ, ਸੋ ਸਮਝ ਲਓ ਕਿ ਜਿਸ ਤਰ੍ਹਾਂ ਹੁਣ ਐਜੂਕੇਸ਼ਨ ਚੱਲ ਰਹੀ ਹੈ, ਕੁਝ ਬੜੀਆਂ ਨੈਗੇਟਿਵ ਚੀਜ਼ਾਂ ਵੀ ਸਾਹਮਣੇ ਆ ਰਹੀਆਂ, ਕੋਈ ਮੈਂਬਰ ਪਾਰਲੀਮੈਂਟ ਲੈ ਕੇ ਆਉਣਾ ਚਾਹੁੰਦਾ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਬੜਾ ਇਮੀਡੀਏਟਲੀ ਮਤਲਬ ਇਫੈਕਟ ਹੁੰਦਾ ਇਸ ਚੀਜ਼ ਦਾ ਲੋਕਾਂ ਤੇ, ਚੰਗਾ ਜਾਂ ਬੁਰਾ। ਤੇ ਕੀ ਉਹਨਾਂ ਨੂੰ ਵੀ ਲੋਟਰੀ 'ਚ ਹੀ ਪਾਇਆ ਜਾਂਦਾ ਜਾਂ ਜਿਹੜਾ ਟੌਪਿਕ ਉੱਤੇ ਬਿੱਲ ਹੈ ਉਹਦੀ ਇੰਪੋਰਟੈਂਸ ਨੂੰ ਵੇਖ ਕੇ ਉਹਦੀ ਪਹਿਲ ਹੁੰਦੀ ਕੋਈ? ਨਹੀਂ, ਕੋਈ ਪਹਿਲ ਨਹੀਂ ਹੁੰਦੀ ਇਸ ਤਰ੍ਹਾਂ। ਜੇ ਤੁਹਾਡਾ ਨੰਬਰ ਆਉਂਦਾ, ਤੁਹਾਡੀ ਮਰਜ਼ੀ ਆ, ਤੁਸੀਂ ਆਪਦੇ ਰਾਈਡਿੰਗ ਦੇ ਲਈ ਜਾਂ ਮੁਲਕ ਦੇ ਲਈ ਕਿਸ ਤਰ੍ਹਾਂ ਦਾ ਬਿੱਲ ਲੈ ਕੇ ਆਉਣਾ ਚਾਹੁੰਦੇ ਹੈਗੇ ਹੋ ਜਾਂ ਮੋਸ਼ਨ ਪੇਸ਼ ਕਰਨਾ ਚਾਹੁੰਦੇ ਹੋ, ਪਰ ਤੁਹਾਡਾ ਨੰਬਰ ਉਸ ਦੇ ਵਿੱਚ ਆਉਣਾ ਚਾਹੀਦਾ ਹੈਗਾ ਆ। ਜੇ ਤੁਹਾਡਾ ਨੰਬਰ 300 ਕੁਛ ਹੈਗਾ, ਯੂ ਆਰ ਨਾਟ ਗੋਇੰਗ ਟੂ ਗੈਟ ਐਨ ਓਪਰਚੁਨਿਟੀ। ਸੋ ਇਸ ਹਿਸਾਬ ਨਾਲ ਓਪਰਚੁਨਿਟੀ ਮਿਲਦੀ ਹੈ। ਨਹੀਂ, ਗਵਰਨਮੈਂਟ ਨੂੰ ਅਸੀਂ ਗਵਰਨਮੈਂਟ ਜੋ ਹੈਗੀ ਆ ਪਾਵਰ ਦੇ ਵਿੱਚ, ਉਹਨੂੰ ਇਨਫਲੂਐਂਸ ਕਰਦੇ ਹੈਗੇ ਆ ਥਰੂ ਆਰ ਕਾਕਸ ਮੀਟਿੰਗਸ, ਵੀ ਕਿਸ ਤਰ੍ਹਾਂ ਦੀ ਲੈਜਿਸਲੇਸ਼ਨ ਸਾਨੂੰ ਚਾਹੀਦੀ ਹੈਗੀ ਆ। ਅਸੀਂ ਕਮੇਟੀਜ਼ ਦੇ ਵਿੱਚ ਬੈਠਦੇ ਹਾਂ, ਉੱਥੇ ਅਸੀਂ ਲੈਜਿਸਲੇਸ਼ਨ ਨੂੰ ਅਮੈਂਡ ਕਰਦੇ ਹੈਗੇ ਆ, ਜਿਹੜੀ ਕੋਈ ਚੇਂਜਸ ਲੈਜਿਸਲੇਸ਼ਨ ਚਾਹੀਦੀਆਂ ਨੇ, ਜਾਂ ਅਸੀਂ ਰეკਮੈਂਡ ਵੀ ਕਰਦੇ ਹੈਗੇ ਆ ਆਪਣੀ ਕਮੇਟੀਜ਼ ਦੇ ਥਰੂ ਵੀ ਉਸ ਮਿਨਿਸਟਰ ਨੂੰ ਵੀ ਕਿਸ ਤਰ੍ਹਾਂ ਦੀ ਲੈਜਿਸਲੇਸ਼ਨ ਸਾਡੇ ਰეკਮੈਂਡੇਸ਼ਨਸ ਦੇ ਹਿਸਾਬ ਨਾਲ ਉਹਨਾਂ ਨੂੰ ਲਿਆਉਣੀ ਚਾਹੀਦੀ ਹੈ। ਸੋ ਹੋਰ ਬਹੁਤ ਮੈਥਡਸ ਹੈਗੇ ਨੇ ਲੈਜਿਸਲੇਸ਼ਨ ਨੂੰ ਇਨਫਲੂਐਂਸ ਕਰਨ ਲਈ ਜਾਂ ਲੈਜਿਸਲੇਸ਼ਨ ਲਿਆਉਣ ਲਈ, ਪਰ ਤੁਸੀਂ ਖੁਦ ਇੱਕ ਪ੍ਰਾਈਵੇਟ ਮੈਂਬਰਸ ਬਿੱਲ ਉਹਨਾਂ ਚਿਰ ਨਹੀਂ ਲਿਆ ਸਕਦੇ ਜਿੰਨਾ ਚਿਰ ਤੁਹਾਡਾ ਨੰਬਰ ਵਾਰੀ ਨਹੀਂ ਤੁਹਾਡੀ ਹੁੰਦੀ ਹੈ। ਕਿਉਂਕਿ ਇਹਨਾਂ ਮੁਲਕਾਂ ਦੀ ਲੌਬੀ ਸ਼ਬਦ ਬੜਾ ਵਰਤਿਆ ਜਾਂਦਾ ਵੀ ਇਸ ਕੰਮ ਲਈ ਲੌਬੀ ਕੀਤੀ ਜਾਂਦੀ ਆ। ਤੁਸੀਂ ਦੱਸਿਆ ਕਿ ਤੁਹਾਡੀ ਕੋਆਰਡੀਨੇਸ਼ਨ ਹੁੰਦੀ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਨਾਲ ਵੀ ਹੁੰਦੀ ਆ, ਮਿਊਨਿਸਪਲ ਲੈਵਲ ਤੇ ਵੀ ਹੁੰਦੀ ਆ, ਔਰ ਜਿਹੜੇ ਤੁਹਾਡੇ ਲੋਕਾਂ ਦੇ ਜਿਸ ਤਰ੍ਹਾਂ ਡਿਮਾਂਡ ਨੇ, ਜਿੱਦਾਂ ਬਰੈਂਪਟਨ ਦੀ ਡਿਮਾਂਡ ਹੈ ਯੂਨੀਵਰਸਿਟੀ ਚਾਹੀਦੀ ਸੀ, ਹਸਪੀਟਲ ਦੂਜਾ ਚਾਹੀਦਾ ਸੀ, ਉਹ ਜਿਹੜੇ ਪ੍ਰੋਜੈਕਟ ਹੈ ਕੋਈ ਐਸੀ ਪ੍ਰਾਈਡ ਮੂਵਮੈਂਟ ਦੀ ਸ਼ੇਅਰ ਕਰੋ ਪਿਛਲੇ 6 ਸਾਲਾਂ 'ਚ ਕਿ ਤੁਸੀਂ ਉਹਦੇ ਲਈ ਪੂਰਾ ਨਿੱਠ ਕੇ ਕੰਮ ਕੀਤਾ, ਉਹਦੀ ਫੰਡਿੰਗ ਲਈ ਤੁਸੀਂ ਮਤਲਬ ਐਕਸਟਰਾ ਆਰਡੀਨਰੀ ਵਰਕ ਕਰਕੇ ਤੇ ਉਹ ਫੰਡਿੰਗ ਵੀ ਦਵਾਈ, ਮਤਲਬ ਤੁਹਾਨੂੰ ਲੱਗੇ ਕਿ ਅਜੇ ਮੈਂਬਰ ਪਾਰਲੀਮੈਂਟ ਨੂੰ ਬੜੀ ਸੈਟੀਸਫੈਕਸ਼ਨ ਮਿਲੀ ਕਿ ਮੈਂ ਆਪਣੇ ਲੋਕਾਂ ਲਈ ਆਹ ਕੰਮ ਕੀਤਾ ਸੀਗਾ। ਕੋਈ ਇਸ ਤਰ੍ਹਾਂ ਦਾ 6 ਸਾਲਾਂ 'ਚ ਕੋਈ ਐਸਾ ਕੰਮ ਸਾਨੂੰ ਦੱਸੋ ਜਿਹਦੇ ਲਈ ਤੁਸੀਂ ਬਹੁਤ ਆਪਣੇ ਵੱਲੋਂ ਇੰਟਰਸਟ ਲਿਆ ਹੋਵੇ ਤੇ ਪਬਲਿਕ ਦੀ ਬੜੀ ਵੱਡੀ ਡਿਮਾਂਡ ਹੋਵੇ ਉਹ ਤੇ ਤੁਸੀਂ ਉਹਦੇ ਲਈ ਕੰਮ ਕੀਤਾ ਹੋਵੇ, ਕੋਈ ਤੁਹਾਡੀ ਇਹ 6 ਸਾਲਾਂ ਦੀ ਮੂਵਮੈਂਟ। ਹਾਂਜੀ, ਜਿਸ ਤਰ੍ਹਾਂ ਤੁਸੀਂ ਐਜੂਕੇਸ਼ਨ ਬਾਰੇ ਵੀ ਕਿਹਾ ਹੈਗਾ, ਉਹ ਪ੍ਰੋਵਿੰਸ਼ੀਅਲ ਹੈਗਾ। ਜੇ ਅਸੀਂ ਕੋਈ ਐਜੂਕੇਸ਼ਨ ਦਾ ਮੈਂਸ਼ਨ ਵੀ ਕਰੀਏ ਹਾਊਸ ਆਫ ਕਾਮਨਸ ਦੇ ਵਿੱਚ ਕੋਈ ਬਿੱਲ ਲਿਆਉਣ ਦਾ, ਉਹ ਬਿੱਲ ਉਹ ਐਕਸੈਪਟ ਨਹੀਂ ਕਰਨਗੇ, ਆਰਡਰ ਪੇਪਰ ਤੋਂ ਲਾਇਆ ਜਾਊਗਾ, ਕਿਉਂਕਿ ਉਹ ਸਾਡੀ ਮੇਰਾ ਮਤਲਬ ਇਹ ਸੀ ਕਿ ਜੇ ਮਤਲਬ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਕੋਈ ਪ੍ਰੋਜੈਕਟ ਹੈ, ਤੁਹਾਨੂੰ ਲੱਗਦਾ ਹੈ ਕਿ ਸਾਨੂੰ ਜਿੱਦਾਂ ਅਸੀਂ ਕਹਿ ਰਹੇ ਕਿ ਸਾਨੂੰ ਹਸਪੀਟਲ ਦੀ ਬਹੁਤ ਲੋੜ ਸੀਗੀ, ਚਾਹੇ ਉਹ ਫੈਡਰਲ ਮਸਲਾ ਨਹੀਂ ਵੀ ਆ ਪ੍ਰੋਵਿੰਸ ਦਾ ਜਾਂ ਮਿਊਨਿਸਪੈਲਿਟੀ ਦੇ ਕਈ ਹੁੰਦੀਆਂ ਚੀਜ਼ਾਂ, ਪਰ ਉਹਦੇ ਲਈ ਫੰਡਿੰਗ ਜਿਹੜੀ ਆ ਜਿਹੜੀ ਫੈਡਰਲ ਗਵਰਨਮੈਂਟ ਨੇ ਬਹੁਤ ਸਾਰੀ ਫੰਡਿੰਗ ਦੇਣੀ ਹੁੰਦੀ, ਉਹ ਤੇ ਡਿਪੈਂਡ ਕਰਦਾ। ਤੁਸੀਂ ਕਿਸੇ ਐਸੇ ਪ੍ਰੋਜੈਕਟ 'ਚ ਪੂਰਾ ਇੰਟਰਸਟ ਲੈ ਕੇ ਫੰਡਿੰਗ ਤੱਕ ਲਿਆਉਣ ਲਈ ਆਪਣੀ ਮਿਊਨਿਸਪੈਲਿਟੀ ਦੀ ਜਾਂ ਆਪਣੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਹੈਲਪ ਕੀਤੀ ਹੋਵੇ, ਤੁਹਾਨੂੰ ਤੇ ਪ੍ਰਾਈਡ ਹੋਵੇ ਕਿ ਮੈਂ ਆਹ ਕੰਮ ਕਰਕੇ ਦਿਖਾਇਆ? ਨਹੀਂ, ਬਹੁਤ ਪ੍ਰੋਜੈਕਟਸ ਨੇ ਇਸ ਤਰ੍ਹਾਂ ਦੇ ਜਿਹ 'ਚ ਪ੍ਰਾਈਡ ਸੀ, ਪਰ ਮੈਂ ਥੋੜਾ ਜਿਹਾ ਦੱਸਣਾ ਚਾਹੁੰਦੀ ਸੀ ਵੀ ਹਸਪੀਟਲ ਲਈ ਵੀ ਅਸੀਂ ਆਵਾਜ਼ ਉਠਾ ਰਹੇ ਹੈਗੇ ਆ, ਪਰ ਐਂਡ ਆਫ ਦ ਡੇ ਦ ਪ੍ਰੋਵਿੰਸ ਹੈਜ਼ ਟੂ ਡਿਸਾਈਡ। ਅਸੀਂ ਫੰਡਿੰਗ ਵੀ ਵਧਾਈ ਹੈਗੀ ਆ ਪ੍ਰੋਵਿੰਸ ਦੀ, ਇਸ ਪਲੇਟਫਾਰਮ ਦੇ ਥੱਲੇ ਵੀ ਵੱਧ ਫੰਡਿੰਗ ਹੈ ਹੈਲਥ ਕੇਅਰ ਲਈ। ਸੋ ਇਹ ਵੀ ਮੈਂ ਥੋੜਾ ਜਿਹਾ ਦੱਸਣਾ ਚਾਹੁੰਦੀ ਹੈਗੀ ਆ। ਅਸੀਂ 7,500 ਮੋਰ ਡਾਕਟਰਸ ਐਂਡ ਨਰਸਿਸ ਵੀ ਫੰਡਿੰਗ ਦੇਣ ਨੂੰ ਤਿਆਰ ਆ ਵੀ ਜੇ ਉਹ ਹਾਇਰ ਕਰਨ। 50,000 PSWs ਲਈ ਵੀ ਅਸੀਂ ਫੰਡਿੰਗ ਲਿਆ ਰਹੇ ਹਾਂ ਜੇ ਉਹ ਹਾਇਰ ਕਰਨ। ਖਾਸ ਕਰਕੇ ਪ੍ਰਾਈਡ ਦੀ ਮੂਵਮੈਂਟ ਮੈਂ ਤੁਹਾਨੂੰ ਦੱਸੂਗੀ ਵੀ ਜਿਹੜਾ ਇੱਥੇ ਸਾਈਬਰ ਸਿਕਿਉਰਿਟੀ, ਜਦੋਂ ਰਾਇਰਸਨ ਦੀ ਰਿਲੇਸ਼ਨਸ਼ਿਪ ਬਣ ਰਹੀ ਸੀ ਇਸ ਸਿਟੀ ਦੇ ਨਾਲ ਇੱਕ ਯੂਨੀਵਰਸਿਟੀ ਲਿਆਉਣ ਲਈ, ਅਸੀਂ ਬਹੁਤ ਕੋਸ਼ਿਸ਼ ਕੀਤੀ ਵੀ ਕਿਵੇਂ ਨਾ ਕਿਵੇਂ ਪ੍ਰੋਵਿੰਸ ਨੂੰ ਲਾਬੀ ਕੀਤਾ ਜਾਵੇ ਵੀ ਉਹ ਯੂਨੀਵਰਸਿਟੀ ਨੂੰ ਅਪਰੂਵਲ ਦੇ ਦੇਵੇ। ਜਿਹੜੀ ਪਹਿਲਾਂ ਸਰਕਾਰ ਸੀ ਇੱਥੇ ਪ੍ਰੋਵਿੰਸ ਦੀ, ਉਹਨਾਂ ਨੇ ਹਾਂ ਕਰ ਦਿੱਤੀ ਸੀ ਰਾਇਰਸਨ ਯੂਨੀਵਰਸਿਟੀ ਆਉਣ ਲਈ। ਫਿਰ ਉਸ ਤੋਂ ਬਾਅਦ ਜੋ ਕੰਜ਼ਰਵੇਟਿਵ ਸਰਕਾਰ ਆਈ ਸੀ, ਉਹਨਾਂ ਨੇ ਉਹ ਪਾਜ਼ ਕਰ ਦਿੱਤਾ ਉਸ ਪ੍ਰੋਜੈਕਟ ਨੂੰ ਤੇ ਹਜੇ ਤੱਕ ਇਨਕਾਰ ਕਰ ਰਹੇ ਹੈਗੇ ਨੇ। ਪਰ ਅਸੀਂ ਕੋਸ਼ਿਸ਼ ਕੀਤੀ ਵੀ ਠੀਕ ਹੈ, ਜੇ ਅਸੀਂ ਯੂਨੀਵਰਸਿਟੀ ਜੁਰਿਸਡਿਕਸ਼ਨ 'ਚ ਨਹੀਂ ਲਿਆ ਸਕਦੇ, ਨਹੀਂ ਹਾਂ ਕਰ ਸਕਦੇ, ਫਿਰ ਅਸੀਂ ਕੁਛ ਨਾ ਕੁਛ ਟ੍ਰੇਨਿੰਗ ਪ੍ਰੋਗਰਾਮ ਜਾਂ ਕੁਛ ਹੋਰ ਫੰਡਿੰਗ ਲਿਆ ਸਕਦੇ ਹਾਂ। ਸੋ ਅਸੀਂ ਰਾਇਰਸਨ ਨੂੰ ਬਿਠਾਇਆ, ਅਸੀਂ ਕਿਹਾ ਤੁਸੀਂ ਹੋਰ ਕੀ ਕਰ ਸਕਦੇ ਹੋ ਬਰੈਂਪਟਨ ਦੇ ਵਿੱਚ, ਜਿੰਨਾ ਚਿਰ ਤੁਹਾਨੂੰ ਉਹ ਅਪਰੂਵਲ ਨਹੀਂ ਮਿਲਦੀ ਆਪਾਂ ਕੁਛ ਫਾਊਂਡੇਸ਼ਨ ਤੁਹਾਡਾ ਸੈੱਟ ਕਰੀਏ। ਸੋ ਹੁਣ ਇੱਥੇ ਸਾਈਬਰ ਸਿਕਿਉਰਿਟੀ ਦੀ ਟ੍ਰੇਨਿੰਗ ਹੁੰਦੀ ਹੈ, ਜਿੱਥੇ ਸਿਰਫ ਬਰੈਂਪਟਨ ਦੇ ਬੱਚੇ ਵੀ ਨਹੀਂ, 올ਡਰ ਲੋਕ ਦੇ ਵੀ ਟ੍ਰੇਨਿੰਗ ਸਰਟੀਫਿਕੇਸ਼ਨ ਲੈ ਸਕਦੇ ਹੈਗੇ ਨੇ। ਸੋ ਦੈਟਸ ਅ ਰੀਲੀ ਗੁੱਡ ਸਟਾਰਟ, ਕਿਉਂਕਿ ਅਸੀਂ ਉਹ ਫਾਊਂਡੇਸ਼ਨ ਬਿਲਡ ਕੀਤੀ ਆ ਵੀ ਹੁਣ ਪ੍ਰੋਵਿੰਸ ਇਨਕਾਰ ਨਾ ਕਰ ਸਕੇ। ਉੱਥੇ ਰਾਇਰਸਨ ਆ ਕੇ ਆਪਦੀ ਬਾਕੀ ਪ੍ਰੋਗਰਾਮਸ ਵੀ ਮੈਡ ਸਕੂਲ ਜੇ ਬਣਨਾ ਹੈਗਾ ਉੱਥੇ ਕਨੈਕਟ ਕਰ ਸਕੇ। ਜੋ ਹੁਣ 450 ਇਲੈਕਟ੍ਰਿਕ ਬੱਸਸ ਆ ਰਹੀਆਂ ਹੈਗੀਆਂ ਨੇ, ਅਸੀਂ ਬਹੁਤ
ਪਹਿਲਾਂ ਤੋਂ ਸ਼ੁਰੂ ਕੀਤਾ ਵੀ ਇੱਕ ਪਾਇਲਟ ਪ੍ਰੋਜੈਕਟ ਅਪਰੂਵ ਕੀਤਾ ਜਾਵੇ। ਬ੍ਰੈਂਪਟਨ ਵਾਸ ਦ ਫਰਸਟ ਇਨ ਦ ਕੰਟਰੀ ਜਿਹਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਇਲੈਕਟ੍ਰਿਕ ਬੱਸਸ ਦਾ ਅਸੀਂ ਪ੍ਰੋਵਿੰਸ ਹਟ ਗਈ ਸੀ, ਉਹਨਾਂ ਦਾ ਵੀ 1/3 ਸ਼ੇਅਰ ਸੀ, ਉਹਨਾਂ ਨੇ ਕਹਿ ਦਿੱਤਾ ਸੀ ਵੀ ਅਸੀਂ ਆਪਦਾ 1/3 ਨਹੀਂ ਦੇਣਾ ਹੈਗਾ। ਤੇ ਫਿਰ ਅਸੀਂ ਇਨਫਰਾਸਟ੍ਰਕਚਰ ਮਿਨਿਸਟਰ ਕੋਲ ਗਏ ਤੇ ਅਸੀਂ ਕਿਹਾ ਵੀ ਅਸੀਂ ਪ੍ਰੋਵਿੰਸ ਦਾ ਹਿੱਸਾ ਵੀ ਦਈਏ ਕਿਉਂਕਿ ਇੱਥੇ ਕੁਛ ਨਾ ਕੁਛ ਤਾਂ ਸ਼ੁਰੂ ਹੋਣਾ ਚਾਹੀਦਾ। LRT ਨੂੰ ਤਾਂ ਹਜੇ ਅਪਰੂਵ ਸਿਟੀ ਨੇ ਨਹੀਂ ਕੀਤਾ ਸੀਗਾ ਜਿਹੜਾ ਰਾਊਟ ਕਿਹੜਾ ਚਾਹੁੰਦੇ ਸੀ ਉਹ, ਪਰ ਕੁਛ ਨਾ ਕੁਛ ਅਸੀਂ ਟ੍ਰਾਂਜ਼ਿਟ ਦਾ ਲਿਆਉਣਾ ਚਾਹੁੰਦੇ ਹਾਂ। ਸੋ ਉਹ ਸ਼ੁਰੂ ਹੋਇਆ ਤਾਂ ਹੁਣ 450 ਜਿਹੜੀਆਂ ਹੈਗੀਆਂ ਨੇ ਬੱਸਸ ਦੀ ਵੀ ਫੰਡਿੰਗ ਹੁਣ ਬ੍ਰੈਂਪਟਨ ਕੋਲ ਆ ਗਈ ਹੈਗੀ ਆਲਰੇਡੀ, ਫੈਡਰਲ ਗਵਰਨਮੈਂਟ ਵੀ ਨਹੀਂ। ਸੋ ਆਪਣੀ ਜਿੰਨੀ ਵੀ ਫਲੀਟ ਆ ਕੈਨੇਡਾ ਦੇ ਵਿੱਚ ਇੱਕ ਕੱਲੀ ਆਲਮੋਸਟ ਆਟੋਵਾ ਦੇ ਨਾਲ ਕੰਪੇਅਰ ਕਰ ਸਕਦੇ ਹਾਂ ਸਿਟੀ ਹੋਊਗੀ ਸਭ ਤੋਂ ਵੱਡੀ ਫਲੀਟ ਇਲੈਕਟ੍ਰਿਕ ਚੱਲੂਗੀ। ਐਂਡ ਦੇयर इज ਮੈਨੀ ਅਦਰ ਥਿੰਗਸ ਐਜ਼ ਵੈਲ, ਜਿਵੇਂ ਕੋਵਿਡ ਦੇ ਵਿੱਚ ਜੋ ਫੰਡਿੰਗ ਮਿਲਣੀ ਹੈਗੀ ਆ ਇਹਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਰਿਹਾ ਹੈਗਾ। ਸਾਡੀ ਰੋਜ਼ ਦੀਆਂ ਕਾਕਸ ਮੀਟਿੰਗਸ ਹੁੰਦੀਆਂ ਸੀ, ਅਸੀਂ ਸਵੇਰੇ ਬਿਜ਼ਨੈਸਿਸ ਤੋਂ ਸੁਣਦੇ ਸੀ, ਜਿੰਨੇ ਵੀ ਘਬਰਾਏ ਹੋਏ ਲੋਕ ਸਾਨੂੰ ਫੋਨ ਕਰਦੇ ਸੀ ਸਾਰਾ ਦਿਨ ਐਂਡ ਰਾਤ ਤੱਕ ਵੀ ਜਿਹੜੇ ਕਾਲਸ ਆ ਰਹੀਆਂ ਸੀ। ਆਈ ਡੋਂਟ ਫੀਲ ਆਈ ਵਰਕਡ ਐਜ਼ ਹਾਰਡ ਐਜ਼ ਆਈ ਡਿਡ ਡੂਰਿੰਗ ਦ ਕੋਵਿਡ ਪੈਂਡੈਮਿਕ, ਸਪੈਸ਼ਲੀ ਜਿਹੜੇ ਪਹਿਲੇ 3-4 ਮਹੀਨੇ ਸੀਗੇ ਉਦੋਂ ਅਸੀਂ ਦਿਨ ਪਰ ਰਾਤ ਕੰਮ ਕਰ ਰਹੇ ਸੀ। ਲੱਗਦਾ ਤਾਂ ਇਸ ਤਰ੍ਹਾਂ ਹੋਣਾ ਵੀ ਘਰੇ ਬੈਠੇ ਹੈਗੇ ਆਪਾਂ, ਘਰੇ ਦਿਨ ਪਰ ਰਾਤ ਲਾਈਟਸ ਔਨ ਸੀਗੀਆਂ ਕਿਉਂਕਿ ਲੋਕ ਬਹੁਤ ਪੈਨਿਕਡ ਹੋਏ ਸੀਗੇ ਵੀ ਇਹ ਪੈਂਡੈਮਿਕ ਆ ਗਿਆ ਅਸੀਂ ਕੀ ਕਰਾਂਗੇ। ਸੋ ਐਵਰੀ ਡੇ ਵੀ ਵਰ ਪੁਟਿੰਗ ਫੀਡਬੈਕ। ਜਿਹੜੇ ਪ੍ਰੋਗਰਾਮ ਚੇਂਜ ਵੀ ਹੋਏ ਹੈਗੇ ਨੇ ਉਹ ਤਾਂ ਹੀ ਹੋਏ ਨੇ ਕਿਉਂਕਿ ਅਸੀਂ ਆਵਾਜ਼ ਉਠਾਈ ਹੈਗੀ ਆ। ਸਿੱਖਾਂ ਦੇ ਵੀ ਕਈ ਮਸਲੇ ਉੱਠੇ ਹੈਗੇ ਨੇ, ਉਹਦੇ ਵਿੱਚ ਮੈਂ ਹਮੇਸ਼ਾ ਇੱਕ ਸਟਰੋਂਗ ਐਡਵੋਕੇਟ ਰਹੀ ਹੈਗੀ ਆ, ਫਰੰਟ ਤੇ ਰਹੀ ਹੈਗੀ ਆ ਆਪਣੀ ਆਵਾਜ਼ ਉਠਾਉਣ ਦੇ ਵਿੱਚ। ਸੋ ਆਈ ਥਿੰਕ ਪਾਰਲੀਮੈਂਟ ਵੀ ਲੋਕਾਂ ਨੂੰ ਪਤਾ ਹੈਗਾ ਵੀ ਇਸ ਤਰ੍ਹਾਂ ਦਾ ਜੇ ਕੋਈ ਕਮਿਊਨਿਟੀ ਦਾ ਮਸਲਾ ਹੈਗਾ ਆ ਵੈਨ ਰੂਬੀ ਸੋਤਾ ਹੈਗੀ ਆ ਜਿਹੜੀ ਉਸ ਦੇ ਕੋਲੋਂ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਵੀ ਕੀ ਕਰਨਾ ਚਾਹੀਦਾ ਇਸ ਇਸ਼ੂ ਬਾਰੇ। ਐਂਡ ਐਡਵੋਕੇਸੀ ਵੀ ਮੇਰੀ ਆਈ ਵੁੱਡ ਸੇ has been very strong in that area. ਕੱਲ ਤਾਂ ਮੈਂ ਰਿਫਿਊਜੀ ਬਾਰੇ ਕੋਈ ਕੁਐਸਚਨ ਪੁੱਛਣਾ ਹੈ ਉਹ ਬਾਅਦ ਚ ਲਾਸਟ ਕੁਐਸਚਨ ਮੇਰੇ ਦਿਮਾਗ 'ਚ ਇੱਕ ਹੋਰ ਕੁਐਸਚਨ ਆ ਰਿਹਾ ਸੀਗਾ ਕਿ ਮੈਨੂੰ ਨਹੀਂ ਪਤਾ ਕਿ ਪ੍ਰੋਵਿੰਸ ਦਾ ਮਸਲਾ ਹੈ ਜਾਂ ਫੈਡਰਲ ਮਸਲਾ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨਹੀਂ ਵੀ ਕਲੀਅਰ ਹੁੰਦੀਆਂ, ਤੁਸੀਂ ਲੋਕ ਵੀ ਸਾਨੂੰ ਦੱਸ ਸਕਦੇ ਹੋ। ਟ੍ਰੈਫਿਕ ਕੰਜੈਸ਼ਨ ਦਾ ਬਹੁਤ ਵੱਡਾ ਮਸਲਾ ਹੈ, ਹਾਈਵੇ ਨੂੰ ਲੈ ਕੇ ਬਹੁਤ ਇੱਥੇ ਲੋੜ ਸਮਝੀ ਜਾ ਰਹੀ ਆ। ਕਈ ਵਾਰ ਅਸੀਂ ਸੁਣਦੇ ਆ ਕਿ ਇੱਕ ਹਾਈਵੇ ਬਣਨਾ ਸੀ ਉਹ ਬਣ ਨਹੀਂ ਦਿੱਤਾ ਗਿਆ, ਕਈ ਕਾਰਨ ਹੋਏ, ਪਤਾ ਨਹੀਂ ਫੰਡਿੰਗ ਨਹੀਂ ਹੋਈ ਜਾਂ ਕੀ ਹੋਇਆ। ਹੁਣ ਵੀ ਤੁਸੀਂ ਦੇਖੋ ਟ੍ਰੈਫਿਕ ਦਾ ਇੰਨਾ ਮਾੜਾ ਹਾਲ ਹੈ ਕਿ ਤੁਸੀਂ ਇੱਥੋਂ ਜਾਣਾ ਹੋਵੇ ਮਤਲਬ ਡਾਊਨਟਾਊਨ ਤੇ ਖੈਰ ਪਹਿਲਾਂ ਤੋਂ ਮੁਸ਼ਕਿਲ ਹੋਣੀ ਹੈ, ਕਿਤੇ ਵੀ ਜਾਣਾ ਤੁਹਾਨੂੰ ਅੱਧਾ ਘੰਟਾ ਪਹਿਲਾਂ ਨਿਕਲਣਾ ਪੈਂਦਾ। ਇਹਦੇ ਲਈ ਤੁਸੀਂ ਦੱਸ ਰਹੇ ਹੋ ਵੀ ਟ੍ਰਾਂਜ਼ਿਟ ਦਾ ਤੁਸੀਂ ਕਰ ਕੀਤਾ ਪ੍ਰੋਜੈਕਟ ਲਿਆਂਦਾ, ਹਾਈਵੇ ਦੇ ਬਾਰੇ ਕੋਈ ਮਤਲਬ ਜਿਹੜਾ ਹੈਗਾ ਕੋਈ ਪ੍ਰੋਜੈਕਟ ਚੱਲ ਰਿਹਾ ਹੈ ਨੇੜੇ ਭਵਿੱਖ ਵਿੱਚ? ਤੁਹਾਡੀ ਜਿਹੜੀ ਨੈਕਸਟ ਗਵਰਨਮੈਂਟ ਹੋਣੀ ਉਹਦੀ ਫੰਡਿੰਗ ਦੀ ਤਿਆਰੀ ਹੈਗੀ ਆ? ਕਿਉਂਕਿ ਇਸ ਇਲਾਕੇ ਦੀ ਬੜੀ ਵੱਡੀ ਸਮੱਸਿਆ ਹੈ ਕਿ ਟ੍ਰੈਫਿਕ ਕੰਜੈਸ਼ਨ ਬਹੁਤ ਜ਼ਿਆਦਾ ਹੈ, ਲੋਕਾਂ ਦਾ ਟਾਈਮ ਬਹੁਤ ਵੇਸਟ ਹੁੰਦਾ। ਹਾਂਜੀ, ਸੋ ਇਹ ਜਿਹੜੇ ਪ੍ਰੋਜੈਕਟਸ ਹੁੰਦੇ ਆ ਇਹ ਬਾਟਮ ਅਪ ਹੁੰਦੇ ਹੈਗੇ ਨੇ ਸਾਰੇ। ਸੋ ਫੈਡਰਲ ਸਰਕਾਰ ਦਾ ਇੰਡੀਆ ਤੋਂ ਮੇਬੀ ਥੋੜਾ ਜਿਹਾ ਡਿਫਰੈਂਟ ਹੈਗਾ ਸਿਸਟਮ, ਇਹ ਲੋਕਲ ਗਵਰਨਮੈਂਟਸ ਤਿਆਰ ਕਰਦੀਆਂ ਨੇ। ਇਹ ਜਿਹੜੇ ਹਾਈਵੇ 401 407 ਤੁਸੀਂ ਇਹ ਪ੍ਰੋਵਿੰਸ਼ੀਅਲ ਹਾਈਵੇਜ਼ ਹੈਗੇ ਨੇ, ਪ੍ਰੋਵਿੰਸ਼ੀਅਲ ਗਵਰਨਮੈਂਟ ਡਿਸਾਈਡ ਕਰਦੀ ਹੈਗੀ ਹੈ ਵੀ ਕਿੱਥੇ ਹਾਈਵੇ ਕੋਈ ਬਣਨਾ ਹੈਗਾ ਕਿ ਨਹੀਂ। ਅਸੀਂ ਉਹਦੇ ਵਿੱਚ ਯੋਗਦਾਨ ਪਾ ਸਕਦੇ ਹਾਂ ਪਰ ਡਿਸੀਜਨ ਇਜ਼ ਆਲਵੇਜ਼ देयर्स ਐਟ ਦੀ ਐਂਡ ਆਫ ਦ ਡੇ। ਐਂਡ ਆਈ ਥਿੰਕ ਜਿੱਦਾਂ ਨੂੰ ਆਪਾਂ ਚੱਲ ਰਹੇ ਹੈਗੇ ਆ ਇੱਥੇ ਹੋਰ ਟ੍ਰਾਂਜ਼ਿਟ ਦੀ ਹਾਈ ਸਪੀਡ ਰੇਲ ਦੀ ਲੋੜ ਹੈਗੀ ਆ। ਸਾਡੀ ਜਿਹੜੀ এনवायरमेंटल ਕਮਿਟਮੈਂਟਸ ਵੀ ਹੈਗੀਆਂ ਨੇ ਉਹਦੇ ਵਿੱਚ ਵੀ ਇਹ ਬੈਟਰ ਹੈਗਾ ਆ ਵੀ ਕਨੈਕਟੀਵਿਟੀ ਹੋਵੇ ਏਰੀਆ ਟੂ ਏਰੀਆ। ਸੋ ਵੀ ਆਰ ਕਮਿਟਡ ਵੀ ਜਿੱਥੇ ਵੀ ਪ੍ਰੋਵਿੰਸ ਐਂਡ ਸਿਟੀਜ਼ ਹਾਈ ਸਪੀਡ ਰੇਲ ਹੋਰ ਲਿਆਉਣਾ ਚਾਹੁੰਦੇ ਹੈਗੇ ਨੇ, ਟ੍ਰਾਂਜ਼ਿਟ ਪ੍ਰੋਜੈਕਟਸ ਲਿਆਉਣਾ ਚਾਹੁੰਦੇ ਆ, ਉਹਦੇ ਤੇ ਸਾਡਾ ਜ਼ੋਰ ਹੋਊਗਾ ਵੀ ਜਿਹੜੀ ਕੰਜੈਸ਼ਨ ਆ ਉਹ ਕਮ ਹੋਵੇ, ਕਾਰਸ ਰੋਡਾਂ ਤੋਂ ਘਟਣ। ਕਾਰਸ ਵੈਸੇ ਵੀ ਅਸੀਂ ਇਲੈਕਟ੍ਰਿਕ ਕਰ ਰਹੇ ਹੈਗੇ ਆ ਆਉਣ ਵਾਲੇ ਸਾਲਾਂ ਦੇ ਵਿੱਚ। ਇੱਥੇ ਜਿਹੜੀਆਂ ਮੈਨੂਫੈਕਚਰਿੰਗ ਗੈਸ ਕਾਰਸ ਦੀ ਹੈਗੀ ਆ ਉਹ ਬਿਲਕੁਲ ਹੀ ਡੀਕਰੀਜ਼ ਕਰ ਦੇਣੀ ਹੈਗੀ ਆ, ਹਟ ਜਾਣੀ ਹੈਗੀ ਆ ਇੱਥੇ। ਸੋ ਦੇयर इज अ लॉट ऑफ चेंज दैट्स कमिंग। ਜੋ ਤੁਸੀਂ ਅੱਜ ਸੋਚ ਰਹੇ ਹੈਗੇ ਹੋ ਵੀ ਜੇ ਆਪਾਂ ਹਾਈਵੇਜ਼ ਹੀ ਬਣਾਈ ਗਏ, that is not the future of this country. I think densification ਦੀ ਵੀ ਲੋੜ ਹੈਗੀ ਆ ਕਈ ਏਰੀਆਜ਼ ਦੇ ਵਿੱਚ। ਤੇ ਜਿਸ ਤਰ੍ਹਾਂ ਆਪਾਂ ਹੋਰਾਂ ਮੁਲਕਾਂ ਦੇ ਵਿੱਚ ਦੇਖਦੇ ਹੈਗੇ ਆ ਆਪਾਂ ਨੂੰ ਪਬਲਿਕ ਟ੍ਰਾਂਜ਼ਿਟ ਜੇ ਆਪਾਂ ਈਜ਼ੀਅਰ ਬਣਾਵਾਂਗੇ ਲੋਕਾਂ ਲਈ ਤਾਂ ਹੀ ਉਹ ਇਸ ਤਰ੍ਹਾਂ ਬਹੁਤ ਵਾਰ ਇਦਾਂ ਮੈਨੂੰ ਇਦਾਂ ਲੱਗਦਾ ਹੈ ਕਿ ਕਈ ਕੁਐਸਚਨ ਇਦਾਂ ਹੁੰਦੇ ਆ, ਬਹੁਤ ਵਾਰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਕਿ ਪ੍ਰੈਸ ਦਾ ਮਸਲਾ ਇਹ ਮਿਊਨਿਸਪੈਲਿਟੀ ਦਾ ਮਸਲਾ ਹੈ। ਕੰਟਰੀ ਤੇ ਇੱਕ ਹੈ ਨਾ ਜੀ, ਤੇ ਕੰਟਰੀ ਦੇ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਬਰੈਂਪਟਨ ਤੋਂ ਜਾਂਦੇ ਹੋ ਤੇ ਤੁਹਾਨੂੰ ਵੀ ਪਤਾ ਲੱਗਦਾ ਹੈ ਕਿ ਇੱਥੇ ਕੰਜੈਸ਼ਨ ਹੈ ਜਾਂ ਇੱਥੇ ਹਾਈਵੇ ਦੀ ਲੋੜ ਹੈ ਜਾਂ ਇਹ ਚੀਜ਼ ਹੈ। ਇਹ ਚੀਜ਼ਾਂ ਦੀ ਕੋਆਰਡੀਨੇਸ਼ਨ ਜੇ ਤੁਸੀਂ ਕਹਿੰਦੇ ਹੋ ਕੋਆਰਡੀਨੇਸ਼ਨ ਵੀ ਸਾਡੀ ਬਹੁਤ ਜ਼ਿਆਦਾ ਹੁੰਦੀ ਆ, ਫਿਰ ਇਹ ਚੀਜ਼ਾਂ ਨੂੰ ਕੋਆਰਡੀਨੇਟ ਕਿਉਂ ਨਹੀਂ ਕੀਤਾ ਜਾਂਦਾ? ਇਹ ਦੂਜੇ ਨੂੰ ਕਿਉਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਪ੍ਰੈਸ ਦਾ ਮਸਲਾ ਹੈ ਜਾਂ ਪ੍ਰੈਸ ਵਾਲੇ ਕਹਿੰਦੇ ਫੈਡਰਲ ਮਸਲਾ ਹੈ? ਮਤਲਬ ਇਹ ਰਲ ਕੇ ਕਿਉਂ ਨਹੀਂ ਹੋ ਸਕਦਾ? ਕੰਟਰੀ ਦੇ ਕੇ ਨਾ ਰਲ ਕੇ ਹੁੰਦਾ ਹੈ, ਫੰਡਿੰਗ ਰਲ ਕੇ ਹੁੰਦੀ ਹੈ ਪਰ ਇਹ ਬਾਟਮ ਅਪ ਡਿਸੀਜਨਸ ਹੁੰਦੇ ਆ। ਸੋ ਪਹਿਲਾਂ ਪ੍ਰੋਵਿੰਸ ਨੇ ਕਹਿਣਾ ਹੈਗਾ ਵੀ ਸਾਨੂੰ ਫੰਡਿੰਗ ਚਾਹੀਦੀ, ਅਸੀਂ ਇਹ ਚੀਜ਼ ਬਣਾਉਣੀ ਆ, ਅਸੀਂ ਉਹ ਚੀਜ਼ ਨੂੰ ਅਪਰੂਵ ਕਰ
ਕਰਦੇ ਹੈਗੇ ਆ। ਅਸੀਂ ਪ੍ਰੋਵਿੰਸ ਨੂੰ ਨਹੀਂ ਦੱਸਦੇ ਕਿ ਵੀ ਤੁਹਾਡੀ ਇਲਾਕੇ ਦੇ ਵਿੱਚ ਕਿੱਥੇ ਹਾਈਵੇ ਬਣਨਾ ਚਾਹੀਦਾ ਹੈਗਾ, ਕਿੱਥੇ ਨਹੀਂ। ਤੁਸੀਂ ਆਪਣੀ ਪ੍ਰੋਬਲਮ ਤਾਂ ਦੱਸ ਸਕਦੇ ਹੋ ਨਾ ਕਿ ਇੱਥੇ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਵੀ ਇੱਥੇ ਬਹੁਤ ਟ੍ਰੈਫਿਕ ਕੰਜੈਸ਼ਨ ਹੈ। ਪ੍ਰੋਬਲਮ ਤਾਂ ਉਹਨਾਂ ਨੂੰ ਨਜ਼ਰ ਹੀ ਆਉਂਦੀ ਹੈ, ਪ੍ਰੋਵਿੰਸ ਨੂੰ ਨਜ਼ਰ ਆਉਂਦੀ ਹੈ, ਉਹਦੇ ਵੀ ਐਮਪੀਪੀ ਸਾਡੇ ਬੈਠੇ ਹੈਗੇ ਆ, ਉਹਨਾਂ ਨੂੰ ਸਭ ਪਤਾ ਕਿਹੜੀ ਪ੍ਰੋਬਲਮਸ ਹੈਗੀਆਂ ਨੇ ਕਿਹੜੀਆਂ ਨਹੀਂ ਹੈਗੀਆਂ। ਪਰ ਆਪਾਂ ਕਈ ਵਾਰ ਸੋਚਦੇ ਹਾਂ ਵੀ ਫੈਡਰਲ ਗਵਰਨਮੈਂਟ ਹਰ ਇੱਕ ਚੀਜ਼ ਨੂੰ ਡਿਕਟੇਟ ਕਰਦੀ ਹੈ, ਇਸ ਤਰ੍ਹਾਂ ਨਹੀਂ ਹੈਗਾ। ਟ੍ਰਾਂਸ ਕੈਨੇਡਾ ਹਾਈਵੇ ਹੈਗਾ ਆ, ਉਹ ਸਾਡੀ ਜੁਰਿਸਡਿਕਸ਼ਨ ਹੈ। ਰੇਲ ਰੋਡ ਸਾਡੀ ਜੁਰਿਸਡਿਕਸ਼ਨ ਹੈਗੀ ਆ। ਫਲਾਈਟ ਏਵੀਏਸ਼ਨ ਉਹ ਸਾਡੀ ਜੁਰਿਸਡਿਕਸ਼ਨ ਹੈਗੀ ਆ ਫੈਡਰਲ ਗਵਰਨਮੈਂਟ ਦੀ। ਜੋ ਡਿਫੈਂਸ ਆ ਉਹ ਸਾਡੀ ਜੁਰਿਸਡਿਕਸ਼ਨ ਹੈਗੀ ਆ। ਪਰ ਜਿਹੜੇ ਪ੍ਰੋਵਿੰਸ਼ੀਅਲ ਹਾਈਵੇਜ਼ ਨੇ ਉਹ ਪ੍ਰੋਵਿੰਸ਼ੀਅਲ ਹੀ ਜੁਰਿਸਡਿਕਸ਼ਨ ਆ। ਜੇ ਉਹ 'ਚ ਕੋਈ ਐਕਸਪੈਂਸ਼ਨ ਚਾਹੁੰਦੇ ਹੈਗੇ ਆ, ਉਹ 'ਚ ਫੰਡਿੰਗ ਚਾਹੁੰਦੇ ਆ, ਦੈਨ ਪ੍ਰੋਵਿੰਸ ਹੈਜ਼ ਟੂ ਸੇ ਵੀ ਸਾਨੂੰ ਇਹਦੇ 'ਚ ਅਸੀਂ ਇਹ ਹਾਈਵੇ ਬਣਾਉਣਾ ਚਾਹੁੰਦੇ ਆ। ਐਂਡ ਦੈਨ ਅਸੀਂ ਇਨਕਾਰ ਨਹੀਂ ਕੀਤਾ ਹੈਗਾ ਕਦੇ ਵੀ। ਵੀ ਆਰ ਅ ਪਾਰਟਨਰ। ਜਿਨੇ ਸਾਡੇ ਪ੍ਰਾਈਮ ਮਿਨਿਸਟਰ ਨੇ ਇੰਨੀ ਵਾਰ ਪ੍ਰੀਮੀਅਰਸ ਦੇ ਨਾਲ ਮਿਲੇ ਹੈਗੇ ਆ। ਪਹਿਲਾਂ ਦੀ ਜਿਹੜੀ ਸਰਕਾਰ ਸੀ, ਹਾਰਪਰ ਸਰਕਾਰ, ਤਾਂ ਪ੍ਰੀਮੀਅਰਸ ਨੂੰ ਕੁਝ ਸਮਝਦੇ ਹੀ ਨਹੀਂ ਸੀਗੇ। ਪ੍ਰੀਮੀਅਰਸ ਨੂੰ ਵੀ ਜੇ ਪੁੱਛ ਲਓ ਇੰਨੀਆਂ ਮੀਟਿੰਗਸ ਕਦੇ ਪ੍ਰਾਈਮ ਮਿਨਿਸਟਰ ਦੇ ਨਾਲ ਇੰਨੀ ਬਾਤ ਇਨ ਗੱਲਬਾਤ ਵੀ ਕਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈਗੀ ਹੈ, ਕਦੇ ਨਹੀਂ ਹੋਈ। ਪਰ ਇਹ ਹਮੇਸ਼ਾ ਡਿਵੈਲਪਮੈਂਟ ਜੋ ਹੁੰਦੀ ਹੈਗੀ ਆ ਇੱਕ ਲੋਕਲ ਲੈਵਲ ਤੋਂ ਉੱਤੇ ਨੂੰ ਜਾਂਦੀ ਹੈਗੀ ਆ ਵੀ ਸਾਨੂੰ ਕੀ ਚਾਹੀਦਾ ਹੈਗਾ ਆ। ਇਹ ਗਿੱਲ ਸਾਹਿਬ ਜਿਹੜੇ ਉਹ ਸਵਾਲ ਨੇ ਉਹ ਤੁਹਾਨੂੰ ਬਾਅਦ 'ਚ ਕਰਨਾ। ਮੈਂ ਤੁਹਾਨੂੰ ਦੋ ਉਹਨਾਂ ਤੋਂ ਪਹਿਲਾਂ ਸਵਾਲ ਕਰਨਾ ਚਾਹਾਂਗਾ। ਪਹਿਲਾ ਮੇਰਾ ਸਵਾਲ ਇਹ ਹੈ ਕਿ ਸਾਡੇ ਜਿਹੜੇ ਇਮੀਗ੍ਰੈਂਟ ਆਉਂਦੇ ਆ ਨਾ, ਖਾਸ ਕਰਕੇ ਇੰਡੀਆ ਤੋਂ, ਉਹਨਾਂ ਨੂੰ ਇਹ ਗਿਲਾ ਹੈ ਕਿ ਬਈ ਸਾਨੂੰ 10 ਸਾਲ ਬਾਅਦ ਜਿਹੜੀ ਆ ਮਤਲਬ ਪੈਨਸ਼ਨ ਲੱਗਦੀ ਹੈਗੀ ਆ ਤੇ 65 ਸਾਲ ਦੀ ਉਮਰ ਹੋਣੀ ਚਾਹੀਦੀ ਆ। ਇਹਦੇ ਵਿੱਚ ਉਹ ਮਹਿਸੂਸ ਕਰਦੇ ਆ ਵੀ ਜੇ ਉਹ ਸਿਟੀਜ਼ਨ ਬਣ ਜਾਂਦੇ ਆ ਇੱਥੋਂ ਦੇ, ਮਤਲਬ 3 ਸਾਲ ਦਾ ਕੁਆਲੀਫਾਈਂਗ ਟਾਈਮ ਹੈਗਾ, ਜੇ ਵਿਦਨ 3 ਇਅਰ ਦੇ ਸਿਟੀਜ਼ਨ ਬਣ ਜਾਂਦੇ ਆ ਤਾਂ ਕੈਨੇਡੀਅਨ ਸਿਟੀਜ਼ਨ ਜਿਹੜੇ ਆ ਉਹਨਾਂ ਦੇ ਤੌਰ ਦੇ ਉੱਤੇ ਉਹਨਾਂ ਨੂੰ ਬਰਾਬਰ ਟਰੀਟ ਕੀਤਾ ਜਾਣਾ ਚਾਹੀਦਾ। ਉਹਨਾਂ ਦੇ ਉੱਤੇ 65 ਸਾਲ ਦੀ ਉਮਰ ਵਾਲੀ ਜਾਂ ਜਿਹੜੀ 10 ਸਾਲ ਦੀ ਸਟੇ ਵਾਲੀ ਕੰਡੀਸ਼ਨ ਹੈ ਉਹ ਲਾਗੂ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹਨਾਂ ਨੂੰ ਕੈਨੇਡੀਅਨ ਸਿਟੀਜ਼ਨਸ ਵਾਲੇ ਸਾਰੇ ਜਿਹੜੇ ਹੱਕ ਆ ਉਹ ਮਿਲਣੇ ਚਾਹੀਦੇ ਆ। ਇੱਕ ਤਾਂ ਮੇਰਾ ਇਹ ਸਵਾਲ ਹੈਗਾ। ਦੂਜਾ ਇਹ ਆ ਕਿ ਇਹ ਤੁਹਾਡੀ ਤੀਸਰੀ ਇਲੈਕਸ਼ਨ ਹੈ। ਹੁਣ ਤੀਸਰੀ ਇਲੈਕਸ਼ਨ ਦੇ ਦੌਰਾਨ ਜਿਹੜੀ ਹੁਣ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਆਲੇ ਦੁਆਲੇ ਪਤਾ ਕੀਤਾ ਆ, ਜਾਣਕਾਰੀ ਲਈ ਆ ਭਈ ਜਿਹੜੇ ਉਮੀਦਵਾਰ ਆ ਜਾਂ ਪਾਰਟੀਆਂ ਆ ਉਹ ਦੂਜੀਆਂ ਵਿਰੋਧੀਆਂ ਦੇ ਕਿਤੇ ਸਾਈਨ ਪੁੱਟ ਦਿੰਦੇ ਹੈਗੇ ਆ, ਕਿਤੇ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਮਾੜਾ ਚੰਗਾ ਬੋਲਦੇ ਹੈਗੇ ਆ, ਜਾਂ ਉਹਨਾਂ ਨੂੰ ਸਮਝ ਲਓ ਡਿਮੋਰਲਾਈਜ਼ ਕਰਨ ਦਾ ਯਤਨ ਕਰਦੇ ਹੈਗੇ ਆ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਹਾਂਜੀ, ਦੇਖੋ ਪੋਲਿਟਿਕਸ ਤਾਂ ਆਪਾਂ ਨੂੰ ਸਾਫ਼ ਹੀ ਰੱਖਣੀ ਚਾਹੀਦੀ ਹੈਗੀ ਹੈ। ਨਹੀਂ ਆਉਣ ਵਾਲੀ ਜਿਹੜੀ ਆਪਣੀ ਪੀੜ੍ਹੀ ਹੈਗੀ ਆ ਉਹਨਾਂ ਦਾ ਇੰਟਰਸਟ ਨਹੀਂ ਰਹਿਣਾ ਹੈਗਾ ਪੋਲਿਟਿਕਸ ਦੇ ਵਿੱਚ। ਹੁਣ ਵੀ ਇਸ ਟਾਈਮ ਤੇ ਚੰਗੇ ਕੈਂਡੀਡੇਟ ਰਿਕਰੂਟ ਕਰਨੇ ਬਹੁਤ ਮੁਸ਼ਕਲ ਹੁੰਦੇ ਹੈਗੇ ਆ। ਜਿਹਨੇ ਕੋਈ ਚੰਗੀ ਪੜ੍ਹਾਈ ਕੀਤੀ ਹੈਗੀ ਆ, ਕੋਈ ਚੰਗੇ ਪੋਜੀਸ਼ਨ ਤੇ ਆਲਰੇਡੀ ਲੱਗੇ ਹੁੰਦੇ ਆ, ਉਹ ਕਹਿੰਦੇ ਅਸੀਂ ਕੀ ਲੈਣਾ ਹੈਗਾ ਪੋਲਿਟਿਕਸ ਤੋਂ, ਰਾਈਟ? ਸੋ ਵੀ ਨੀਡ ਟੂ ਮੇਕ ਸ਼ੋਰ ਵੀ ਜਿਹੜਾ ਡੈਮੋਕ੍ਰੈਟਿਕ ਆਪਣਾ ਸਿਸਟਮ ਹੈਗਾ ਆ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਹੋਣ। ਵੀ ਆਰ ਟਰਾਈਂਗ ਆਰ ਬੈਸਟ ਟੂ ਮੇਕ ਸ਼ੋਰ ਵੀ ਇਹਨਾਂ ਚੀਜ਼ਾਂ ਨੂੰ ਪਬਲਿਕ ਵੀ ਕੀਤਾ ਜਾਵੇ। ਲੋਕ ਆਪ ਹੀ ਬਹੁਤ ਸਮਝਦਾਰ ਨੇ, ਉਹ ਨਹੀਂ ਪਸੰਦ ਕਰਦੇ ਹੈਗੇ ਇਸ ਤਰ੍ਹਾਂ ਦੀਆਂ ਚੀਜ਼ਾਂ। ਜੋ ਸੀਨੀਅਰਸ ਦੀ ਤੁਸੀਂ ਗੱਲ ਕੀਤੀ ਹੈਗੀ ਆ, ਮੈਂ ਡੈਫੀਨੇਟਲੀ ਇਹਨੂੰ ਰੇਜ਼ ਕਰੂੰਗੀ। ਪਰ a pension is a privilege, it's not a right. It's not that ਵੀ ਹਰ ਇੱਕ ਬੰਦੇ ਨੂੰ ਭਾਵੇਂ ਉਹ ਕੱਲ ਆਇਆ ਹੈਗਾ ਆ ਔਰ ਕੈਨੇਡੀਅਨ ਗਵਰਨਮੈਂਟ ਉਹਨਾਂ ਨੂੰ ਕੁਝ ਉਹ ਕਰਦੀ ਹੈਗੀ ਆ, ਕਿਉਂਕਿ ਕੰਟਰੀਬਿਊਸ਼ਨ ਦੇ ਹਿਸਾਬ ਨਾਲ ਮਿਲਦੀ ਹੈਗੀ ਆ ਪੈਨਸ਼ਨ। ਤੁਸੀਂ ਕੈਨੇਡੀਅਨ ਕੰਮ ਦੇ ਵਿੱਚ ਕਿੰਨਾ ਕੰਟਰੀਬਿਊਟ ਕੀਤਾ ਜਾਂ ਸੋਸਾਇਟੀ ਦੇ ਵਿੱਚ ਇੱਕ ਇੱਥੇ ਦੇ ਰਹਿ ਕੇ ਇੱਕ ਸਿਟੀਜ਼ਨ ਬਣ ਕੇ ਤੁਸੀਂ ਕੀ ਕੈਨੇਡਾ ਨੂੰ ਦੇਣ ਦਿੱਤੀ ਹੈਗੀ ਆ ਬਾਈ ਬੀਇੰਗ ਹੇਅਰ। ਐਂਡ ਸੋ ਕਈ ਸੀਨੀਅਰਸ ਹੈਗੇ ਨੇ ਜਿਨ੍ਹਾਂ ਨੇ ਦੇਖੋ ਬਿਲਕੁਲ ਹੀ ਕੰਮ ਨਹੀਂ ਕੀਤਾ, ਕਈ ਸੀਨੀਅਰਸ ਨੇ ਬਹੁਤ ਕੰਮ ਕੀਤਾ ਹੈਗਾ। ਉਹਨਾਂ ਲਈ ਇੱਕ CPP ਬੈਨੀਫਿਟ ਵੀ ਹੈਗਾ ਸੀ ਜਿਹਦੇ ਵਿੱਚ ਉਹਨਾਂ ਨੇ ਆਲਰੇਡੀ ਕੰਟਰੀਬਿਊਸ਼ਨ ਮੋਨਿਟਰੀ ਕੰਟਰੀਬਿਊਸ਼ਨ ਮਤਲਬ ਪੈਸੇ ਉਹਨਾਂ ਨੇ ਚੱਕ ਚੁਪਾਏ ਹੈਗੇ ਨੇ, ਉਹ ਤਾਂ ਮਿਲਦਾ ਹੈਗਾ ਭਾਵੇਂ ਤੁਸੀਂ 3 ਸਾਲ ਦੇ ਰਹਿ ਰਹੇ ਹੋ ਭਾਵੇਂ 5 ਸਾਲ ਦੇ ਰਹਿੰਦੇ ਹੋ। ਜਿਹੜੇ ਕੰਮ ਕਰਦੇ ਹੈਗੇ ਆ ਉਹ 65 ਤੇ ਹੀ ਭਾਵੇਂ 3-4 ਸਾਲ ਰਹਿੰਦੇ ਆ ਉਹਨਾਂ ਨੂੰ CPP ਮਿਲਣ ਲੱਗ ਜਾਂਦੀ ਹੈਗੀ ਆ। ਡਜ਼ਨਟ ਮੈਟਰ ਵੀ ਤੁਸੀਂ 10 ਸਾਲ ਰਹੇ ਹੈਗੇ ਕੋਈ ਨਹੀਂ। ਜਿਹੜੀ ਦੂਜੀ OAS ਵਾਲੀ ਪੈਨਸ਼ਨ ਹੈਗੀ ਆ ਉਹਦਾ ਹੈਗਾ ਆ ਵੀ ਜਦੋਂ ਤੁਸੀਂ ਪੈਰੈਂਟ ਨੂੰ ਸਪਾਂਸਰ ਕਰਦੇ ਆ ਤੁਸੀਂ ਉਹਨਾਂ ਦਾ ਖਰਚਾ ਚੱਕੋਗੇ 10 ਸਾਲ ਲਈ। ਉਸ ਤੋਂ ਬਾਅਦ ਕੈਨੇਡੀਅਨ ਗਵਰਨਮੈਂਟ ਫਿਰ ਵੀ ਇੰਨਾ ਸੋਚ ਰਹੀ ਹੈਗੀ ਆ ਵੀ ਭਾਵੇਂ ਉਹਨਾਂ ਲੋਕਾਂ ਨੇ ਨਹੀਂ ਇੱਥੇ ਬਿਲਕੁਲ ਹੀ ਕੰਮ ਕੀਤਾ ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਸ਼ਾਇਦ ਪੈਨਸ਼ਨ ਉਹਨਾਂ ਨੇ ਕੰਮ ਤਾਂ ਸਾਰੇ ਕਿਸੇ ਹੋਰ ਮੁਲਕ 'ਚ ਕੀਤਾ ਹੈਗਾ ਉਸ ਏਜ ਦੇ ਵਿੱਚ, ਐਂਡ ਫਿਰ ਵੀ ਅਸੀਂ ਉਹਨਾਂ ਨੂੰ ਕੁਛ ਨਾ ਕੁਛ ਦੇ ਰਹੇ ਹੈਗੇ ਆ। ਸੋ ਆਈ ਥਿੰਕ ਇਟਸ ਅ ਗੁੱਡ ਥਿੰਗ। ਆਈ ਵਿਲ ਟੇਕ ਯੂਰ ਫੀਡਬੈਕ ਦੋ। ਅਸੀਂ GIS ਪੈਨਸ਼ਨ ਵਧਾ ਰਹੇ ਹੈਗੇ ਆ $500 ਹੋਰ ਸਿੰਗਲ ਸੀਨੀਅਰਸ ਲਈ, $750 ਹੋਰ ਮੈਰਿਡ ਸੀਨੀਅਰਸ ਲਈ। OAS ਵੀ ਅਸੀਂ ਵਧਾ ਰਹੇ ਹੈਗੇ ਆ 10%। CPP ਅਸੀਂ ਵਧਾ ਰਹੇ ਹੈਗੇ ਆ 25%। ਸਰਵਾਈਵਰਸ ਬੈਨੀਫਿਟ ਜਿਹੜਾ ਹੈਗਾ CPP ਦਾ। ਸੋ ਪੈਨਸ਼ਨਸ ਦੇ ਵਿੱਚ ਵਾਧਾ ਆ ਰਿਹਾ ਹੈਗਾ ਸੀਨੀਅਰਸ ਲਈ।
ਪਰ ਯੂ ਹੈਵ ਟੂ ਅੰਡਰਸਟੈਂਡ ਇਸ ਮੁਲਕ ਦੇ ਸੀਨੀਅਰਸ ਬਹੁਤ ਬੈਠੇ ਹੈਗੇ ਨੇ, ਆਪਣੀ ਜਿਹੜੀ ਵਰਕਿੰਗ ਪੋਪੂਲੇਸ਼ਨ ਹੈਗੀ ਆ ਉਹ ਘਟ ਰਹੀ ਹੈਗੀ ਆ। ਇੱਕ ਟਾਈਮ ਸੀ ਜਦੋਂ ਪੈਨਸ਼ਨ 70s ਦੇ ਵਿੱਚ ਜਦੋਂ ਪੈਨਸ਼ਨ ਸਿਸਟਮ ਕੈਨੇਡਾ 'ਚ ਬਣਿਆ ਸੀ, ਉਸ ਤੋਂ ਪਹਿਲਾਂ ਕੋਈ ਪੈਨਸ਼ਨ ਨਹੀਂ ਹੁੰਦੀ ਸੀ। ਜਦੋਂ ਇਹ ਡਿਵੈਲਪ ਹੋਇਆ ਇਹ ਪੈਨਸ਼ਨ ਸਿਸਟਮ, ਉਦੋਂ ਹਰੇਕ 4 ਬੰਦੇ ਜਿਹੜੇ ਕੰਮ ਕਰ ਰਹੇ ਸੀ ਉਹ ਇੱਕ ਸੀਨੀਅਰ ਨੂੰ ਸਪੋਰਟ ਕਰ ਰਹੇ ਸੀ। ਹੁਣ ਇਹਦਾ ਆਲਮੋਸਟ 2:1 ਰੇਸ਼ੀਓ ਹੋ ਗਿਆ ਹੈਗਾ, ਸੋ ਇਟਸ ਬਿਕਮ ਇਵਨ ਮੋਰ ਡਿਫਿਕਲਟ। ਤੇ ਆਈ ਥਿੰਕ ਜੇ ਤੁਸੀਂ ਕਹੋਗੇ ਵੀ ਇਹ ਬਰਡਨ ਸਾਰਾ ਹੀ ਸਰਕਾਰ ਤੇ ਪੈਣਾ ਚਾਹੀਦਾ, ਆਈ ਥਿੰਕ ਜਿਹੜਾ ਪੇਰੈਂਟਸ ਦਾ ਬਿਲੋਂਗ ਦਾ ਸਿਸਟਮ ਹੈਗਾ ਉਹਦੇ ਨੰਬਰਸ ਵੀ ਸ਼ਾਇਦ ਤੁਸੀਂ ਆਉਣ ਵਾਲੇ ਸਾਲਾਂ 'ਚ ਦੇਖੋਗੇ ਵੀ ਐਕਸਪੈਂਡ ਕਰਨ ਦੇ ਨਾਲੋਂ ਸ਼ਾਇਦ ਪਾਲਿਸੀਜ਼ ਇਸ ਤਰ੍ਹਾਂ ਦੀਆਂ ਬਣਨ ਲੱਗ ਜਾਣ ਵੀ ਸਾਨੂੰ ਡਿਕਰੀਜ਼ ਕਰਨਾ ਪੈਣਾ। ਮੈਂ ਸ਼ਾਇਦ ਆਪਣਾ ਸਵਾਲ ਜਿਹੜਾ ਉਹ ਸਮਝਾ ਨਹੀਂ ਸਕਿਆ। ਮੇਰਾ ਕੁਐਸਚਨ ਸਿਰਫ ਇਹ ਆ ਕਿ ਦੇਖੋ ਜਿਹੜੇ 10 ਸਾਲ ਬਾਅਦ ਵੀ ਪੈਨਸ਼ਨ ਲੈਂਦੇ ਉਹਨਾਂ ਨੇ ਵੀ ਕੰਮ ਇੱਥੇ ਕੋਈ ਨਹੀਂ ਕੀਤਾ, ਉਹਨਾਂ ਨੇ ਸਿਰਫ ਜਿਹੜੀ ਮਤਲਬ ਚੀਜ਼ਾਂ ਇੱਥੋਂ ਖਰੀਦੀਆਂ ਉਹਨਾਂ ਦੇ ਉੱਤੇ ਜਿਹੜੇ ਟੈਕਸ ਵਗੈਰਾ ਦਿੱਤੇ ਆ। ਮੇਰਾ ਕੁਐਸਚਨ ਇਹ ਹੈ ਕਿ ਉਹ ਜਦੋਂ ਸਿਟੀਜ਼ਨਸ਼ਿਪ ਅਨੁਸਾਰ ਕਿਸੇ ਨੂੰ ਮਿਲਣੀ ਨਹੀਂ ਹੈ, 3 ਸਾਲ ਉਹਦਾ ਕੁਆਲੀਫਾਈਂਗ ਪੀਰੀਅਡ ਹੈਗਾ, ਮਤਲਬ 3 ਸਾਲ ਬਾਅਦ ਸਿਟੀਜ਼ਨਸ਼ਿਪ ਮਿਲ ਸਕਦੀ ਹੈ ਨਾ। 3 ਸਾਲ ਬਾਅਦ ਤਾਂ ਉਹ ਅਪਲਾਈ ਕਰੇਗਾ, ਉਹਨੂੰ ਮਿਲਦੀ 3.5 ਸਾਲ ਬਾਅਦ ਦਾ ਕਦੇ। ਮੇਰਾ ਮਤਲਬ ਜਦੋਂ ਉਹ ਕੈਨੇਡੀਅਨ ਸਿਟੀਜ਼ਨ ਬਣ ਜਾਂਦਾ ਹੈਗਾ ਤਾਂ ਦੈਨ ਹੀ ਸ਼ੁੱਡ ਬੀ ਟ੍ਰੀਟਡ ਐਜ਼ ਅਦਰ ਕੈਨੇਡੀਅਨ ਸਿਟੀਜ਼ਨਸ। ਪੈਨਸ਼ਨ ਇੱਕ ਸਿਰਫ ਕੈਨੇਡੀਅਨ ਸਿਟੀਜ਼ਨ ਨੂੰ ਨਹੀਂ ਮਿਲਦੀ ਹੈਗੀ, ਪੀਆਰਸ ਨੂੰ ਵੀ ਪੈਨਸ਼ਨ ਮਿਲਦੀ ਹੈਗੀ ਆ। ਸੋ ਹਰ ਇੱਕ ਸਿਟੀਜ਼ਨ ਨੂੰ ਪੈਨਸ਼ਨ ਵੀ ਨਹੀਂ ਮਿਲਦੀ ਹੈਗੀ। ਇਟ ਆਲ ਡਿਪੈਂਡਸ ਔਨ ਕਿ ਕਿੰਨੇ ਸਾਲ ਤੁਸੀਂ ਇਸ ਮੁਲਕ ਦੇ ਵਿੱਚ ਰਹੇ ਆ। ਤੁਸੀਂ ਕਹਿ ਰਹੇ ਹੋ ਵੀ ਸਾਲ ਡਿਕਰੀਜ਼ ਕੀਤੇ ਜਾਣੇ ਚਾਹੀਦੇ ਹੈਗੇ, ਦੈਟਸ ਆਲ। ਪੈਨਸ਼ਨ ਤਾਂ ਪੀਆਰ ਨੂੰ ਵੀ ਮਿਲਦੀ ਹੈਗੀ। No, I don't mean that। ਮੈਂ ਇਹ ਕਹਿੰਦਾ ਕਿ ਜਦੋਂ ਕੋਈ ਕੈਨੇਡੀਅਨ ਸਿਟੀਜ਼ਨਸ਼ਿਪ ਲੈ ਲੈਂਦਾ, ਮੈਂ ਸਾਰਿਆਂ ਨੂੰ ਨਹੀਂ ਕਰ ਰਿਹਾ ਹੈਗਾ ਕਿ ਪੀਆਰ ਵਾਲੇ ਜਿਹੜੇ ਆ ਉਹਨਾਂ ਨੂੰ ਤੁਸੀਂ 3 ਸਾਲ ਬਾਅਦ ਹੈ ਨੋ, 3 ਸਾਲ ਕੁਆਲੀਫਾਈਂਗ ਪੀਰੀਅਡ ਹੈਗਾ। ਜਿਹੜੇ ਕੈਨੇਡੀਅਨ ਸਿਟੀਜ਼ਨਸ਼ਿਪ ਲੈ ਲੈਂਦੇ ਆ, ਮੈਂ ਉਹਨਾਂ ਦੀ ਗੱਲ ਕਰ ਰਿਹਾ ਸੀਗਾ ਜੀ। ਅੱਛਾ ਚਲੋ ਮੈਂ ਲਾਸਟ ਟਾਈਮ ਵੀ ਆਪਣਾ ਹੋ ਗਿਆ ਕਾਫੀ, ਜਿੰਨੇ ਦਰ ਸੋਚਿਆ ਸੀ ਉਹ ਤੋਂ ਜ਼ਿਆਦਾ ਜਾ ਰਿਹਾ। ਅੱਛਾ ਰਿਫਿਊਜੀਜ਼ ਨੂੰ ਲੈ ਕੇ ਇੱਕ ਸਵਾਲ ਬਾਰ-ਬਾਰ ਆਉਂਦਾ ਹੈ। ਸਾਡੇ ਇੱਥੇ ਐਕਸਪਰਟ ਆਉਂਦੇ ਰਹਿੰਦੇ ਨੇ। ਪਿਛਲੇ ਦਿਨੀ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀਗਾ, ਮੇਰੇ ਕੋਲ ਗੈਸਟ ਆਏ ਸੀਗੇ, ਉਹ ਕਹਿ ਰਹੇ ਸੀ ਕਿ ਜਿਹੜੀ ਸਾਡੀ ਇੱਕ ਪਾਸੇ ਆਪਾਂ ਕਹਿੰਦੇ ਹਾਂ ਕਿ ਆਪਾਂ ਬਹੁਤ ਜ਼ਿਆਦਾ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨ ਲਈ ਕੈਨੇਡੀਅਨ ਜਿਹੜੇ ਆ ਹਮੇਸ਼ਾ ਅੱਗੇ ਹੁੰਦੇ ਆ, ਬਹੁਤ ਚੰਗੀ ਗੱਲ ਹੈ। ਸਾਡੇ ਮੁਲਕ ਦਾ ਬੜਾ ਇਸ ਗੱਲ ਕਰਕੇ ਵਰਲਡ ਵਾਈਡ ਜਾਣਿਆ ਜਾਂਦਾ ਹੈ ਕਿ ਹਿਊਮਨ ਰਾਈਟਸ ਲਈ ਸਭ ਤੋਂ ਪਹਿਲਾਂ ਪਹਿਲ ਕਰਦੇ ਆ ਕੈਨੇਡੀਅਨ ਕਰਦੇ ਆ। ਪਰ ਦੂਜੇ ਪਾਸੇ ਜਿਹੜੀ ਜਦੋਂ ਰਿਫਿਊਜੀ ਇਸ ਤਰ੍ਹਾਂ ਸੰਕਟ ਦਾ ਸਮਾਂ ਹੁੰਦਾ, ਜਦੋਂ ਕੋਈ ਵੀ ਕ੍ਰਾਈਸਿਸ ਹੁੰਦਾ ਦੁਨੀਆ ਤੇ ਕਿਤੇ, ਤੇ ਆਪਾਂ ਯਕਦਮ ਐਲਾਨ ਕਰ ਦਿੰਦੇ ਆ ਜੀ ਅਸੀਂ 25,000 ਲੈ ਲਾਂਗੇ, 40,000 ਲੈ ਲਾਂਗੇ, ਉਦੋਂ ਫਿਰ ਇਹ ਚੀਜ਼ ਨਹੀਂ ਵੇਖੀ ਜਾਂਦੀ ਵੀ ਕਿਸ ਕੁਆਲਿਟੀ ਦੇ ਲੋਕ ਜਿਹੜੇ ਆ ਉਹ ਆ ਜਾਣਗੇ ਇੱਕਦਮ। ਆਫਟਰ ਜਿਹੜੇ ਲੋਕ ਅੱਜ ਆ ਰਹੇ ਆ ਉਹਨਾਂ ਨੇ ਆਉਣ ਵਾਲੇ ਸਮੇਂ 10-15 ਸਾਲਾਂ ਬਾਅਦ ਜਦੋਂ ਪੂਰਾ ਇੱਕ ਗਰੁੱਪ ਹੋਣਾ, ਭਾਵੇਂ ਉਹ ਪੰਜਾਬੀਆਂ ਦਾ ਹੋਵੇ, ਕਿਤੋਂ ਹੋਇਆ ਹੋਵੇ, ਨਹੀਂ ਅਸੀਂ ਕਹਿੰਦੇ ਵੀ ਖਾਲੀ ਸੀਰੀਆ ਦੀ ਗੱਲ, ਸੀਰੀਆ ਵਾਲੇ ਦਾ ਬਹੁਤ ਕ੍ਰਿਟਿਸਿਜ਼ਮ ਹੋਇਆ ਸੀ ਗਵਰਨਮੈਂਟ ਦਾ, ਤੇ ਹੁਣ ਵੀ ਅਫਗਾਨਿਸਤਾਨ ਤੋਂ ਆਪਾਂ ਆਉਣੇ ਆ ਬਹੁਤ ਸਾਰੇ ਲੋਕ। ਉਹਦੇ ਚ 2-3 ਚੀਜ਼ਾਂ ਨੇ, ਅਸੀਂ ਹੁਣੇ ਤੁਹਾਡੇ ਤੋਂ ਪਹਿਲਾਂ ਗੱਲ ਕਰਕੇ ਹਟੇ ਆ। ਪੈਸਾ ਦਾ ਮੰਨਣਾ ਸੀ ਕਿ ਕੋਈ ਨਾ ਕੋਈ ਫਿਲਟਰ ਹੋਣਾ ਚਾਹੀਦਾ ਆ, ਪਰ ਮੈਂ ਸਮਝਦਾ ਕਿ ਸੰਕਟ ਦੇ ਸਮੇਂ ਫਿਲਟਰ ਨਹੀਂ ਲੱਗ ਸਕਦਾ। ਗਵਰਨਮੈਂਟ ਨੂੰ ਕੋਈ ਲੌਂਗ ਟਰਮ ਪਾਲਿਸੀ ਇਦਾਂ ਦੀ ਜ਼ਰੂਰ ਬਣਾਉਣੀ ਚਾਹੀਦੀ ਆ ਕਿ ਜਿਹੜੇ ਲੋਕਾਂ ਨੂੰ ਆਪਾਂ ਹੁਣ ਇਨਵਾਈਟ ਕਰ ਰਹੇ ਹਾਂ, ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਹਾਂ, ਇੱਥੇ ਆਉਣ, ਉਹਨਾਂ ਨੂੰ ਘੱਟੋ ਘੱਟ 5 ਸਾਲ 4 ਸਾਲ ਦਾ ਕੋਈ ਪੀਰੀਅਡ ਫਿਕਸ ਹੋਵੇ ਕਿ ਉਹ ਕੰਟਰੀ ਲਈ ਕੀ ਕੰਟਰੀਬਿਊਟ ਕਰਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਪ੍ਰੋਪਰ ਦਿੱਤੀ ਜਾਵੇ। ਇਦਾਂ ਨਾ ਹੋਵੇ ਕਿ ਉਹਨਾਂ ਨੂੰ ਬੈਨੀਫਿਟ ਇਹਨਾਂ ਦਿੱਤਾ ਜਾਵੇ ਕਿ ਜਿਹੜੇ ਟੈਕਸ ਪੇਅਰ ਆ ਉਹ ਮਹਿਸੂਸ ਕਰਨ ਲੱਗ ਜਾਣ ਕਿ ਯਾਰ ਅਸੀਂ ਤੇ ਕੰਮ ਕਰਦੇ ਆ 10 ਘੰਟੇ 2-2 ਸ਼ਿਫਟਾਂ ਲਾਉਨੇ ਆ ਤੇ ਸਾਡੇ ਉਹਨੇ ਪੈਸੇ ਨਹੀਂ ਬਣਦੇ, ਤੇ ਸਰਕਾਰ ਬਾਹਰੋਂ ਲਿਆ ਕੇ ਬੰਦਿਆਂ ਨੂੰ, ਔਰ ਉਹਨਾਂ ਦਾ ਇਹ ਵੀ ਨਹੀਂ ਪਤਾ ਕਿ ਕਿਹੋ ਜਿਹੇ ਬੰਦੇ ਹੋਣਗੇ, ਕੱਲ ਨੂੰ ਸਾਡੇ ਕੰਟਰੀ ਲਈ ਕਿਹੋ ਜਿਹੀ ਉਹਨਾਂ ਦੀ ਕੰਟਰੀਬਿਊਸ਼ਨ ਹੋਊਗੀ, ਕਿਤੇ ਇੱਥੇ ਵੀ ਡਿਸਟਰਬੈਂਸ ਨਹੀਂ ਪੈਦਾ ਕਰ ਦੇਣਗੇ। ਕਿਸ ਤਰ੍ਹਾਂ ਦੇ ਲੋਕ ਆਉਣਗੇ, ਉਹਦੀ ਕੁਆਲਿਟੀ, ਉਹਦਾ ਕੋਈ ਚੈੱਕ ਸਾਡੇ ਕੋਲ ਨਹੀਂ ਆ। ਕੀ ਹੈਗਾ ਦੱਸਿਓ ਸਾਨੂੰ। ਕੀ ਹੈਗਾ? ਸੋ ਯੂਐਨ ਚੈੱਕ ਕਰਦਾ ਹੈਗਾ ਇਹ ਸਾਰੀਆਂ ਚੀਜ਼ਾਂ, ਸਾਡੀ ਸਿਕਿਉਰਿਟੀ। ਕੋਈ ਵੀ ਬੰਦਾ ਇਸ ਮੁਲਕ ਦੇ ਵਿੱਚ ਨਹੀਂ ਆ ਸਕਦਾ ਜਿਨ੍ਹਾਂ ਦੀ ਸਿਕਿਉਰਿਟੀ ਬੈਕਗ੍ਰਾਉਂਡ ਚੈੱਕ ਨਹੀਂ ਹੁੰਦੀ, ਕ੍ਰਿਮੀਨਲ ਚੈੱਕਸ ਨਹੀਂ ਹੁੰਦੇ ਹੈਗੇ। refugee is a different category than economic immigrant। ਖਾਸ ਕਰਕੇ ਬਹੁਤ ਸਾਰੇ ਕਰ ਰਹੇ ਸੀ। ਹਾਂਜੀ ਠੀਕ ਹੈ, ਉਹ ਬਹੁਤ ਛੋਟੀ ਕੈਟਾਗਰੀ ਆ। ਮੋਸਟਲੀ ਤਾਂ ਲਾਈਕ ਆਪਣੀ majority जो immigration होती है या economic नहीं, वो बिल्कुल ठीक तरीके ਨਾਲ ਹੋਣੀ। ਮਾਪਿਓ ਕਿਸੇ ਦੇ ਕਿਸ ਤਰ੍ਹਾਂ ਦੇ ਹੋਣਗੇ, ਕਿਸ ਤਰ੍ਹਾਂ ਦੇ ਖਿਆਲਾਂ ਦੇ ਹੋਣਗੇ, ਕਿ ਉਹਨਾਂ ਦਾ ਸੁਭਾਅ ਹੋਊਗਾ ਕਿ ਉਹ ਵੈਲਫੇਅਰ ਤੇ ਧਿਆਨ ਨਹੀਂ ਰਿਫਿਊਜੀ ਪੈਨਸ਼ਨ ਆਈ ਨੋ ਕਿ ਉਹ ਪੈਨਸ਼ਨ ਵਗੈਰਾ ਲੈਣਗੇ, ਉਹ ਵੀ ਇਹ ਸਭ ਕੁਝ ਕਰਦੇ ਹੈਗੇ। ਉਹਨਾਂ ਨੂੰ ਵੀ ਕਈ ਵਾਰ ਬੱਚੇ ਨਹੀਂ ਸਾਂਭਦੇ, ਉਹਨਾਂ ਨੂੰ ਵੀ ਵੈਲਫੇਅਰ ਤੇ ਕਈ ਵਾਰ ਬੈਠਣਾ ਪੈਂਦਾ। ਸੋ ਰਿਫਿਊਜੀ ਇਹ ਜਿਹੇ ਲੋਕ ਹੁੰਦੇ ਹੈਗੇ ਨੇ ਜਿਨ੍ਹਾਂ ਦੀ ਅਸੀਂ ਬਹੁਤ ਛੋਟੀ ਕੈਟਾਗਰੀ ਲੈਂਦੇ ਆ ਹਰ ਇੱਕ ਸਾਲ। ਆਈ ਥਿੰਕ ਲੋਕ ਓਵਰ ਐਮਫਸਾਈਜ਼ ਕਰ ਦਿੰਦੇ ਹੈਗੇ ਇਹ ਕੰਟਰੀਬਿਊਸ਼ਨ ਨੂੰ। ਆਪਾਂ ਨੂੰ ਥੋੜੀ ਅੰਦਰ ਝਾਤੀ ਮਾਰਨੀ ਚਾਹੀਦੀ ਹੈਗੀ ਆ।
ਆਪਾਂ ਕਿੰਨੇ ਵਧੀਆ ਮੁਲਕ ਦੇ ਵਿੱਚ ਰਹਿ ਰਹੇ ਹੈਗੇ ਆ, ਜਿੱਥੇ ਆ ਲੋਕਾਂ ਨੂੰ ਪੈਨਸ਼ਨਾਂ ਮਿਲ ਰਹੀਆਂ ਹੈਗੀਆਂ ਨੇ, ਸਾਰੀਆਂ ਸਹੂਲਤਾਂ ਮਿਲ ਰਹੀਆਂ ਹੈਗੀਆਂ ਨੇ, ਖਾਣ ਨੂੰ ਫੂਡ ਬੈਂਕਸ ਹੈਗੇ ਨੇ, ਸਭ ਕੁਝ ਹੈਗਾ ਇਸ ਮੁਲਕ ਨੂੰ। ਜੇ ਇੰਨਾ ਵੀ ਆਪਾਂ ਚੱਲ ਨਹੀਂ ਸਕਦੇ ਦੈਨ ਆਈ ਡੋਂਟ ਨੋ ਵੀ ਆਪਾਂ ਕਿਸ ਤਰ੍ਹਾਂ ਦੇ ਹਿਊਮਨ ਬੀਇੰਗਸ ਹੈਗੇ ਨੇ ਜਿਹੜੇ ਲੋਕ ਇਸ ਤਰ੍ਹਾਂ ਸੋਚ ਰਹੇ ਹੈਗੇ ਨੇ ਜਦੋਂ ਕਿਤੇ ਬੰਬ ਡਿੱਗ ਰਹੇ ਹੈਗੇ ਨੇ, ਹਾਲਾਤ ਇੰਨੇ ਮਾੜੇ ਹੋ ਰਹੇ ਨੇ। ਅਫਗਾਨਿਸਤਾਨ ਦਾ ਮੈਂ ਤੁਹਾਨੂੰ ਖੁਦ ਦੱਸ ਸਕਦੀ ਹਾਂ, ਇਹ ਕੈਂਪੇਨ ਦੇ ਵਿੱਚ ਪਹਿਲੇ 3 ਹਫ਼ਤੇ ਮੈਂ ਮੋਸਟਲੀ ਅੱਧਾ ਦਿਨ ਅਫਗਾਨਿਸਤਾਨ ਦੇ ਰੈਫਿਊਜੀ ਫੈਮਿਲੀਜ਼ ਦੇ ਨਾਲ ਹੀ ਲਾਇਆ ਹੈਗਾ, ਜਿਨ੍ਹਾਂ ਦੇ ਪਰਿਵਾਰ ਇੱਥੇ ਨੇ, ਕੋਈ ਭੈਣ ਉੱਥੇ ਰਹਿ ਗਿਆ, ਭਰਾ ਉੱਥੇ ਰਹਿ ਗਿਆ, ਮਾਂ ਪਿਓ ਬਜ਼ੁਰਗ ਉੱਥੇ ਰਹਿ ਗਏ, ਜਿਨ੍ਹਾਂ ਦੀ ਜਾਨ ਖਤਰੇ ਦੇ ਵਿੱਚ ਹੈਗੀ ਆ। ਉਹ ਚੰਗੇ ਲੋਕ ਹੈਗੇ ਨੇ, ਉਹ ਆਪਣੀ ਲਾਈਫ ਜੀਣਾ ਚਾਹੁੰਦੇ ਹੈਗੇ ਇੱਕ ਚੰਗੇ ਤਰੀਕੇ ਨਾਲ, ਉਹਦਾ ਇੰਨਾ ਕੋਈ ਖਰਚਾ ਨਹੀਂ ਹੁੰਦਾ। ਜਿਹੜੇ ਐਲਾਨ ਵੀ ਕੀਤੇ ਜਾਂਦੇ ਹੈਗੇ ਆ ਉਹ ਚੋਂ ਅੱਧੇ ਕੋਈ ਗਵਰਨਮੈਂਟ ਹੋਰ ਸਪਾਂਸਰਡ ਹੁੰਦੇ ਨੇ, ਅੱਧੇ ਪ੍ਰਾਈਵੇਟ ਸਪਾਂਸਰਡ ਲੋਕ ਕਰਦੇ ਆ। ਲੋਕ ਖੁਦ ਗਰੁੱਪ ਆਫ 5 ਐਪਲੀਕੇਸ਼ਨ ਭਰ ਕੇ ਉਹਨਾਂ ਦੇ ਟਰਸਟ ਅਕਾਊਂਟ ਦੇ ਵਿੱਚ ਪੈਸਾ ਪਾ ਕੇ, ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੂੰ ਸਾਂਭਣਾ 1 ਸਾਲ। ਉਸ ਤੋਂ ਬਾਅਦ ਉਹ ਸਾਰੇ ਕੰਟਰੀਬਿਊਟਿੰਗ ਲੋਕ ਹੈਗੇ ਨੇ। ਮੈਂ ਖੁਦ ਮੇਰੇ ਸਟਾਫ ਦੀ I know lots of people ਜਿਹੜੇ pharmaceutical companies ਅੱਜ ਰਨ ਕਰ ਰਹੇ ਨੇ, ਉਹ ਇੱਕ ਟਾਈਮ ਤੇ ਰੈਫਿਊਜੀ ਸੀਗੇ। ਜੋ ਚਾਕਲੇਟ ਕੰਪਨੀ ਰਨ ਕਰ ਰਹੇ ਨੇ ਉਹ ਸੀਰੀਅਨ ਰੈਫਿਊਜੀ ਸੀਗੇ। in my staff as well ਇੱਕ ਟਾਈਮ ਤੇ ਉਹਨਾਂ ਦੀ ਫੈਮਿਲੀ ਵੀ ਇੱਕ ਰੈਫਿਊਜੀ ਫੈਮਿਲੀ ਇੱਥੇ ਆਈ ਸੀ, ਬਹੁਤ ਪੜ੍ਹੇ ਲਿਖੇ ਹੈਗੇ ਨੇ, ਪ੍ਰੋਫੈਸਰਸ ਹੈਗੇ ਨੇ। ਸੋ I think ਇਹ ਥੋੜੀ ਜੀ ਗਲਤ ਫਹਿਮੀ ਹੈਗੀ ਆ ਲੋਕਾਂ ਨੂੰ, ਗਲਤ ਫਹਿਮੀ ਹੈਗੀ। ਐਂਡ ਸਿਕਿਉਰਿਟੀ ਚੈੱਕ ਵੀ ਮੁਲਕ ਦੀ ਜਿਹੜੀ ਸਿਕਿਉਰਿਟੀ ਆ ਉਹ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤੀ ਜਾ ਸਕਦੀ। UN ਸਾਰਿਆਂ ਨੂੰ ਸਕਰੀਨ ਕਰਦੀ ਆ, UN ਹਰ ਇੱਕ ਮੁਲਕ ਨੂੰ ਲਿਸਟ ਦਿੰਦੀ ਆ। ਸਿਰਫ ਅਸੀਂ ਨਹੀਂ ਹੈਗੇ ਜਿਹੜੇ ਲੈਂਦੇ ਆ, ਫਰਾਂਸ ਲੈਂਦਾ, ਜਰਮਨੀ ਲੈਂਦਾ ਹੈਗਾ, UK ਲੈਂਦੀ ਹੈਗੀ ਆ, ਅਮਰੀਕਾ ਲੈਂਦੀ ਹੈਗੀ ਆ, ਤੇ ਉਹ ਵੀ ਬਹੁਤ ਵੱਡੇ ਨੰਬਰ 'ਚ ਲੈਂਦੀ ਹੈਗੀ ਆ। So this is ਨੰਬਰ 'ਚ ਤੇ ਆਪਾਂ ਹੈਗੇ ਆ ਸਾਰਿਆਂ ਤੋਂ, ਮੈਨੂੰ ਲੱਗਦਾ no we are not, ਬਹੁਤ ਘੱਟ ਹੈਗੇ ਨੰਬਰਸ ਦੇ ਵਿੱਚ। ਯਸ ਮਿਲੀਅਨਸ ਆਉਂਦੇ ਹੈਗੇ ਯੂਰੋਪੀਅਨ ਕੰਟਰੀਜ਼ ਦੇ ਵਿੱਚ, ਕਿਤੇ ਵੱਧ ਆਪਣੇ ਨਾਲੋਂ। ਐਂਡ ਆਪਾਂ ਥੋੜੇ ਜਿਹੇ ਆਲਸੋ ਪ੍ਰੋਟੈਕਟਡ ਹੈਗੇ ਆ ਵੀ ਆਪਣਾ ਬਾਰਡਰ ਅਮਰੀਕਾ ਦੇ ਨਾਲ ਲੱਗਦਾ। ਸੋ ਮੋਸਟਲੀ ਜਿਹੜੇ ਬਾਰਡਰ ਤੇ ਵੀ ਜਿਹੜੇ ਅਸਾਈਲਮ ਸੀਕਰਸ ਆਉਂਦੇ ਆ ਉਹ ਅਮਰੀਕਾ ਦੇ ਵਿੱਚ ਹੀ ਆਉਂਦੇ ਹੈਗੇ ਆ ਜਾਂ ਯੂਰੋਪੀਅਨ ਕੰਟਰੀਜ਼ ਦੇ ਵਿੱਚ, ਇੱਥੇ ਬਹੁਤ ਘੱਟ ਆਉਂਦੇ ਹੈਗੇ ਆ। ਸੋ we are very lucky in that way ਵੀ ਮੇਨਲੀ ਸਾਡੀ ਜਿਹੜੀ ਇਮੀਗ੍ਰੇਸ਼ਨ ਆ ਉਹ ਇਕਨੋਮਿਕ ਹੀ ਹੈਗੀ ਆ। ਇਸ ਤੋਂ ਪਹਿਲਾਂ ਕਿ ਗਿੱਲ ਸਾਹਿਬ ਰੂਬੀ ਹੋਰਾਂ ਦਾ ਧੰਨਵਾਦ ਕਰਨ ਤੇ ਡਿਸਕਸ਼ਨ ਨੂੰ ਕਨਕਲੂਡ ਕਰਨ, ਮੈਂ ਦਰਸ਼ਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਟੀਵੀ ਪੰਜਾਬੀ ਦੁਨੀਆ ਜਿਹੜੇ ਵੀ ਕੈਂਡੀਡੇਟ ਆ ਵੱਖਰੀਆਂ ਪਾਰਟੀਆਂ ਦੇ, ਉਹਨਾਂ ਨੂੰ ਅਸੀਂ ਇੱਥੇ ਮੌਕਾ ਦੇ ਕੇ ਖੁਸ਼ੀ ਮਹਿਸੂਸ ਕਰਾਂਗੇ। ਅਸੀਂ ਕਿਸੇ ਪਾਰਟੀ ਨੂੰ, ਕਿਸੇ ਕੈਂਡੀਡੇਟ ਨੂੰ ਨਾ ਹੀ ਸਪੋਰਟ ਕਰਦੇ ਹਾਂ ਤੇ ਨਾ ਹੀ ਉਹਨਾਂ ਦਾ ਵਿਰੋਧ ਕਰਦੇ ਹਾਂ, ਲੇਕਿਨ ਅਸੀਂ ਇਹ ਅਪੀਲ ਜ਼ਰੂਰ ਕਰਦੇ ਹਾਂ ਕਿ ਉਹ ਇੱਕ ਜਿਹੜਾ ਸ਼ਾਂਤਮਈ ਮਾਹੌਲ ਰੱਖਣ ਦੇ ਵਿੱਚ ਹਿੱਸਾ ਪਾਉਣ, ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ, ਆਪਣੀ ਮਰਜ਼ੀ ਨਾਲ ਜਿਹੜੀ ਪਾਰਟੀ, ਜਿਹੜਾ ਕੈਂਡੀਡੇਟ ਉਹਨਾਂ ਨੂੰ ਚੰਗਾ ਲੱਗਦਾ ਹੈ ਉਹਨੂੰ ਉਹ ਵੋਟ ਪਾਉਣ, ਪਰੰਤੂ ਵੋਟ ਜ਼ਰੂਰ ਪਾਉਣ। ਕਿਉਂਕਿ ਮੈਂ ਇਸ ਗੱਲ ਤੇ ਜ਼ੋਰ ਤਾਂ ਦਿੰਦਾ ਹਾਂ ਕਿ ਬੜੀ ਮੁਸ਼ਕਲ ਨਾਲ, ਬੜਾ ਸਟਰਗਲ ਕਰਕੇ ਅਸੀਂ ਜਿਹੜਾ ਵੋਟ ਦਾ ਅਧਿਕਾਰ ਲਿਆ ਹੈਗਾ ਉਹਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ। ਗਿੱਲ ਸਾਹਿਬ ਬਿਲਕੁਲ, ਮੈਂ ਰੂਬੀ ਨੂੰ ਕਹਾਂਗਾ ਤੁਸੀਂ ਕਨਕਲੂਡ ਕਰੋ। ਤੁਸੀਂ ਕੁਝ ਹੋਰ ਕੋਈ ਮੈਸੇਜ ਆਪਣੇ ਵੱਲੋਂ ਦੇਣਾ ਚਾਹੁੰਦੇ ਹੋ? ਕੋਈ ਐਸੀ ਗੱਲ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਸਾਨੂੰ ਇਸ ਗੱਲਬਾਤ ਦੇ ਵਿੱਚ ਜ਼ਰੂਰ ਕਰਨੀ ਚਾਹੀਦੀ ਸੀ ਜਿਹੜੀ ਅਸੀਂ ਨਹੀਂ ਕਰ ਸਕੇ, ਉਹ ਤੁਸੀਂ ਦੱਸਣੀ ਚਾਹੋ ਸਾਡੇ ਦਰਸ਼ਕਾਂ ਤੱਕ, ਸਾਡੇ ਜਿਹੜੇ ਵੋਟਰ ਆ ਉਹਨਾਂ ਤੱਕ ਕੋਈ ਮੈਸੇਜ ਪਹੁੰਚਾਉਣਾ ਚਾਹੋ, ਤੁਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹੋ। ਨਹੀਂ, ਗੱਲਾਂ ਤਾਂ ਆਪਣੀਆਂ ਬਹੁਤ ਵਧੀਆ ਹੋਈਆਂ ਹੈਗੀਆਂ ਨੇ। ਆਈ ਥਿੰਕ ਇਹ ਆਮ ਡਿਸਕਸ਼ਨਸ ਜਿਹੜੇ ਹੋਣ ਵਾਲੇ ਹੈਗੇ ਆ ਉਹ ਆਪਾਂ ਕੀਤੇ ਹੈਗੇ ਆ। ਗੱਲਾਂ ਇਸ ਤੋਂ ਵੀ ਵੱਧ ਹੋਰ ਹੁੰਦੀਆਂ ਹੈਗੀਆਂ ਨੇ। ਤੁਸੀਂ ਸਾਡੀ ਸਾਰੀ ਪਲੇਟਫਾਰਮ liberal.ca ਤੇ ਜਾ ਕੇ ਦੇਖ ਸਕਦੇ ਹੈਗੇ ਹੋ। ਕਾਫੀ ਕੰਪਰੀਹੈਂਸਿਵ ਪਲੇਟਫਾਰਮ ਹੈਗੀ ਆ, ਸਪੈਸ਼ਲੀ ਹਾਊਸਿੰਗ ਦਾ ਜਿਹੜਾ ਮਸਲਾ ਹੈਗਾ ਆ ਉਹਨੂੰ ਲੈ ਕੇ ਵੀ ਆਈ ਵੁੱਡ ਸੇ ਸਾਰੀਆਂ ਪਾਰਟੀ ਦੇ ਕੰਪੈਰੀਜ਼ਨ ਨਾਲੋਂ ਸਾਡਾ ਪਲਾਨ ਜੋ ਹੈਗਾ ਆ ਉਹ ਹਰ ਇੱਕ ਐਂਗਲ ਤੋਂ ਉਸ ਇਸ਼ੂ ਨੂੰ ਅਟੈਕ ਕਰਦਾ ਹੈਗਾ ਆ। ਸੋ ਧਿਆਨ ਨਾਲ ਡੈਫੀਨਿਟਲੀ ਵੋਟ ਪਾਉਣ ਤੋਂ ਪਹਿਲਾਂ ਤੁਸੀਂ ਇਹ ਚੀਜ਼ਾਂ ਨੂੰ ਕੰਪੇਅਰ ਕਰ ਲਓ ਵੀ ਕਿਹੜੀ ਪਾਰਟੀ ਤੁਹਾਡੇ ਤੱਕ ਕਿਹੜੇ ਤਰ੍ਹਾਂ ਦੇ ਪ੍ਰੋਗਰਾਮਸ ਲਿਆ ਰਹੀ ਹੈਗੀ ਆ। ਐਂਡ ਆਲਸੋ ਆਈ ਵੁੱਡ ਸੇ ਵੀ 20 ਸਤੰਬਰ ਨੂੰ ਤੁਸੀਂ ਆਪਣੀ ਵੋਟ ਪਾਉਣਾ ਨਾ ਭੁੱਲੋ। ਵੋਟ ਤੁਹਾਡੀ ਬਹੁਤ ਕੀਮਤੀ ਹੈਗੀ ਆ, ਇਹ ਇੱਕ ਤੁਹਾਡਾ ਰਾਈਟ ਹੈਗਾ ਆ ਜਦੋਂ ਤੁਸੀਂ ਸਿਟੀਜ਼ਨ ਬਣ ਜਾਂਦੇ ਹੈਗੇ ਹੋ ਇਸ ਮੁਲਕ ਦੇ। ਐਂਡ ਇਸ ਟਾਈਮ ਥੋੜੀਆਂ ਜਿਹੀਆਂ ਚੇਂਜਸ ਵੀ ਹੈਗੀਆਂ ਨੇ, ਜਿਹੜੀਆਂ VOTING ਸੈਂਟਰਸ ਤੁਸੀਂ ਯੂਜ਼ਡ ਟੂ ਹੈਗੀਆਂ ਵੋਟ ਪਾਉਣਾ, ਹੋ ਸਕਦਾ ਉਹਦਾ ਜਿਹੜਾ ਸਕੂਲ ਹੈਗਾ ਆ ਜਾਂ ਉਹ ਰੈਕ ਸੈਂਟਰ ਹੈਗਾ ਉਹ ਬਦਲ ਗਿਆ ਹੋਵੇ। ਸੋ ਧਿਆਨ ਨਾਲ ਆਪਦੇ ਵੋਟਰ ID ਕਾਰਡ ਤੇ ਤੁਸੀਂ ਜ਼ਰੂਰ ਦੇਖੋ ਵੀ ਕਿੱਥੇ ਤੁਸੀਂ ਵੋਟ ਪਾਉਣੀ ਆ। ਜੇ ਤੁਹਾਡਾ ਵੋਟਰ ID ਕਾਰਡ ਨਹੀਂ ਆਇਆ, ਕਿਉਂਕਿ ਸਾਨੂੰ ਕਾਫੀ ਕੰਪਲੇਂਟਸ ਆਈਆਂ ਹੈਗੀਆਂ ਨੇ ਵੀ ਕਈਆਂ ਦੇ ਨਹੀਂ ਆਏ, ਤਾਂ ਤੁਸੀਂ elections.ca ਤੇ ਜਾ ਕੇ ਆਪਦਾ ਐਡਰੈਸ ਪਾ ਕੇ ਆਪਦਾ VOTING ਸੈਂਟਰ ਦੇਖ ਸਕਦੇ ਹੈਗੇ ਹੋ, ਕਿਉਂਕਿ ਕਾਫੀ ਸਕੂਲ ਲੋਕੇਸ਼ਨਸ ਬਦਲੇ ਹੋਏ ਨੇ। ਸੋ ਭੁੱਲ ਕੇ ਗਲਤ ਏਰੀਆ 'ਚ ਨਾ ਜਾਓ, ਤੁਹਾਡਾ ਟਾਈਮ ਬਹੁਤ ਵੇਸਟ ਹੋਊਗਾ। ਸੋ ਮੇਕ ਸ਼ੋਰ ਜਾਂ ਤੁਸੀਂ ਸਾਡੇ ਕੈਂਪੇਨਸ ਨੂੰ ਕੰਟੈਕਟ ਕਰ ਸਕਦੇ ਹੋ ਪਤਾ ਕਰਨ ਲਈ।
ਜੀ ਰੂਬੀ ਜੀ ਬਹੁਤ ਤੁਹਾਡਾ ਸ਼ੁਕਰੀਆ, ਧੰਨਵਾਦ, ਤੁਸੀਂ ਆਏ, ਸਮਾਂ ਦਿੱਤਾ, ਬਹੁਤ ਚੰਗੀਆਂ ਗੱਲਾਂ ਸਾਨੂੰ ਦੱਸੀਆਂ ਨੇ, ਆਪਣੀ ਕੰਪੇਨ ਬਾਰੇ ਦੱਸਿਆ, ਤੁਹਾਡੇ ਜਿਹੜਾ ਪਾਰਟੀ ਦਾ ਪਲੇਟਫਾਰਮ ਉਹਦੇ ਬਾਰੇ ਦੱਸਿਆ, ਔਰ ਆਪਣੇ ਦਰਸ਼ਕਾਂ ਨੂੰ ਅਸੀਂ ਵੀ ਦੱਸਦੀ ਹੈ ਕਿ ਟੀਵੀ ਪੰਜਾਬੀ ਦੁਨੀਆ ਦੀ ਸਾਡੀ ਪਾਲਿਸੀ ਹੈ ਕਿ ਅਸੀਂ ਕਿਸੇ ਵੀ ਕੈਂਡੀਡੇਟ ਕੋਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਪ੍ਰਚਾਰ ਲਈ ਕੋਈ ਪੈਸਾ ਉੱਤੇ ਲਾ ਨਹੀਂ ਲੈਂਦੇ। ਅਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦੇ ਦਿੱਤਾ ਸੀਗਾ, ਜਿਹੜਾ ਵੀ ਵਿਅਕਤੀ ਸਾਡੇ ਨਾਲ ਗੱਲ ਕਰ ਸਕੇ ਅਸੀਂ ਖੁਦ ਅਪਰੋਚ ਕੀਤਾ ਸਭ ਨੂੰ ਕਿ ਆ ਕੇ ਆਪਣਾ ਪਲੇਟਫਾਰਮ ਸਾਡੇ ਡਿਸਕਸ ਕਰੋ, ਸਾਡੇ ਦਰਸ਼ਕਾਂ ਤੱਕ ਪਹੁੰਚਾਓ। ਤੇ ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਇਲੈਕਸ਼ਨ ਦੇ ਵਿੱਚ ਮੀਡੀਆ ਵਾਲਿਆਂ ਦਾ ਜਿਹੜਾ ਜੀ ਉਹ ਬੜਾ ਦਾ ਲੱਗ ਜਾਂਦਾ ਤੇ ਅਸੀਂ ਉਹਦੇ ਬਾਰੇ ਕਿਸੇ ਗੇਮ 'ਚ ਸ਼ਾਮਲ ਨਹੀਂ ਆ, ਅਸੀਂ ਵਲੰਟੀਅਰ ਵਲੰਟੀਅਰ ਜੀ ਬਿਲਕੁਲ। ਔਰ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇਸ ਕੰਮ ਨੂੰ ਜਿਹੜਾ ਸਾਡੇ ਭਵਿੱਖ ਲਈ ਇੱਕ ਬਹੁਤ ਇੰਪੋਰਟੈਂਟ ਇਵੈਂਟ ਹੁੰਦਾ ਇਲੈਕਸ਼ਨ, ਉਹਦੇ ਲਈ ਕੋਈ ਪੈਸੇ ਲੈ ਕੇ ਕਿਸੇ ਦਾ ਪ੍ਰਚਾਰ ਕੀਤਾ ਜਾਵੇ। ਸੋ ਸਾਡੀ ਵੀ ਪਾਲਿਸੀ ਇਹ ਹੈ। ਸੋ ਸਾਨੂੰ ਬਹੁਤ ਚੰਗਾ ਲੱਗਿਆ ਤੁਸੀਂ ਆਏ, ਸਾਡੇ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਔਰ ਆਪਣੀ ਪਾਰਟੀ ਦਾ ਪ੍ਰੋਗਰਾਮ ਦੱਸਿਆ, ਔਰ ਤੁਸੀਂ ਆਪਣੇ ਪਿੱਛੇ ਜਿਹੜਾ ਕੰਮ ਕੀਤੇ ਹੋਏ ਆ ਉਹਨਾਂ ਨੂੰ ਸਾਨੂੰ ਦੱਸ ਕੇ ਪਤਾ ਲੱਗਿਆ ਕਿ ਤੁਸੀਂ ਕਿਸ ਤਰ੍ਹਾਂ ਦਾ ਅੱਗੇ ਵੀ ਕੰਮ ਕਰੋਗੇ। ਤੁਹਾਡਾ ਬਹੁਤ ਸ਼ੁਕਰੀਆ ਕਰਦੇ ਸੀ ਜੀ। ਥੈਂਕ ਯੂ ਜੀ, ਥੈਂਕ ਯੂ। ਡਨ।